ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਗਤ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਅਜੀਤ ਜੀ ਕੈਲਗਰੀ ਤੋਂ ਤੇ ਸ਼ਬਦੀਸ਼ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਜੀ ਤੁਹਾਡਾ ਭਗਤ ਦੀਆਂ ਖਬਰਾਂ ਵਿੱਚ। ਥੈਂਕ ਯੂ ਜੀ, ਥੈਂਕ ਯੂ। ਜਲਦੀ ਹੀ ਸਾਨੂੰ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ ਜੁਆਇਨ ਕਰਨਗੇ ਇਸ ਡਿਬੇਟ ਦੇ ਵਿੱਚ। ਪਹਿਲੀ ਗੱਲਬਾਤ ਜਿਹੜੀ ਅਸੀਂ ਅੱਜ ਕਰਨ ਜਾ ਰਹੇ ਹਾਂ ਪੰਜਾਬ ਤੋਂ ਹੀ ਲੈ ਕੇ ਆ ਰਹੇ ਹਾਂ। ਇੱਕ ਖਾਸ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਤਰਮੂਲ ਕਾਂਗਰਸ ਦੇ ਜਗਮੀਤ ਬਰਾੜ ਜੀ, ਜਿਨ੍ਹਾਂ ਵੱਲੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀਗਾ ਕਿ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਗੇ, ਫਿਰ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਉਹ ਅਲਾਇੰਸ ਕਰਨਗੇ, ਫਿਰ ਉਹਨਾਂ ਵੱਲੋਂ ਇਹ ਵੀ ਜਿਹੜਾ ਹੈ ਅਨਾਊਂਸ ਕੀਤਾ ਗਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਹੈ ਉਹ ਰਲ ਕੇ ਵੀ ਲੜਨਗੇ ਤਾਂ ਕਿ ਜਿਹੜੀ ਵੋਟ ਸ਼ੇਅਰਿੰਗ ਨਾ ਹੋ ਸਕੇ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ। ਪਿੱਛੇ ਜਿਹੇ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਕਿ ਅਗਰ ਆਮ ਆਦਮੀ ਪਾਰਟੀ ਚਾਹਵੇ ਤਾਂ ਉਹ ਜਿਹੜੇ ਹੈਗੇ ਨੇ ਬਾਦਲ ਦੇ ਇਲਾਕੇ ਦੇ ਵਿੱਚ ਜਾ ਕੇ ਲੰਬੀ ਤੋਂ ਜਾ ਕੇ ਜਰਨੈਲ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਜਿਹੜੀਆਂ ਰੈਲੀਆਂ ਤੇ ਕੈਂਪੇਨ ਜਿਹੜੇ ਉਹ ਕਰ ਸਕਦੇ, ਕਿਉਂਕਿ ਉਹਨਾਂ ਦਾ ਉੱਥੇ ਬਹੁਤ ਐਕਸਪੀਰੀਅੰਸ ਹੈ। ਕੁਛ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਥੋੜ੍ਹੀ ਅਜੀਬ ਗੱਲ ਦੇਖਣ ਨੂੰ ਮਿਲੀ ਕਿ ਜਗਮੀਤ ਸਿੰਘ ਬਰਾੜ ਹੁਣਾਂ ਨੇ ਵੈਲਕਮ ਕੀਤਾ ਆਮ ਆਦਮੀ ਪਾਰਟੀ ਤੋਂ ਮਨਜੀਤ ਸਿੰਘ ਹੁਣਾਂ ਦਾ, ਜਿਹਨਾਂ ਨੇ ਕਿ ਆਮ ਆਦਮੀ ਪਾਰਟੀ ਤੋਂ ਰੁੱਸ ਕੇ ਉਹਨਾਂ ਦੀ ਤਰਮੂਲ ਕਾਂਗਰਸ ਜਿਹੜੀ ਆ ਜੁਆਇਨ ਕਰ ਲਈ ਸੀ। ਇੱਕ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਬਿਆਨ ਆਉਂਦਾ ਚੰਡੀਗੜ੍ਹ ਤੋਂ ਕਿ ਤਰਮੂਲ ਕਾਂਗਰਸ ਦੇ ਨਾਲ ਪੰਜਾਬ ਦੇ ਇਲੈਕਸ਼ਨ ਵਾਸਤੇ ਆਮ ਆਦਮੀ ਪਾਰਟੀ ਦਾ ਕੋਈ ਅਲਾਇੰਸ ਜਾਂ ਕੋਈ ਸਮਝੌਤਾ ਨਹੀਂ ਹੈ। ਇਸ ਗੱਲ ਤੋਂ ਖਫਾ ਹੋ ਕੇ ਜਾਂ ਆਮ ਆਦਮੀ ਪਾਰਟੀ ਤੇ ਤਰਮੂਲ ਕਾਂਗਰਸ ਵਿੱਚ ਚੱਲ ਰਹੀ ਗੱਲਬਾਤ ਕਿਸੇ ਸਿਰੇ ਤੇ ਨਾ ਪੁੱਜਦੀ ਦੇਖ ਕੇ ਜਗਮੀਤ ਬਰਾੜ ਹੁਣਾਂ ਨੇ 117 ਸੀਟਾਂ ਦੇ ਉੱਪਰ ਤਰਮੂਲ ਕਾਂਗਰਸ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ ਜੀ। 5 ਕੈਂਡੀਡੇਟ ਵੀ ਉਹਨਾਂ ਨੇ ਅਨਾਊਂਸ ਕਰ ਦਿੱਤੇ ਆ। ਪਹਿਲੇ 5 ਕੈਂਡੀਡੇਟ ਜਿਹੜੇ ਉਹਨਾਂ ਨੇ ਅਨਾਊਂਸ ਕੀਤੇ ਆ ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਬਾਘਾ ਪੁਰਾਣਾ, ਮੋਗਾ ਤੇ ਬੱਲੂਆਣਾ ਰਿਜ਼ਰਵ ਏਰੀਆ ਹੈ, ਉੱਥੋਂ ਉਹਨਾਂ ਨੇ ਆਪਣੇ 5 ਕੈਂਡੀਡੇਟ ਲਾਂਚ ਕਰ ਦਿੱਤੇ ਆ। ਕਿਆਸ ਇਹ ਲਗਾਇਆ ਜਾ ਰਿਹਾ ਸੀ ਸ਼ੁਰੂ ਤੋਂ ਕਿ ਕਾਫੀ ਮਹੀਨਿਆਂ ਤੋਂ ਅਰਵਿੰਦ ਕੇਜਰੀਵਾਲ ਤੇ ਮਮਤਾ ਬੈਨਰਜੀ ਦੀ ਜਿਹੜੀ ਨੇੜਤਾ ਹੈ ਉਹਨੂੰ ਦੇਖਦਿਆਂ ਹੋਇਆਂ ਇਹ ਲੱਗ ਰਿਹਾ ਸੀ ਕਿ ਪੰਜਾਬ ਦੇ ਵਿੱਚ ਸ਼ਾਇਦ ਤਰਮੂਲ ਕਾਂਗਰਸ ਜਿਹੜੀ ਹੈਗੀ ਆ ਉਹ ਇਲੈਕਸ਼ਨ ਨਹੀਂ ਲੜੇਗੀ ਤੇ ਬਾਹਰੋਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੇਗੀ। ਪਰ ਨਾਲ ਹੀ ਨਾਲ ਇਹ ਵੀ ਸਮਝ ਵਿੱਚ ਆ ਰਿਹਾ ਸੀਗਾ ਕਿ ਕਿਉਂਕਿ ਜਗਮੀਤ ਬਰਾੜ ਕਾਫੀ ਐਕਟਿਵ ਨੇ ਤੇ ਉਹ ਚਾਹੁਣਗੇ ਕਿ ਉਹਨਾਂ ਨੂੰ ਕੁਝ ਸੀਟਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾਣ। ਜੇ ਆਪਾਂ 22 ਦਸੰਬਰ ਦੀ ਗੱਲ ਕਰੀਏ ਤਾਂ ਇੱਕ ਕੁਲਦੀਪ ਕੌਰ ਟੋੜਾ ਜੀ ਦੀ ਮੇਰੇ ਖਿਆਲ ਰੈਲੀ ਹੋਈ ਸੀ, ਉਹਦੇ ਵਿੱਚ ਸੰਜੇ ਜੀ ਨੇ ਸਟੇਜ ਤੇ ਅਨਾਊਂਸ ਕੀਤਾ ਸੀਗਾ ਕਿ ਜਗਮੀਤ ਬਰਾੜ ਹੋਣਾ ਦੇ ਨਾਲ ਉਹਨਾਂ ਦੇ ਸੰਬੰਧ ਬਣਨ ਜਾ ਰਹੇ ਨੇ। ਉੱਥੋਂ ਇਹ ਲੱਗਿਆ ਸੀਗਾ ਕਿ ਆਮ ਆਦਮੀ ਪਾਰਟੀ ਤੇ ਤਰਮੂਲ ਕਾਂਗਰਸ ਜਿਹੜੀ ਆ ਇਕੱਠਿਆਂ ਇਲੈਕਸ਼ਨ ਲੜੇਗੀ। ਪਰ ਉਸ ਤੋਂ ਕੁਛ ਦੇਰ ਬਾਅਦ ਇੱਕ ਬਿਆਨ ਆਉਂਦਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਿਆਨ ਆਇਆ ਕਿ ਉਹ ਕਿਸੇ ਦੇ ਨਾਲ ਵੀ ਅਲਾਇੰਸ ਨਹੀਂ ਕਰਨਗੇ। ਪਰ ਬਾਅਦ ਦੇ ਵਿੱਚ ਬੈਂਸ ਬ੍ਰਦਰਸ ਦੇ ਨਾਲ ਅਲਾਇੰਸ ਤੋਂ ਬਾਅਦ ਜਗਮੀਤ ਬਰਾੜ ਕਾਫੀ ਨਾਰਾਜ਼ ਦਿਖ ਰਹੇ ਸੀਗੇ ਤੇ ਅੱਜ ਉਹਨਾਂ ਦੀ ਨਾਰਾਜ਼ਗੀ ਜਿਹੜੀ ਖੁੱਲ੍ਹ ਕੇ ਸਾਹਮਣੇ ਆ ਗਈ ਅਰਵਿੰਦ ਕੇਜਰੀਵਾਲ ਜੀ ਦੇ ਉਸ ਬਿਆਨ ਤੋਂ ਬਾਅਦ, ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਉਹਨਾਂ ਦਾ ਤਰਮੂਲ ਕਾਂਗਰਸ ਦੇ ਨਾਲ ਕੋਈ ਸਮਝੌਤਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੈ। ਕਾਫੀ ਲੰਮੀ ਚੌੜੀ ਪ੍ਰੈਸ ਕਾਨਫਰੰਸ ਕਰਕੇ ਜਗਮੀਤ ਬਰਾੜ ਹੁਣਾਂ ਨੇ ਆਪਣੇ ਕੈਂਡੀਡੇਟ ਵੀ ਅਨਾਊਂਸ ਕੀਤੇ ਤੇ ਅਰਵਿੰਦ ਕੇਜਰੀਵਾਲ ਦੇ ਉੱਪਰ ਕਾਫੀ ਕੁਛ ਬੋਲਿਆ ਵੀ, ਉਹਨਾਂ ਨੂੰ ਕਾਫੀ ਇੱਥੇ ਤੱਕ ਵੀ ਕਹਿ ਦਿੱਤਾ ਕਿ ਉਹਨਾਂ ਨੇ ਜਿਹੜੀ ਹੈਗੀ ਆ ਪੋਲੀਟੀਕਲ ਜਿਹੜੀ ਹੈਗੀ ਆ ਸਿਆਸੀ ਹਿੰਸਾ ਕੀਤੀ ਉਹਨਾਂ ਦੇ ਨਾਲ, ਉਹਨਾਂ ਨਾਲ ਧੋਖਾ ਕੀਤਾ, ਉਹਨਾਂ ਨੇ ਵਰਤਿਆ ਸ਼ਾਰਟ ਟਰਮ ਗੋਲ ਦੇ ਲਈ। ਅਰਵਿੰਦ ਕੇਜਰੀਵਾਲ ਨੇ ਤਰਮੂਲ ਕਾਂਗਰਸ ਨੂੰ ਵਰਤਿਆ। ਉਹਨਾਂ ਨੇ ਕਿਹਾ ਕਿ ਅਸੀਂ 40,000 ਦੇ ਕਰੀਬ ਵਲੰਟੀਅਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਇਹ ਗੱਲਬਾਤ ਚੱਲ ਰਹੀ ਸੀ ਲਗਾਏ ਹੋਏ ਸੀ ਤੇ ਐਨ ਮੌਕੇ ਤੇ ਆ ਕੇ ਸਾਨੂੰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਹੈ ਧੋਖਾ ਦੇ ਦਿੱਤਾ ਗਿਆ। ਇਹਨਾਂ ਗੱਲਾਂ ਦੇ ਚੱਲਦੇ ਅਸੀਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਿਆ ਹੀ ਕੋਈ ਆਮ ਆਦਮੀ ਪਾਰਟੀ ਜਾਂ ਮਮਤਾ ਬੈਨਰਜੀ ਦੇ ਵਿੱਚ ਜਾਂ ਤਰਮੂਲ ਕਾਂਗਰਸ ਪੰਜਾਬ ਦੇ ਵਿੱਚ ਕੋਈ ਗੱਲਬਾਤ ਚੱਲ ਰਹੀ ਸੀ, ਜਾਂ ਜਗਮੀਤ ਬਰਾੜ ਪਿਛਲੇ ਕਾਫੀ ਸਮੇਂ ਤੋਂ ਆਪਣੀ ਜਗ੍ਹਾ ਆਮ ਆਦਮੀ ਪਾਰਟੀ ਦੇ ਵਿੱਚ ਬਣਾਉਣ ਵਾਸਤੇ ਜਾਂ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਦੇ ਵਿੱਚ ਲਹਿਰ ਹੈ ਉਸ ਲਹਿਰ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਕਿਤੇ ਨਾ ਕਿਤੇ ਐਸਟੈਬਲਿਸ਼ ਕਰਨ ਵਾਸਤੇ ਜਿਹੜੇ ਵੱਖ-ਵੱਖ ਤਰੀਕੇ ਦੇ ਜਿਹੜੇ ਪ੍ਰੋਪੋਗੰਡੇ ਕਹਿ ਲਓ ਜਾਂ ਵੱਖ-ਵੱਖ ਤਰੀਕੇ ਦੇ ਢੰਗ ਤਰੀਕੇ ਅਪਣਾ ਰਹੇ ਸੀ। ਗੱਲਬਾਤ ਸ਼ੁਰੂ ਕਰਾਂਗੇ ਜੀ ਸ਼ਬਦੀਸ਼ ਤੋਂ। ਸ਼ਬਦੀਸ਼ ਜੀ, ਜਗਮੀਤ ਬਰਾੜ ਸਾਹਿਬ ਹੁਣੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫਲਿੱਪ ਫਲॉप ਕਰ ਰਹੇ ਨੇ। ਉਹਨਾਂ ਦੇ ਜੇ ਆਪਾਂ ਬਿਆਨਾਂ ਨੂੰ ਦੇਖੀਏ ਕਸੂਰ ਸਾਰਾ ਉਹ ਆਮ ਆਦਮੀ ਪਾਰਟੀ ਦੇ ਉੱਪਰ ਕੱਢਦੇ ਨੇ
ਪਰ ਜੇ ਆਪਾਂ ਉਹਨਾਂ ਦੀ ਜੋ ਗੱਲਾਂ ਬਾਤਾਂ ਉਹ ਕਰਦੇ ਰਹੇ ਨੇ ਤੇ ਜਿਸ ਤਰੀਕੇ ਦੇ ਐਕਸ਼ਨ ਉਹਨਾਂ ਦੇ ਸਾਹਮਣੇ ਆਉਂਦੇ ਰਹੇ ਆ, ਉਹਨਾਂ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੁੰਦਾ। ਇੱਕ ਪਾਸੇ ਉਹ ਕਹਿੰਦੇ ਰਹੇ ਕਿ ਉਹ ਆਮ ਆਦਮੀ ਪਾਰਟੀ ਨੂੰ ਬਾਹਰੋਂ ਸਪੋਰਟ ਕਰਨਗੇ, ਉਹ ਪੰਜਾਬ ਦੀ ਵੋਟ ਵੰਡਣਾ ਨਹੀਂ ਚਾਹੁੰਦੇ। ਦੂਜੇ ਪਾਸੇ ਉਹ ਕਹਿੰਦੇ ਰਹੇ ਕਿ ਅਸੀਂ ਅਗਰ ਆਮ ਆਦਮੀ ਪਾਰਟੀ ਸਾਡੇ ਨਾਲ ਅਲਾਇੰਸ ਨਹੀਂ ਕਰਦੀ, ਅਸੀਂ ਆਪਣੇ ਕੈਂਡੀਡੇਟ ਖੜੇ ਕਰਾਂਗੇ। ਤੀਜੇ ਪਾਸੇ ਉਹ ਕਹਿੰਦੇ ਰਹੇ ਨੇ ਕਿ ਉਹ ਪੰਜਾਬ ਦੇ ਵਿੱਚ ਨਹੀਂ ਚਾਹੁੰਦੇ ਕਿ ਪੰਜਾਬ ਦੀ ਵੋਟ ਵੰਡ ਹੋਵੇ। ਇਸ ਕਰਕੇ ਅੱਜ ਅਚਾਨਕ ਕਹਿਣ ਲੱਗ ਪਏ ਨੇ ਕਿ ਅਸੀਂ 117 ਸੀਟਾਂ ਦੇ ਉੱਪਰ ਲੜਾਂਗੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਨਾਲ ਕਿਸੇ ਗੱਲਬਾਤ ਦੇ ਨਤੀਜੇ ਤੇ ਨਹੀਂ ਪਹੁੰਚੀ। ਕੀ ਲੱਗਦਾ ਤੁਹਾਨੂੰ ਜਗਮੀਤ ਬਰਾੜ ਜੀ ਕਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਖੇਡ ਰਹੇ ਨੇ? ਵੀਰ ਜੀ, ਜੇ ਅਸੀਂ ਜਗਮੀਤ ਬਰਾੜ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਤਾਜ਼ਾ ਦਿਨਾਂ ਦੀ ਗੱਲ ਤੋਂ ਬਿਨਾਂ ਪਿੱਛੇ ਵੀ ਜਾ ਕੇ ਦੇਖੀਏ ਤਾਂ ਜਗਮੀਤ ਬਰਾੜ ਦਾ ਰਿਕਾਰਡ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਰਿਹਾ। ਉਹਨਾਂ ਦਾ ਪਿਛੋਕੜ ਅਕਾਲੀ ਦਲ ਨਾਲ ਸੰਬੰਧਿਤ ਹੈ, ਪਿਤਾ ਜੀ ਉਹਨਾਂ ਦੇ ਅਕਾਲੀ ਦਲ ਨਾਲ ਸੰਬੰਧਿਤ ਰਹੇ, ਪਰ ਕਿਸੇ ਕਾਰਨ ਵਸ ਉਹਨਾਂ ਦੀ ਅਕਾਲੀ ਦਲ ਨਾਲ ਨਾ ਬਣੀ ਤੇ ਉਹ ਕਾਂਗਰਸ ਪਾਰਟੀ ਵਿੱਚ ਚਲੇ ਗਏ। ਜਿਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਦੌਰ ਚੱਲਦਾ ਸੀ, ਪੰਜਾਬ ਦਾ ਕੋਈ ਕਾਂਗਰਸੀ ਪੰਜਾਬ ਦੇ ਬੇਸਿਕ ਸਵਾਲਾਂ ਦੇ ਉੱਤੇ ਬੋਲਣ ਤੋਂ ਗੁਰੇਜ਼ ਕਰਦਾ ਸੀ। ਜਗਮੀਤ ਸਿੰਘ ਬਰਾੜ ਉਦੋਂ ਲੋਕ ਸਭਾ ਮੈਂਬਰ ਸੀ ਤੇ ਪੰਜਾਬ ਦੇ ਬੁਨਿਆਦੀ ਸਵਾਲਾਂ ਦੇ ਉੱਤੇ ਉਹ ਲੋਕ ਸਭਾ ਦੇ ਵਿੱਚ ਵੀ ਬੋਲ ਦਿੰਦੇ ਸੀ। ਇਹਨੂੰ ਤਕਨੀਕੀ ਤੌਰ ਦੇ ਉੱਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਦੀ ਉਲੰਘਣਾ ਕਰਕੇ ਵੀ ਉਹ ਪੰਜਾਬ ਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਸੀ। ਉਸ ਤੋਂ ਬਾਅਦ ਜਦੋਂ ਇੱਕ ਦੌਰ ਇਹ ਵੀ ਆਇਆ ਕਿ ਉਹਨਾਂ ਨੇ ਤਿਵਾੜੀ ਸਾਹਿਬ ਦੀ ਕਾਂਗਰਸ ਨੂੰ ਜੁਆਇਨ ਕਰ ਲਿਆ। ਜਦੋਂ ਕਾਂਗਰਸ ਦੇ ਅੰਦਰ ਸੰਕਟ ਪੈਦਾ ਹੋਇਆ, ਤਿਵਾੜੀ ਸਾਹਿਬ ਦੀ ਕਾਂਗਰਸ ਦੁਬਾਰਾ ਕਾਂਗਰਸ ਨੂੰ ਜੁਆਇਨ ਕਰ ਗਈ। ਇਸ ਤਰੀਕੇ ਦੇ ਨਾਲ ਜਗਮੀਤ ਸਿੰਘ ਬਰਾੜ ਵੀ ਵਾਪਸ ਕਾਂਗਰਸ ਦਾ ਹਿੱਸਾ ਬਣ ਗਏ। ਇਹ ਇੱਕ ਲੰਮਾ ਸਿਲਸਿਲਾ ਵਾ ਜਗਮੀਤ ਸਿੰਘ ਬਰਾੜ ਦਾ ਪਾਰਟੀ ਦੇ ਅੰਦਰ ਵੀ ਰਹਿਣਾ ਤੇ ਪਾਰਟੀ ਦੇ ਅੰਦਰ ਵਿਵਾਦਿਤ ਨੇਤਾ ਦੇ ਤੌਰ ਦੇ ਉੱਤੇ ਵੀ ਰਹਿਣਾ। ਬੁਨਿਆਦੀ ਪ੍ਰੋਬਲਮ ਉਹਨਾਂ ਦੀ ਇਹ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਕਾਫੀ ਸੀਨੀਅਰ, ਕਾਫੀ ਕਾਬਿਲ ਨੇਤਾ ਦੇ ਤੌਰ ਤੇ ਤਸਲੀਮ ਕਰਦੇ ਨੇ, ਪਰ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਧੜੇਬੰਦੀ ਪੈਦਾ ਹੁੰਦੀ ਹੈ ਉਹਦੇ ਵਿੱਚ ਉਹਨਾਂ ਦੀ ਕਦੇ ਵੀ ਇੰਨੀ ਵੱਡੀ ਸਪੇਸ ਨਹੀਂ ਬਣ ਸਕੀ ਕਿ ਉਹ ਪੰਜਾਬ ਦੀ ਕਾਂਗਰਸ ਦੇ ਪ੍ਰਮੁੱਖ ਧੜਿਆਂ ਵਿੱਚੋਂ ਇੱਕ ਧੜਾ ਵੀ ਕਦੇ ਬਣ ਕੇ ਸਾਹਮਣੇ ਆ ਸਕਣ। ਇਹੀ ਵਜ੍ਹਾ ਹੈ ਕਿ ਉਹਨਾਂ ਦਾ ਕਾਂਗਰਸ ਦੇ ਨਾਲ ਕਦੇ ਕਰੂਰਾ ਨਹੀਂ ਰਲਿਆ। ਆਪਣੇ ਆਪ ਨੂੰ ਪੰਜਾਬੀ ਲੋਕਾਂ ਦੇ ਨੇਤਾ ਦੇ ਤੌਰ ਤੇ ਪੇਸ਼ ਕਰਨਾ ਉਹਨਾਂ ਦੀ ਹਮੇਸ਼ਾ ਰੁਚੀ ਰਹੀ ਹੈ। ਮੈਂ ਇਹ ਸ਼ੁਰੂ 'ਚ ਜਿਵੇਂ ਕਿਹਾ ਕਿ ਉਹ ਕਈ ਵਾਰ ਪੰਜਾਬ ਦੇ ਮੁੱਦੇ ਉਠਾਉਂਦੇ ਵੀ ਆ, ਪਰ ਪਿਛਲੇ ਕੁਝ ਸਾਲਾਂ ਤੋਂ ਜਿਸ ਅੰਦਾਜ਼ ਦੇ ਵਿੱਚ ਉਹ ਵਿਚਰ ਰਹੇ ਨੇ ਉਸ ਤੋਂ ਇਹੀ ਲੱਗਣ ਲੱਗ ਗਿਆ ਕਿ ਪੰਜਾਬ ਦੇ ਮੁੱਦੇ ਉਠਾਉਣਾ ਉਹਨਾਂ ਦੀ ਭਾਵਨਾ ਨਹੀਂ ਬਲਕਿ ਸਿਆਸੀ ਲੋੜ ਬਣ ਚੁੱਕੀ ਹੈ। ਔਰ ਸਿਆਸੀ ਲੋੜ ਦੇ ਵਿੱਚੋਂ ਕਈ ਤਰ੍ਹਾਂ ਦੇ ਪੈਂਤੜੇ ਲੈਂਦੇ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਇਸ ਗੱਲ ਤੇ ਅੜੀ ਖੜੀ ਸੀ ਕਿ ਸਾਡੇ ਸ਼ਬਦਕੋਸ਼ ਦੇ ਵਿੱਚ ਗੱਠਜੋੜ ਨਾਂ ਦੀ ਪੋਲਿਟਿਕਸ ਸ਼ਾਮਲ ਨਹੀਂ ਹੈ, ਉਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ, ਉਹਨਾਂ ਦਾ ਧੜਾ, ਉਹਨਾਂ ਦਾ ਗਰੁੱਪ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਬਿਨਾਂ ਸ਼ਰਤ ਸਪੋਰਟ ਕਰੇਗਾ। ਉਸ ਤੋਂ ਅਗਲੀਆਂ ਤਮਾਮ ਗੱਲਾਂ ਤੁਸੀਂ ਆਲਰੇਡੀ ਕਰ ਚੁੱਕੇ ਆ, ਮੈਂ ਉਹਨਾਂ ਨੂੰ ਰਿਪੀਟ ਨਾ ਕਰਾਂ। ਮੇਰੇ ਮੁਤਾਬਕ ਲੋਕ ਮੰਚ ਬਣਾਇਆ ਸੀਗਾ ਉਦੋਂ ਕਹਿੰਦੇ ਨੇ ਕਿ ਜਗਮੀਤ ਸਿੰਘ ਬਰਾੜ ਅੱਕੀ ਪਲਾਈ ਹੱਥ ਮਾਰ ਰਹੇ ਨੇ ਤੇ ਇਸੇ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ ਇਸੇ ਸੰਕਟ ਦੇ ਵਿੱਚੋਂ ਨਿਕਲਣ ਲਈ ਉਹਨਾਂ ਨੇ ਮਮਤਾ ਬੈਨਰਜੀ ਦੀ ਪਾਰਟੀ ਦੀ ਚੋਣ ਕੀਤੀ ਹੈ। ਪਰ ਪੰਜਾਬ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਸੱਚਮੁੱਚ ਇਸ ਤਰ੍ਹਾਂ ਪੈਰ ਲਾ ਸਕੇਗੀ ਕਿ ਨਹੀਂ, ਇਹ ਗੱਲ ਆਪਣੇ ਆਪ ਦੇ ਵਿੱਚ ਦਿਲਚਸਪ ਹੈ। ਬੇਸ਼ੱਕ ਆਮ ਆਦਮੀ ਪਾਰਟੀ ਵੀ ਦਿੱਲੀ ਵਿੱਚ ਕੇਂਦਰਿਤ ਰਹੀ ਹੈ, ਪਰ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਉੱਤੇ ਖੇਤਰੀ ਪਾਰਟੀ ਦਾ ਲੇਬਲ ਲਵਾਉਣ ਤੋਂ ਬਚੀ ਰਹੀ ਹੈ। ਇਹਦੇ ਉਲਟ ਮਮਤਾ ਬੈਨਰਜੀ ਦੀ ਪਾਰਟੀ ਬੇਸ਼ੱਕ ਉਹਦੀ ਪਛਾਣ ਕਿਸੇ ਤਰ੍ਹਾਂ ਦੀ ਵੀ ਕਿਉਂ ਨਾ ਹੋਵੇ, ਉਹ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਵਿਚਰਦੀ ਨਜ਼ਰ ਆਈ ਹੈ। ਕਿਸੇ ਖੇਤਰੀ ਪਾਰਟੀ ਨੂੰ ਵਿਸਥਾਰ ਦੇ ਕੇ ਨੈਸ਼ਨਲ ਲੈਵਲ ਦੀ ਪਾਰਟੀ ਬਣਾਏ ਜਾਣ ਦੇ ਯਤਨ ਬੇਸ਼ੱਕ ਕਰ ਲਏ ਜਾਣ, ਬਹੁਤੀ ਵਾਰੀ ਇਹ ਯਤਨ ਸਫਲ ਨਹੀਂ ਹੁੰਦੇ। ਜਗਮੀਤ ਬਰਾੜ ਅਸਲ ਦੇ ਵਿੱਚ ਸ਼ਾਇਦ ਉਹਨੂੰ ਖੇਤਰੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਨਾਲੋਂ ਜ਼ਿਆਦਾ ਆਪਣੇ ਪੈਰ ਧਰਾਵੇ ਲਈ ਕੋਈ ਨਾ ਕੋਈ ਜਗ੍ਹਾ ਲੱਭ ਰਿਹਾ ਸੀ ਔਰ ਉਹਨਾਂ ਨੇ ਉਹ ਜਗ੍ਹਾ ਲੱਭ ਲਈ ਹੈ। ਔਰ ਉਸ ਲੱਭੀ ਹੋਈ ਜਗ੍ਹਾ ਦੇ ਵਿੱਚ ਅੱਗੇ ਉਹ ਇੱਕ ਕਦਮ ਪੁੱਟਣਗੇ ਕਿ ਦੋ ਕਦਮ ਪੁੱਟਣਗੇ ਕਿ ਇਸੇ ਜਗ੍ਹਾ ਦੇ ਉੱਤੇ ਖੜੇ ਉਹ ਆਪਣੇ ਪੈਰਾਂ ਦੇ ਉੱਤੇ ਘੁੰਮਦੇ ਨਜ਼ਰ ਆਉਣਗੇ, ਇਹ ਸਮਾਂ ਤੈਅ ਕਰੇਗਾ। ਅਜੀਤ ਜੀ, ਕੀ ਲੱਗਦਾ ਤੁਹਾਨੂੰ ਜਗਮੀਤ ਬਰਾੜ ਹੋਣਾ ਦੀ, ਕਿਉਂਕਿ ਜੇ ਆਪਾਂ ਜਿਸ ਤਰੀਕੇ ਨਾਲ ਸ਼ਬਦੀਪ ਜੀ ਨੇ ਕਾਫੀ ਡਿਟੇਲ ਦੇ ਵਿੱਚ ਉਹਨਾਂ ਬਾਰੇ ਗੱਲ ਕੀਤੀ ਆ,
ਕਾਂਗਰਸ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਪੰਜਾਬ ਦੇ ਵਿੱਚ ਪਲੇਟਫਾਰਮ ਨਹੀਂ ਸੀਗਾ ਸਿਆਸੀ ਤੌਰ ਦੇ ਉੱਪਰ। ਆਪਾਂ ਇਹ ਕਹਿ ਸਕਦੇ ਕਿ ਉਹਨਾਂ ਕੋਲ ਕੁਝ ਵੀ ਐਸਾ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਕਿਸੇ ਥਾਂ ਤੇ ਰੱਖ ਸਕਦੇ। ਤਾਂ ਉਹਨਾਂ ਨੇ ਲੋਕ ਹਿੱਤ ਬਣਾ ਕੇ ਉਸ ਵੇਲੇ ਆਮ ਆਦਮੀ ਪਾਰਟੀ ਦੀ ਚੱਲਦੀ ਹੋਈ ਲਹਿਰ ਨੂੰ ਸਪੋਰਟ ਕਰਨ ਦੀ ਗੱਲ ਕਰਕੇ ਆਪਣੇ ਵਾਸਤੇ ਇੱਕ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਪੰਜਾਬ ਦੀਆਂ ਚੋਣਾਂ ਐਲਾਨ ਹੋ ਚੁੱਕੀਆਂ, 1 ਮਹੀਨਾ ਸਿਰਫ ਰਹਿ ਗਿਆ ਪੰਜਾਬ ਦੀਆਂ ਚੋਣਾਂ ਦੇ ਵਿੱਚ, ਔਰ ਉਹਨਾਂ ਨੇ 117 ਕੈਂਡੀਡੇਟ ਖੜੇ ਕਰਨ ਦੀ ਗੱਲ ਕਰ ਦਿੱਤੀ ਹੈ, ਔਰ ਇੱਥੇ ਤੱਕ ਵੀ ਗੱਲ ਕਰ ਦਿੱਤੀ ਕਿ ਬਹੁਤ ਇੱਕ ਅੱਛਾ ਜਿਹੜਾ ਵੋਟ ਪਰਸੈਂਟੇਜ ਲੈ ਜਾਣਗੇ। ਕੀ ਲੱਗਦਾ ਤੁਹਾਨੂੰ ਕਿ ਜਗਮੀਤ ਬਰਾੜ ਸਿਰਫ ਤੇ ਸਿਰਫ ਆਪਣੀ ਸ਼ਾਖ ਬਚਾਉਣ ਖਾਤਰ ਹੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਸਿੰਘ ਸਾਹਿਬ, ਜਿੱਥੇ ਤੱਕ ਤਾਂ ਸ਼ਾਖ ਬਚਾਉਣ ਦੀ ਗੱਲ ਹੈ, ਏਡੀ ਵੱਡੀ ਕੋਈ ਸ਼ਾਖ ਉਹਨਾਂ ਦੀ ਹੁਣ ਪੰਜਾਬ ਦੇ ਵਿੱਚ ਰਹਿ ਹੀ ਨਹੀਂ ਗਈ ਜਿਸ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਫਿਕਰਮੰਦ ਹੋਣਾ ਚਾਹੀਦਾ। ਕਿਉਂਕਿ ਜਿਹੜੀ ਸਿਆਸਤ ਹੈਗੀ ਨਾ, ਉਹ ਸਿਰਫ ਇਸ ਤਰ੍ਹਾਂ ਨਹੀਂ ਚੱਲ ਸਕਦੀ ਹੈਗੀ ਕਿ ਤੁਸੀਂ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਭਾਸ਼ਣ ਕਰਕੇ, ਬਹੁਤ ਹੀ ਇਮੋਸ਼ਨਲ ਜਿਹੜੇ ਹੈਗੇ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਦੇ ਜਿਹੜੇ ਵਕਤ ਉਸ ਵਿੱਚ ਚੱਲਦੇ ਬੜੇ ਇਹੋ ਜਿਹੇ ਇਮੋਸ਼ਨਸ ਹੁੰਦੇ ਨੇ, ਇਹੋ ਜਿਹੇ ਜਜ਼ਬਾਤ ਹੁੰਦੇ ਨੇ ਜਿਹੜੇ ਉਸ ਵਕਤ ਲੋਕ ਜਿਹਨਾਂ ਚੀਜ਼ਾਂ ਨੂੰ ਫੀਲਿੰਗਸ ਨੂੰ ਟੱਚ ਕਰ ਰਹੀਆਂ ਹੁੰਦੀਆਂ ਨੇ, ਚੀਜ਼ਾਂ ਉਹਨਾਂ ਨੂੰ ਟੱਚ ਕਰਕੇ ਤੁਸੀਂ ਲੋਕਾਂ ਦੀ ਵਾਹ ਖੱਟ ਸਕਦੇ ਹੋ, ਲੋਕਾਂ ਦਾ ਇਸ ਤਰ੍ਹਾਂ ਦਾ ਆਪਣਾ ਬਣਾ ਸਕਦੇ ਹੋ ਆਪਣਾ ਅਕਸ ਲੋਕਾਂ ਦੇ ਵਿੱਚ ਕਿ ਇਹ ਬੰਦਾ ਵਾਕਿਆ ਹੀ ਲੋਕਾਂ ਦੇ ਦਿਲਾਂ ਦੀ ਜੁੜ ਕੇ ਦਿਲਾਂ ਦੀ ਗੱਲ ਕਰਦਾ ਹੈ। ਔਰ ਤੁਸੀਂ ਉਸ ਤਰ੍ਹਾਂ ਲੋਕਾਂ ਦੀ ਇੱਕ ਇਹੋ ਜਿਹੀ ਅਪੀਲ ਆਪਣੀ ਬਣਾ ਸਕਦੇ ਹੋ ਕਿ ਲੋਕ ਕਹਿਣ ਕਿ ਇਹ ਬੰਦਾ ਦਿਲ ਤੋਂ ਗੱਲਾਂ ਕਰਦਾ ਹੈ, ਇਹ ਬੰਦਾ ਸੱਚਾ ਸੁੱਚਾ ਹੈ। ਪਰ ਇਹ ਵੀ ਇੱਕ ਬੜੀ ਕੌੜੀ ਸੱਚਾਈ ਹੈ ਕਿ ਜਦੋਂ ਤੁਹਾਡੇ ਪਿੱਛੇ ਬਹੁਤ ਵੱਡੀ ਲੋਕਾਂ ਦੀ ਫੋਲੋਇੰਗ ਨਾ ਹੋਵੇ, ਜਿਹੜੇ ਲੋਕੀ ਜਿਸ ਰਸਤੇ ਨੂੰ ਤੁਸੀਂ ਤੁਰਦੇ ਆ ਉਹਦੇ ਰਸਤੇ ਤੇ ਤੁਹਾਡੇ ਪਿੱਛੇ ਤੁਰਨ ਨੂੰ ਤਿਆਰ ਹੋਣ, ਤਾਂ ਭਾਵੇਂ ਕਿੰਨਾ ਹੀ ਸਿਆਣਾ ਹੋਵੇ ਬੰਦਾ, ਕਿੰਨਾ ਹੀ ਸੋਹਣੀਆਂ ਜਜ਼ਬਾਤੀ ਗੱਲਾਂ ਕਰ ਸਕਦਾ ਹੋਵੇ, ਈਵਨ ਸੱਚੀਆਂ ਵੀ ਕਰ ਸਕਦਾ ਹੋਵੇ, ਮੈਂ ਕੌੜੀ ਸੱਚਾਈ ਤਾਂ ਕਿਹਾ, ਸਿਆਸਤ ਦੇ ਵਿੱਚ ਉਹ ਆਪਣੀ ਮਨ ਮਰਜ਼ੀ ਦੀਆਂ ਸ਼ਰਤਾਂ ਤੇ ਦੂਜੇ ਬੰਦੇ ਨੂੰ, ਦੂਜੀ ਪਾਰਟੀ ਨੂੰ ਨਹੀਂ ਮਨਾ ਕੇ ਤੁਰ ਸਕਦਾ ਹੈਗਾ। ਇਹ ਹਾਲਤ ਅੱਜ ਕੱਲ੍ਹ ਜਗਮੀਤ ਸਿੰਘ ਬਰਾੜ ਦੀ ਹੈ। ਜਿਵੇਂ ਸ਼ਬਦੀਪ ਜੀ ਨੇ ਦੱਸਿਆ, ਵਾਕਿਆ ਹੀ ਉਦੋਂ ਇਹਨਾਂ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਸੀ। ਪਾਰਲੀਮੈਂਟ ਦੇ ਵਿੱਚ ਜਦੋਂ ਕਿਸੇ ਦੀ ਜ਼ਰੂਰਤ ਨਹੀਂ ਸੀ, ਕੇਂਦਰੀ ਲੀਡਰਸ਼ਿਪ ਜਿਹੜੀ ਕਾਂਗਰਸੀ ਉਹਦੇ ਨੂੰ ਕੋਈ ਟੁੰਬਵੀਆਂ ਗੱਲਾਂ ਕਹਿ ਸਕੇ ਪੰਜਾਬ ਦੇ ਬਾਰੇ ਚ, ਇਹ ਕਹਿੰਦੇ ਸੀ। ਔਰ ਉਹੀ ਚੀਜ਼ਾਂ ਨੇ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਕੁਝ ਵਕਤੀ ਤੌਰ ਤੇ ਬਹੁਤ ਲੋਕਾਂ ਦੀ ਵਾਹਵਾ ਮਿਲੀ ਸੀ। ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ ਅਮਰਿੰਦਰ ਸਿੰਘ ਦੇ ਮੁਕਾਬਲੇ ਦੇ ਵਿੱਚ ਕੋਈ ਇੱਕ ਹੋਰ ਨਵਾਂ ਲੀਡਰ ਹੈ ਜਿਹੜਾ ਪੰਜਾਬ ਦੇ ਲੋਕਾਂ 'ਚ ਛਾ ਜਾਏਗਾ। ਉਹ ਇੱਕ ਵਾਰੀ ਜਿਹੜੀ ਇਹਨਾਂ ਦੇ ਮਨ 'ਚ ਇੱਕ ਵੱਡਾ ਲੀਡਰ ਹੋਣ ਦੀ ਭਾਵਨਾ ਬਣੀ, ਉਹ ਭਾਵਨਾ ਤਾਂ ਮਨ 'ਚ ਨਿਕਲ ਨਹੀਂ ਰਹੀ, ਪਰ ਪਿੱਛੇ ਜਿਹੜੇ ਹੈਗੇ ਨਾਲ ਤੁਰਨ ਵਾਲੇ ਲੋਕ ਜਿਹੜੇ ਹੈਗੇ ਉਹ ਇਹਨਾਂ ਨੂੰ ਲੱਭ ਨਹੀਂ ਰਹੇ ਹੈਗੇ। ਇਸੇ ਕਰਕੇ ਨਹੀਂ ਤਾਂ ਇੰਨੇ ਪੁਰਾਣੇ ਲੀਡਰ ਨੂੰ ਕਾਂਗਰਸ ਦੀ ਕਦੇ ਜ਼ਰੂਰਤ ਨਹੀਂ ਸੀ ਹੋ ਸਕਦੀ ਕੋ ਬਿਲਕੁਲ ਜਿਵੇਂ ਕਹੀਦਾ ਕਿ ਧੋ ਕੇ ਬਿਠਾਲਤਾ ਪਰਾਂ ਕਰਕੇ, ਉਹ ਨਹੀਂ ਕਰ ਸਕਦੇ ਸੀ ਜੇ ਇਹਨਾਂ ਦੀ ਫੋਲੋਇੰਗ ਹੁੰਦੀ। ਤੇ ਫੋਲੋਇੰਗ ਨਾ ਹੋਣ ਕਰਕੇ ਹੀ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਇਹ ਮਤਲਬ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਾਫੀ ਵੱਡਾ ਲੀਡਰ ਹਾਂ, ਪਰ ਨਹੀਂ ਉਹਨਾਂ ਨੇ ਇਹਨਾਂ ਨੂੰ ਨੇੜੇ ਲਾਇਆ। ਜਦੋਂ ਤੱਕ ਇਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਮੈਂ ਬਿਨਾਂ ਸ਼ਰਤ ਸਪੋਰਟ ਕਰਨ ਨੂੰ ਤਿਆਰ ਹਾਂ, ਤੇ ਮੇਰਾ ਗੱਲ ਇਸ ਇਹਨਾਂ ਦੀ ਗੱਲ ਦਾ ਵੀ ਉਹਨਾਂ ਨੇ ਬਹੁਤਾ ਮੁੱਲ ਨਹੀਂ ਪਾਇਆ ਹੈਗਾ। ਉੱਥੋਂ ਹੁਣ ਇਹਨਾਂ ਦੀ ਸਿਆਸੀ ਸੂਝ ਜਿਹੜੀ ਕਿਤੇ ਬਿਲਕੁਲ ਜਿਹੜੀ ਬੁਖਲਾ ਗਈ ਲੱਗਦੀ ਹੈ। ਇੱਕ ਪਾਰਟੀ ਨੂੰ ਤੁਸੀਂ ਸਪੋਰਟ ਕਰਨੀ ਚਾਹੁੰਦੇ ਹੋ, ਇੱਕ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਕਿ ਜਿਵੇਂ ਮਮਤਾ ਬੈਨਰਜੀ ਨੂੰ ਮੰਨਦੇ ਨੇ ਕਿ ਸਾਡਾ ਲੀਡਰ ਹੈ, ਦੂਜੇ ਪਾਸੇ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹ ਮੰਨਦੇ ਨੇ ਕਿ ਅਸੀਂ ਦੋਹਾਂ ਦੀ ਆਪਸ ਦੇ ਵਿੱਚ ਸਾਂਝ ਹੈ, ਅਸੀਂ ਵਿਚਾਰਤਕ ਤੌਰ ਤੇ ਕੇਂਦਰੀ ਸਰਕਾਰ ਤੋਂ ਵਿਰੁੱਧ ਇਕੱਠੀਆਂ ਤੁਰਨੀਆਂ ਚਾਹੁੰਦੀਆਂ ਨੇ ਦੋਵੇਂ ਪਾਰਟੀਆਂ।
ਫਿਰ ਉਹ ਆਮ ਆਦਮੀ ਪਾਰਟੀ ਦੇ ਬਾਗੀ ਲੋਕਾਂ ਨੂੰ, ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਪੈਸੇ ਲੈਣ ਦੇ ਦੋਸ਼ ਲਾ ਰਹੇ ਨੇ, ਉਹਨਾਂ ਨੂੰ ਨਾਲ ਬਿਠਾ ਕੇ ਇੱਕ ਪਾਸੇ ਤਾਂ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਦੇ ਨੇ, ਤੇ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਬਾਰੇ ਕੀ ਵਿਚਾਰ ਹੈ, ਉਹ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਤੇ ਮਮਤਾ ਬੈਨਰਜੀ ਦੇ ਜੋ ਜਿਵੇਂ ਕਹਿਣਗੇ ਉਹਨਾਂ ਦੇ ਨਾਲ ਮੈਂ ਤੁਰਨ ਨੂੰ ਤਿਆਰ ਹਾਂ। ਕਦੇ ਇਹ ਕੋਈ ਗੱਲ ਮੰਨੇ ਜਾਣ ਵਾਲੀ ਹੈ ਜਿਸ ਪਾਰਟੀ ਨੂੰ ਤੁਸੀਂ ਜਿਵੇਂ ਪੰਜਾਬੀ 'ਚ ਕਹਿੰਦੇ ਹੋ ਛੱਜ 'ਚ ਪਾ ਕੇ ਛੱਟ ਰਹੇ ਹੋ ਕਿ ਇਹ ਪਾਰਟੀ ਦੇ ਵਿੱਚ ਕਰਪਟ ਲੋਕ ਨੇ, ਇਹ ਪੈਸੇ ਲੋਕਾਂ ਤੋਂ ਪੈਸੇ ਲੈ ਕੇ ਟਿਕਟਾਂ ਦੇ ਰਹੇ ਨੇ, ਉਸ ਪਾਰਟੀ ਨਾਲ ਤੁਰਿਆ ਵੀ ਜਾ ਸਕਦਾ ਹੈ। ਮੈਂ ਤਾਂ ਇੱਕ ਕਹਾਂਗਾ ਕਿ ਜੇ ਜਗਮੀਤ ਸਿੰਘ ਬਰਾੜ ਨੂੰ ਦੇਖ ਕੇ ਅੱਜ ਇਹ ਕਿਹਾ ਜਾ ਸਕਦਾ ਹੈ ਕਿ ਇੰਨਾ ਸਿਆਸੀ ਤੌਰ ਤੇ ਨਾ ਸਮਝ ਬੰਦਾ ਤੇ ਨਾਲ ਹੀ ਇੰਨਾ ਢੀਠ ਬੰਦਾ ਵੀ ਕੋਈ ਹੋ ਸਕਦਾ ਹੈ, ਉਹ ਫੇਰ ਜਿਸ ਬੰਦੇ ਨੂੰ ਛੱਜ 'ਚ ਪਾ ਕੇ ਛੱਡ ਕੇ ਬੇਈਮਾਨ ਕਹਿੰਦਾ ਉਹਦੇ ਨਾਲ ਤੁਰਨ ਦੀ ਹਾਮੀ ਵੀ ਭਰਦਾ। ਸੋ ਇਸ ਪੋਜੀਸ਼ਨ ਦੇ ਵਿੱਚ ਮੇਰਾ ਖਿਆਲ ਉਹ ਬਹੁਤ ਕੁਝ ਕਿਹਾ, ਤਕਰੀਬਨ ਸਿਆਸੀ ਤੌਰ ਤੇ ਕੱਲ ਦਾ ਪਤਾ ਨਹੀਂ ਪਰ ਅੱਜ ਲੱਗਦਾ ਉਹ ਸਭ ਕੁਝ ਗਵਾ ਚੁੱਕੇ ਨੇ। ਇਸ ਗੱਲ ਕਰਕੇ ਅੱਕੀ ਪਲਾਹੀ ਹੱਥ ਦੇ ਨਾਲ ਨਾਲ ਇੱਕ ਜਿਹੜੀ ਸ਼ਬਦੀਸ਼ ਜੀ ਨੇ ਮੁਹਾਵਰਾ ਵਰਤਿਆ, ਅਸੀਂ ਇਹ ਕਹਿ ਸਕਦੇ ਹਾਂ ਕਿ ਵਕਤੋਂ ਚੁੱਕੀ ਡੂਮਣੀ ਗਾਵੇ ਆਲ ਪਤਾਲ, ਇਹ ਜੀ ਪਲੇਟਫਾਰਮ ਤੇ ਆ ਕੇ ਖੜ ਗਏ ਨੇ ਜਗਮੀਤ ਸਿੰਘ ਬਰਾੜ। ਉਹਨੇ ਅੱਜ ਕੁਝ ਖਾਸ ਨਜ਼ਰ ਨਹੀਂ ਆਉਂਦਾ, ਕੀ ਕਰ ਲੈਣਗੇ ਕੱਲ ਬਾਰੇ ਕੁਝ ਪਤਾ ਨਹੀਂ। ਸੀਪੀ ਜੀ ਮੇਰੇ ਨਾਲ ਜੁੜ ਚੁੱਕੇ ਨੇ ਜੀ ਚੰਡੀਗੜ੍ਹ ਤੋਂ। ਸੀਪੀ ਜੀ ਸਵਾਗਤ ਹੈ ਤੁਹਾਡਾ ਵੀ ਭਗਤ ਦੀਆਂ ਖਬਰਾਂ ਦੇ ਵਿੱਚ। ਮਾਰਨਿੰਗ ਕੁਲਵੀਰ ਜੀ। ਸੀਪੀ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਜਗਮੀਤ ਬਰਾੜ ਸਾਹਿਬ ਦੀ ਕਿ ਉਹਨਾਂ ਨੇ ਤਰਮੂਲ ਕਾਂਗਰਸ ਵੱਲੋਂ 117 ਸੀਟਾਂ ਦੇ ਉੱਪਰ ਲੜਨ ਦੀ ਗੱਲ ਕਰ ਦਿੱਤੀ ਹੈ। ਜਿਹੜੇ ਕਾਂਗਰਸ ਤੇ ਅਕਾਲੀ ਦਲ ਦੇ ਖਿਲਾਫ ਜਿਹੜੇ ਲਗਾਤਾਰ ਬੋਲ ਰਹੇ ਸੀ ਔਰ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਿੱਸੇਦਾਰ ਬਣਾਂਗਾ ਤੇ ਵੋਟ ਜਿਹੜੀ ਹੈਗੀ ਆ ਵੰਡ ਨਹੀਂ ਹੋਣ ਦਿਆਂਗਾ ਤਾਂ ਕਿ ਉਹਨਾਂ ਦਾ ਬੰਦਾ ਕੋਈ ਜਿੱਤ ਨਾ ਜਾਵੇ, ਉਹਨਾਂ ਦਾ ਕੈਂਡੀਡੇਟ ਕੋਈ ਜਿੱਤ ਨਾ ਜਾਵੇ। ਆਪ ਹੀ ਉਹਨਾਂ ਨੇ 117 ਸੀਟਾਂ ਦੇ ਉੱਪਰ ਕੈਂਡੀਡੇਟ ਲਿਆਉਣ ਦੀ ਗੱਲ ਕਰ ਦਿੱਤੀ ਹੈ, 5 ਕੈਂਡੀਡੇਟ ਅਨਾਉਂਸ ਵੀ ਕਰ ਦਿੱਤੇ। ਕੀ ਲੱਗਦਾ ਤੁਹਾਨੂੰ ਜਗਮੀਤ ਬਰਾੜ ਹੋਣਾ ਤੋਂ? ਬਿਲਕੁਲ ਕੁਲਵੀਰ ਜੀ, ਦੇਖੋ ਅੱਜ ਤੋਂ 2-3 ਮਹੀਨੇ ਪਹਿਲਾਂ ਚੱਕ ਦੇ ਟੀਵੀ ਨੇ ਉਹਨਾਂ ਨਾਲ ਇੱਕ ਐਕਸਕਲੂਸਿਵ ਇੰਟਰਵਿਊ ਕੀਤੀ ਸੀ ਜਿੱਥੇ ਕੁਝ ਐਦਾਂ ਦੇ ਕੁਐਸਚਨ ਉਠਾਏ ਗਏ ਸੀ ਮੇਰੇ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਜਦੋਂ ਕੇਜਰੀਵਾਲ ਸਾਹਿਬ ਨੂੰ ਨਵਾਂ ਮਹਾਤਮਾ ਗਾਂਧੀ ਕਿਹਾ ਸੀਗਾ, ਕੁਝ ਐਦਾਂ ਦੀਆਂ ਟਰਮਸ ਵੀ ਯੂਜ਼ ਕੀਤੀਆਂ ਸੀ ਉਹਨਾਂ ਨੇ ਆਪ ਦੇ ਸਪੋਰਟ ਦੇ ਵਿੱਚ, ਉਹ ਉੱਥੇ ਸਾਰੀਆਂ ਡਿਸਕਸ ਕੀਤੀਆਂ ਗਈਆਂ ਸੀਗੀਆਂ। ਪਰ ਜਦੋਂ ਕੱਲ ਉਹਨਾਂ ਨੇ ਕਾਨਫਰੰਸ ਕੀਤੀ ਔਰ ਸਾਰੇ ਦੇ ਸਾਰੇ 117 ਸੀਟਾਂ ਤੇ ਕੈਂਡੀਡੇਟ ਅਨਾਉਂਸ ਕਰਨ ਦੀ ਗੱਲ ਕੀਤੀ ਔਰ ਆਮ ਆਦਮੀ ਪਾਰਟੀ ਔਰ ਖਾਸ ਕਰ ਕੇਜਰੀਵਾਲ ਬਾਰੇ ਪੰਡੋਰਾ ਬਾਕਸ ਖੋਲਣ ਦੀ ਗੱਲ ਕੀਤੀ, ਤਾਂ ਉਦੋਂ ਮੈਂ ਉਹਨਾਂ ਨੂੰ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਉਹ ਨਵਾਂ ਮਹਾਤਮਾ ਗਾਂਧੀ ਕਿੱਥੇ ਹੈ। ਤਾਂ ਉਹਨਾਂ ਨੇ ਇਸ ਕੁਐਸਚਨ ਦੇ ਉੱਪਰ ਬਿਲਕੁਲ ਵੀ ਨਹੀਂ ਆਏ ਔਰ ਇਸ ਚੀਜ਼ ਨੂੰ ਲੇਟਰ ਔਨ ਗੱਲ ਕਰਨ ਬਾਰੇ ਕਹਿ ਦਿੱਤਾ। ਕੁਲਵੀਰ ਜੀ, ਇਸ ਪੂਰੇ ਦੇ ਸੀਨ ਤੋਂ ਜੇ ਇਹ ਦੇਖੀਏ, ਜਗਮੀਤ ਬਰਾੜ ਦਾ ਜਿਹੜਾ ਅਕਸ ਹੈ ਜਾਂ ਕੈਰੀਅਰ ਹੈ, ਪੋਲੀਟੀਕਲ ਕੈਰੀਅਰ ਹੈ, ਬਹੁਤ ਲੰਬਾ ਹੈ ਔਰ ਮੈਨੂੰ ਪਤਾ ਨਹੀਂ, ਸਮਝ ਨਹੀਂ ਆ ਰਹੀ ਕਿ ਇਸ ਤਰ੍ਹਾਂ ਦੇ ਡਿਸੀਜਨਸ ਜਿਹੜੇ ਜਗਮੀਤ ਬਰਾੜ ਜੀ ਹੁਣ ਲੈ ਰਹੇ ਨੇ ਉਹ ਉਹਨਾਂ ਦਾ ਉਹਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਨੇ ਕਿ ਕੀ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈ, ਕੀ ਉਹ ਬੰਦਾ ਨਹੀਂ ਜੱਜ ਕਰ ਸਕਦੇ, ਜਾਂ ਉਹਨਾਂ ਦੀਆਂ ਟਰਮਸ ਇਦਾਂ ਦੀਆਂ, ਕੰਡੀਸ਼ਨਸ ਇਦਾਂ ਦੀਆਂ ਜਿਹਦੇ ਉੱਪਰ ਅਲਾਈਅੰਸ ਵਾਲੀ ਪਾਰਟੀ ਜਿਹੜੀ ਹੈ ਉਹ ਉੱਥੇ ਉਹਨਾਂ ਨੂੰ ਐਗਰੀ ਨਹੀਂ ਹੁੰਦੀ। ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕ ਇਨਸਾਫ ਪਾਰਟੀ ਬੈਂਸ ਬ੍ਰਦਰਜ਼ ਨਾਲ ਅਲਾਈਅੰਸ ਕੀਤਾ ਹੋਇਆ ਸੀਗਾ ਔਰ ਥੋੜੇ ਦਿਨ ਪਹਿਲਾਂ ਉਹਨਾਂ ਨੇ ਕੁਝ ਬੰਦੇ ਉਹਦੇ ਵਿੱਚ ਸ਼ਮੂਲੀਅਤ ਕਰਵਾਏ। ਉੱਥੇ ਸੰਜੇ ਸਿੰਘ ਨੇ ਸਾਫ਼ ਇਹ ਕਿਹਾ ਸੀ ਕਿ ਜਿਹੜਾ ਪਾਰਟੀਆਂ ਨਾਲ ਜਾਂ ਜਿਹੜੇ ਸੰਗਠਨਾਂ ਨਾਲ ਆਮ ਆਦਮੀ ਪਾਰਟੀ ਅਲਾਈਅੰਸ ਕਰੇਗੀ ਉਹ ਕੁਝ ਕੈਂਡੀਡੇਟਸ ਉਹਨਾਂ ਦੇ ਆਪਣੇ ਹੋਣਗੇ ਔਰ ਕੁਝ ਕੈਂਡੀਡੇਟਸ ਤੇ ਆਪ ਦੇ ਸਿੰਬਲ ਤੋਂ ਚੋਣ ਲੜੀ ਜਾਏਗੀ। ਸੋ ਮੇਰਾ ਖਿਆਲ ਆਮ ਆਦਮੀ ਪਾਰਟੀ ਅਲਾਈਅੰਸ ਦੇ ਰੂਲਸ ਦੇ ਉੱਪਰ ਬਿਲਕੁਲ ਕਲੀਅਰ ਹੈ, ਪਰ ਜਗਮੀਤ ਬਰਾੜ ਜੀ ਦੇ ਕੇਸ ਦੇ ਵਿੱਚ ਮੈਨੂੰ ਨਹੀਂ ਪਤਾ ਅੰਦਰ ਖਾਤੇ ਕੀ ਹੋਇਆ ਔਰ ਕੀ ਇਹਨਾਂ ਦੀ ਸੈਟਿੰਗਸ ਦੇ ਵਿੱਚ ਪ੍ਰੋਬਲਮ ਆਈ ਹੈ। ਜਿਹੜੇ ਜਗਮੀਤ ਬਰਾੜ ਅੱਜ ਤੋਂ 2 ਮਹੀਨੇ ਪਹਿਲਾਂ ਕੇਜਰੀਵਾਲ ਸਾਹਿਬ ਦੇ ਗੁਣ ਗਾਉਂਦੇ ਸੀਗੇ, ਉਹ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਬਿਲਕੁਲ ਖਿਲਾਫ ਬੋਲਦੇ ਨਜ਼ਰ ਆਏ ਔਰ 117 ਸੀਟਾਂ ਤੇ ਤ੍ਰਿਣਮੂਲ ਕਾਂਗਰਸ ਦੇ ਕੈਂਡੀਡੇਟ ਅਨਾਉਂਸ ਕਰਨਾ ਔਰ ਇਹ ਗੱਲ ਕਰਨੀ, ਕਿਉਂਕਿ ਕੱਲ 5 ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰ ਦਿੱਤੇ, ਬਾਕੀ ਹਲੇ ਪੈਂਡਿੰਗ ਨੇ, ਉਸ ਚੀਜ਼ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਉਹ ਕਲੈਸ਼ ਜਿਹੜਾ ਉਹ ਸ਼ੁਰੂ ਹੋ ਗਿਆ। ਔਰ ਆਈ ਥਿੰਕ ਉਹਨਾਂ ਨੇ ਕੱਲ ਛੋਟੀ ਜਿਹੀ ਗੱਲ ਇਹ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਝ ਗੱਲਾਂ ਇਦਾਂ ਦੀਆਂ ਕਿ ਜਿਹਦੇ ਉੱਪਰ ਕੇਜਰੀਵਾਲ ਸਾਹਿਬ ਬੈਕਆਊਟ ਕਰ ਗਏ ਔਰ ਉਹਨਾਂ ਨੂੰ ਪਸੰਦ ਨਹੀਂ ਆਈਆਂ। ਸੋ ਜੇ ਚੀਜ਼ਾਂ ਇਹ ਬਾਅਦ ਚ ਉੱਭਰਨੀਆਂ ਤਾਂ ਕੀ ਅਸੀਂ ਇੰਨਾ ਪੋਲੀਟੀਕਲ ਕੈਰੀਅਰ ਲੰਘਾਉਣ ਤੋਂ ਬਾਅਦ
ਫਿਰ ਵੀ ਅਸੀਂ ਕਿਸੇ ਪਰਸਨ ਨੂੰ ਜੱਜ ਨਹੀਂ ਕਰ ਸਕਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਸਟੇਟ ਨੂੰ ਮੈਨੂੰ ਨਹੀਂ ਲੱਗਦਾ ਇੱਥੇ ਜੱਜਮੈਂਟ ਦਾ ਚੱਕਰ ਆ। ਮੈਨੂੰ ਲੱਗਦਾ ਇੱਥੇ ਸਾਰੇ ਦਾ ਸਾਰਾ ਨੈਗੋਸ਼ੀਏਸ਼ਨ ਦਾ ਚੱਕਰ ਆ, ਜੱਜਮੈਂਟ ਵਾਲਾ ਕੋਈ ਰੌਲਾ ਹੀ ਨਹੀਂ ਲੱਗਦਾ। ਨਹੀਂ ਬਿਲਕੁਲ ਸਰ, ਨੈਗੋਸ਼ੀਏਸ਼ਨ ਦੀ ਗੱਲ ਬਿਲਕੁਲ ਹੋਈ ਹੈ, ਲੇਕਿਨ ਨੈਗੋਸ਼ੀਏਸ਼ਨ ਦੇ ਬਾਅਦ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ, ਗੱਲ ਉੱਥੇ ਆ ਗਈ ਕਿ ਤੁਸੀਂ ਜੱਜ ਹੀ ਨਹੀਂ ਕਰ ਪਾਉਂਦੇ ਉਸ ਬੰਦੇ ਨੂੰ ਕਿ ਉਹ ਡਿਕਟੇਟਰਸ਼ਿਪ ਕਰ ਰਿਹਾ ਜਾਂ ਉਹ ਡੈਮੋਕ੍ਰੇਸੀ ਦੇ ਵਿੱਚ ਰੂਲ ਕਰੇਗਾ। ਸੋ ਕਿਤੇ ਨਾ ਕਿਤੇ ਕਲੈਸ਼ ਜ਼ਰੂਰ ਨਜ਼ਰ ਆ ਗਿਆ। ਆਪਾਂ ਜੇ ਗੱਲ ਕਰੀਏ ਕਿ ਉਹਨਾਂ ਨੇ ਦਾਅਵਾ ਕੀਤਾ ਕਿ 40,000 ਵਲੰਟੀਅਰ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਹੈਗੇ ਨੇ ਉਹ ਐਕਟਿਵ ਨੇ ਔਰ ਆਮ ਆਦਮੀ ਪਾਰਟੀ ਦੀ ਮਦਦ ਲਈ ਤਿਆਰ ਸੀ ਜਾਂ ਮਦਦ ਕਰ ਰਹੇ ਸੀ, ਜਿਹੜੇ ਕਿ ਹੁਣ ਉਹ ਤ੍ਰਿਣਮੂਲ ਕਾਂਗਰਸ ਲਈ ਕੰਮ ਕਰਨਗੇ। ਸਭ ਤੋਂ ਵੱਡੀ ਗੱਲ ਆ, ਮੈਨੂੰ ਤਾਂ ਇੱਦਾਂ ਲੱਗਦਾ ਕਿ 1 ਮਹੀਨੇ ਦੇ ਵਿੱਚ 117 ਜਗ੍ਹਾ ਦੇ ਉੱਪਰ ਕੈਂਡੀਡੇਟ ਲੱਭਣਾ ਹੀ ਜਗਮੀਤ ਬਰਾੜ ਲਈ ਇੱਕ ਬਹੁਤ ਵੱਡਾ ਇਸ਼ੂ ਹੋਵੇਗਾ। ਅਜੀਤ ਜੀ, ਬਿਲਕੁਲ ਇਸ਼ੂ ਹੋਏਗਾ ਜੀ। ਜਦੋਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਔਰ ਤਕਰੀਬਨ 6 ਕੁ ਦਿਨ ਤੋਂ ਬਾਅਦ ਲੋਕਾਂ ਨੇ ਪਰਚੇ ਭਰਨੇ ਸ਼ੁਰੂ ਕਰ ਦੇਣੇ ਨੇ ਕੈਂਡੀਡੇਟ। 11 ਤਰੀਕ ਤੋਂ ਪਰਚੇ ਭਰ ਹੋ ਜਾਣੇ ਜੀ। ਉਹੀ ਜੀ 5 ਤਰੀਕ ਨੂੰ ਉਹਨਾਂ ਨੇ ਕੀਤਾ, 6 ਦਿਨ ਬਣਦੇ ਨੇ, ਤੇ ਉਹਦੇ ਵਿੱਚ ਉਹ 117 ਸੀਟਾਂ ਤੇ ਨਾ ਤਾਂ ਇਹ ਗੱਲ ਉਹਨਾਂ ਨੇ ਕਹੀ ਜ਼ਰੂਰ ਹੈ, ਪਰ ਇਹ ਚੀਜ਼ ਜੱਚਦੀ ਨਹੀਂ ਕਿ ਇਹ ਕੁਝ ਕੀਤਾ ਜਾ ਸਕਦਾ। ਤੇ ਜੇ ਤੁਸੀਂ ਭਰ ਵੀ ਦਿਓ ਪਰਚੇ, ਉਹਨਾਂ ਵਾਸਤੇ ਇਨਫਰਾਸਟ੍ਰਕਚਰ ਖੜਾ ਕਰਨਾ, ਸਾਰੇ ਲੋਕਾਂ 'ਚ ਜਾਣਾ, ਇਹ ਸਾਰੀਆਂ ਚੀਜ਼ਾਂ ਆਲਮੋਸਟ ਇੰਪੋਸੀਬਲ ਨੇ। ਸਿਰਫ ਉਹਨਾਂ ਨੇ ਆਪਣੀ ਹੋਂਦ ਇੱਕ ਜਿਤਾਉਣ ਵਾਸਤੇ ਸਾਰਾ ਕੁਝ ਕੀਤਾ, ਪਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਉਹ ਇਸ ਵਕਤ ਕੁਝ ਪ੍ਰਾਪਤੀ ਕਰ ਸਕਦੇ ਨੇ। ਉਹਨਾਂ ਦੇ ਇੱਕ ਕੈਂਡੀਡੇਟ ਬਾਰੇ ਤਾਂ ਮੈਂ ਜਾਣਦਾ ਵੀ ਹੈਗਾ, ਜਿਹੜਾ ਫਤਿਹਗੜ੍ਹ ਸਾਹਿਬ ਤੋਂ ਨੇ, ਉਹ 3 ਵਾਰੀ ਜਿਹੜੇ ਹੈਗੇ ਨੇ ਹਰਬੰਸ ਲਾਲ ਜੀ MLA ਰਹਿ ਲਏ ਨੇ, ਡਾਕਟਰ ਹਰਬੰਸ ਲਾਲ। ਤੇ ਹੁਣ ਅੱਜ ਉਹ ਇਹਨਾਂ ਦੇ ਨਾਲ ਕਿੰਨੇ ਕੁ ਸਹਾਈ ਹੋ ਸਕਦੇ ਨੇ, ਮੈਨੂੰ ਬਹੁਤਾ ਉਹਦੇ ਵਿੱਚ ਕੋਈ ਬਹੁਤਾ ਜਿਵੇਂ ਕਹਿੰਦੇ ਤਾਕਤ ਨਜ਼ਰ ਨਹੀਂ ਆਉਂਦੀ ਜਾਂ ਕੋਈ ਪ੍ਰਾਪਤੀ ਨਜ਼ਰ ਨਹੀਂ ਆਉਂਦੀ। ਸੋ ਮੈਨੂੰ ਨਹੀਂ ਇਹ ਲੱਗਦਾ ਕਿ ਇੱਕ ਉਹ ਆਪਣੀ ਹੋਂਦ ਜਿਤਾ ਰਹੇ ਨੇ ਕਿ ਜਗਮੀਤ ਸਿੰਘ ਬਰਾੜ ਵੀ ਇੱਕ ਪਾਰਟੀ ਦਾ ਪ੍ਰਧਾਨ ਹੈ ਤੇ ਚੋਣ ਦੇ ਵਿੱਚ ਹਿੱਸਾ ਲੈ ਰਿਹਾ, ਪਰ ਰਹੀ 40,000 ਦੀ ਗੱਲ, ਦੇਖਦੇ ਆ ਕਿ ਉਹ 40,000 ਵੋਟ ਵੀ ਲੈ ਜਾਂਦੇ ਨੇ ਕਿ ਨਹੀਂ। ਵਲੰਟੀਅਰ ਤਾਂ ਇੱਕ ਵੱਡੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਕਿ ਇੱਕ ਬੁਖਲਾਈ ਹੋਈ ਜਿਹੜੀ ਬੰਦੇ ਦੀ ਪ੍ਰਤੀਕਿਰਿਆ ਹੁੰਦੀ ਹੈ ਜਾਂ ਰੋਸ ਪਏ ਬੰਦੇ ਦੀ ਪ੍ਰਤੀਕਿਰਿਆ ਹੁੰਦੀ ਹੈ, ਇਹੋ ਜੀ ਗੱਲਾਂ ਮੈਨੂੰ ਉਹਨਾਂ ਦੀਆਂ ਲੱਗ ਰਹੀਆਂ ਨੇ। ਜੀ ਸ਼ਬਦੀਪ ਜੀ, 40,000 ਵਲੰਟੀਅਰ ਦੀ ਗੱਲ ਕਰਦੇ ਨੇ, 117 ਸੀਟਾਂ ਦੇ ਉੱਪਰ ਚੋਣ ਲੜਨ ਦੀ ਗੱਲ ਕਰਦੇ ਨੇ, ਔਰ ਜਿਹੜੀ ਅਗਲੀ ਲਿਸਟ ਹੈਗੀ ਆ ਉਹ ਕਹਿੰਦੇ ਆ 9-10 ਤਰੀਕ ਤੱਕ ਜਿਹੜੀ ਹੈਗੀ ਆ ਉਹ ਲਿਸਟ ਵੀ ਜਾਰੀ ਕਰ ਦੇਣਗੇ। ਦਾਅਵੇ ਵੀ ਉਹਦੇ 'ਚ ਇੱਦਾਂ ਦੇ ਕੀਤੇ ਜਾ ਰਹੇ ਕਿ ਦਲਿਤ ਫਰੰਟ ਨੂੰ ਹੋਰ ਸੀਟਾਂ ਦਿੱਤੀਆਂ ਜਾਣਗੀਆਂ, ਕਿਉਂਕਿ ਪਹਿਲੀ 5 ਦੀ ਲਿਸਟ ਹੈਗੀ ਆ ਉਹਦੇ ਵਿੱਚ ਵੀ ਦਲਿਤ ਭਾਈਚਾਰੇ ਨੂੰ ਜਿਹੜੀ ਹੈਗੀ ਆ ਪ੍ਰੈਜ਼ੈਂਸ ਦਿੱਤੀ ਗਈ ਆ। ਹੁਣ ਉਹਨਾਂ ਦਾ ਕਹਿਣਾ ਕਿ ਦਲਿਤ ਭਾਈਚਾਰੇ ਦੇ ਜਿਹੜੇ ਚਾਰੋਂ ਸਮੂਹ ਹੈਗੇ ਨੇ, ਚਾਹੇ ਉਹ ਮਜ਼੍ਹਬੀ ਸਿੱਖ ਹੋਣ, ਚਾਹੇ ਰਵਿਦਾਸੀਏ ਸਿੱਖ ਹੋਣ ਜਾਂ ਰਮਦਾਸੀਏ ਹੋਣ, ਜਾਂ ਹੋਰ ਭਾਈਚਾਰੇ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਰੱਖਦੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਤਰੀਕੇ ਦੀਆਂ ਗੱਲਾਂ ਵੀ ਉਹ ਕਰ ਰਹੇ ਨੇ। ਔਰ ਨਾਲ ਹੀ ਨਾਲ ਉਹਨਾਂ ਤੋਂ ਜਦੋਂ ਇੱਕ ਸਵਾਲ ਪੁੱਛਿਆ ਗਿਆ, ਉਹ ਆਪ ਇਲੈਕਸ਼ਨ ਲੜਨਾ ਵੀ ਨਹੀਂ ਚਾਹ ਰਹੇ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜਗਮੀਤ ਬਰਾੜ ਇਹ ਸਭ ਕੁਝ ਕਰ ਰਹੇ ਆ, 40,000 ਵਲੰਟੀਅਰਸ ਦਾ ਦਾਅਵਾ ਕਰਨ ਵਾਲੇ ਜਗਮੀਤ ਬਰਾੜ 117 ਸੀਟਾਂ ਦੇ ਉੱਪਰ ਆਪਣੇ ਕੈਂਡੀਡੇਟ ਲੱਭ ਵੀ ਸਕਣਗੇ? ਕੁਲਬੀਰ ਜੀ, ਕੋਈ ਬੰਦਾ ਜੇ ਇਹ ਦਾਅਵਾ ਕਰੇ ਕਿ ਮੇਰੇ ਨਾਲ 40,000 ਦੀ ਮੈਂਬਰਸ਼ਿਪ ਹੈ ਪਾਰਟੀ ਦੀ, ਤਾਂ ਗੱਲ ਸਮਝ ਆ ਸਕਦੀ ਹੈ ਕਿਸੇ ਹੱਦ ਤੱਕ। ਜੇ ਕੋਈ ਬੰਦਾ ਇਹ ਕਹੇ ਕਿ ਮੇਰੇ ਕੋਲ 40,000 ਵਲੰਟੀਅਰ ਨੇ, ਤਾਂ ਇਹਦਾ ਅਰਥ ਇਹ ਬਣਦਾ ਕਿ ਉਹ ਪੰਜਾਬ ਦੇ ਵਿੱਚ ਕਾਫੀ ਵਿਸ਼ਾਲ ਪਾਰਟੀ ਹੈ। 40,000 ਵਲੰਟੀਅਰ ਹੋਣਾ ਬਹੁਤ ਵੱਡੀ ਗੱਲ ਹੈ ਕਿਸੇ ਪਾਰਟੀ ਲਈ, ਪੰਜਾਬ ਵਰਗੀ ਇੱਕ ਛੋਟੀ ਜਿਹੀ ਸਟੇਟ ਦੇ ਵਿੱਚ, ਜਿੱਥੇ 12,000 ਦੇ ਕਰੀਬ ਸਾਡੇ ਕੋਲੇ ਪਿੰਡ ਨੇ, ਔਰ ਔਸਤਨ ਜੇ ਤੁਸੀਂ ਕੱਢੋ ਤੇ 4 ਵਲੰਟੀਅਰ ਤੁਹਾਨੂੰ ਹਰ ਪਿੰਡ ਦੇ ਵਿੱਚ ਬਣ ਜਾਂਦੇ ਨੇ। ਔਰ ਜੇ ਕਿਸੇ ਕੋਲੇ ਸੱਚਮੁੱਚ 4 ਵਲੰਟੀਅਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਹੋਣ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਨੂੰ ਕੋਈ ਸੰਕਟ ਪੈਦਾ ਹੋ ਸਕਦਾ। ਪਰ ਗੱਲ ਬੁਨਿਆਦੀ ਤੌਰ ਤੇ ਉਹੀ ਹੈ ਕਿ ਮੇਰੀ ਕੁਲਬੀਰ ਜੀ ਫੋਨ ਲਾਈਨ ਕੱਟੀ ਗਈ ਹੈ, ਮੈਂ ਇਸ ਕਰਕੇ ਆਪਣੀ ਗੱਲ ਖਤਮ ਕਰ ਰਿਹਾ। ਤੁਸੀਂ ਪਲੀਜ਼ ਉਹਨਾਂ ਚਿਰ ਦੂਸਰੇ ਕਿਸੇ ਦੋਸਤ ਨੂੰ ਕੰਟੀਨਿਊ ਕਰੋ। ਸੀਪੀ ਜੀ, ਤੁਸੀਂ ਪਲੀਜ਼ ਟੇਕ ਓਵਰ ਕਰ ਲਓ। ਮੈਂ ਸ਼ਬਦੀਪ ਜੀ ਵੱਲ ਦੁਬਾਰਾ ਜਾਵਾਂਗਾ, ਟੈਕਨੀਕਲ ਟੀਮ ਨੂੰ ਕਹਾਂਗਾ ਕਿ ਸ਼ਬਦੀਪ ਜੀ ਦੀ ਜਿਹੜੀ ਲਾਈਨ ਹੈਗੀ ਹੈ ਦੁਬਾਰਾ
ਕਨੈਕਟ ਕਰ ਦਿੱਤੀ ਜਾਵੇ ਤਾਂ ਕਿ ਉਦੋਂ ਜੀ, ਸਾਡੀ ਜੀ। ਆਵਾਜ਼ ਸੁਣ ਸਕਣ। ਸੀਪੀ ਜੀ, ਤੁਹਾਨੂੰ ਕੀ ਲੱਗਦਾ ਬਿਲਕੁਲ। ਕਿ ਵਾਕਿਆ ਹੀ 40,000 ਬਿਲਕੁਲ। ਵਲੰਟੀਅਰਸ ਦਾ ਦਾਅਵਾ ਕਰਨ ਵਾਲੇ ਜਗਮੀਤ ਬਰਾੜ ਜੀ ਦੀ ਇਸ ਗੱਲ ਵਿੱਚ ਕੋਈ ਸੱਚਾਈ, ਕੋਈ ਦਮ ਹੈ? 117 ਸੀਟਾਂ ਲਈ ਕੈਂਡੀਡੇਟ ਲੱਭ ਵੀ ਲੈਣਗੇ ਉਹ 1 ਮਹੀਨੇ ਦੇ ਵਿੱਚ? ਕੁਲਬੀਰ ਜੀ, ਬਹੁਤ ਔਖਾ ਹੈ। ਕੱਲ ਵੀ ਇਦਾਂ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ। ਦੇਖੋ, ਮੈਂ ਸ਼ਬਦੀਪ ਜੀ ਦੀ ਗੱਲ ਤੋਂ ਅੱਗੇ ਕੰਟੀਨਿਊ ਕਰਦਾ। 40,000 ਜੇ ਤੁਹਾਡੇ ਕੋਲ ਵਲੰਟੀਅਰਸ ਹੈਗੇ ਨੇ, ਜੇ ਅਸੀਂ ਪਿੰਡਾਂ ਦੀ ਐਗਰੀਗੇਸ਼ਨਸ ਲਾਈਏ, ਪਿੰਡਾਂ ਦੀ ਕੈਲਕੂਲੇਸ਼ਨ ਕਰੀਏ ਤਾਂ 4 ਵਲੰਟੀਅਰ ਪਰ ਪਿੰਡ ਆਉਂਦੇ ਨੇ, ਔਰ ਆਈ ਥਿੰਕ ਇਹ ਕਿਸੇ ਪਾਰਟੀ ਲਈ ਸਫੀਸ਼ੀਐਂਟ ਹੁੰਦੇ ਆ। ਪਰ ਦੇਖੋ, ਵਲੰਟੀਅਰਸ 40,000 ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ। 117 ਜਿਹੜੇ ਕੈਂਡੀਡੇਟ ਹੈ ਉਹ ਆਈ ਥਿੰਕ ਇਹਨਾਂ ਲਈ ਲੱਭਣਾ ਇਹਨਾਂ ਦੇ ਗਲੇ ਦੀ ਹੱਡੀ ਬਣ ਜਾਣੀ ਹੈ। ਕਿਉਂਕਿ ਤੁਸੀਂ ਦੇਖੋ, ਮੋਗੇ ਤੋਂ ਵਿਜੇ ਸਾਥੀ ਨੂੰ ਦਿੱਤੀ ਹੈ, ਜਿਹੜਾ ਕਿ ਵਿਜੇ ਸਾਥੀ ਦਾ ਕੈਰੀਅਰ ਵੀ ਜਿਹੜਾ ਬਹੁਤ ਪੁਰਾਣਾ ਹੈ ਔਰ ਐਕਸਪੀਰੀਅੰਸ ਬੰਦੇ ਨੇ, ਲੇਕਿਨ ਉਹਨਾਂ ਦਾ ਵੀ ਕੈਰੀਅਰ ਦੇਖੋ ਤਾਂ ਉਹ ਆਉਂਦੇ ਜਾਂਦੇ ਰਹੇ ਨੇ ਪਾਰਟੀਆਂ ਦੇ ਵਿੱਚ। ਇਦਾਂ ਦੇ ਕੈਂਡੀਡੇਟ ਅਗਰ ਉਹ ਲੱਭਣਗੇ ਔਰ ਇਦਾਂ ਦੇ ਕੈਂਡੀਡੇਟਸ ਨੂੰ ਅਗਰ ਉਹ ਟਿਕਟ ਦੇਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਵਧੀਆ ਅਕਸੋ ਆਪਣਾ ਬਣਾ ਪਾਣਗੇ। ਪਹਿਲਾ ਕੁਐਸਚਨ ਤਾਂ ਇਹੀ ਖੜਾ ਹੁੰਦਾ ਹੈ ਕਿ 117 ਕੈਂਡੀਡੇਟ ਲੱਭਣ ਵਾਸਤੇ ਉਹਨਾਂ ਨੂੰ ਕਿੰਨੀ ਮੁਸ਼ਕਲ ਕਰਨੀ ਪੈਣੀ ਹੈ, ਔਰ ਸਭ ਤੋਂ ਵੱਡੀ ਗੱਲ ਹੈ ਟਾਈਮ ਜਿਹੜਾ ਉਹ ਇੰਨਾ ਘੱਟ ਹੈ, ਔਰ ਇੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਕਿਹੋ ਜਿਹੇ ਕੈਂਡੀਡੇਟ ਲੱਭ ਲਓਗੇ ਜਿਹੜੇ ਕਿ ਵੱਡੇ 3 ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮਾਤ ਪਾ ਦੇਣ। ਕੁਲਵੀਰ ਜੀ, ਬਹੁਤ ਔਖਾ ਹੈ। ਔਰ ਔਖਾ ਕੀ ਹੈ, ਮੈਨੂੰ ਤਾਂ ਇੰਪੋਸੀਬਲ ਜਿਹਾ ਲੱਗਦਾ ਹੈ, ਕਿਉਂਕਿ ਜਗਮੀਤ ਬਰਾੜ ਆਪਣੀ ਸੋਚ ਦੇ ਹਿਸਾਬ ਨਾਲ ਅਗਰ ਚੱਲਣਗੇ ਤਾਂ ਕੈਂਡੀਡੇਟ ਉਦਾਂ ਦੇ ਉੱਥੇ ਆਣਗੇ ਔਰ ਉਸ ਤਰ੍ਹਾਂ ਦੇ ਰਿਜ਼ਲਟ ਉਹਨਾਂ ਨੂੰ ਮਿਲਣਗੇ। ਸ਼ਬਦੀਪ ਜੀ ਮੇਰੇ ਨਾਲ ਦੁਬਾਰਾ ਜੁੜ ਚੁੱਕੇ ਨੇ। ਸ਼ਬਦੀਪ ਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਮੇਰੇ ਖਿਆਲ ਨਾਲ ਸ਼ਬਦੀਪ ਜੀ, ਜੇ 117 ਸੀਟਾਂ ਦੇ ਉੱਪਰ ਆਪਾਂ ਗੱਲ, ਅਗਲਾ ਸਵਾਲ ਵੀ ਨਾਲ ਹੀ ਲੈ ਲੈਂਦੇ ਹਾਂ, ਜੇ 117 ਸੀਟਾਂ ਦੇ ਉੱਪਰ ਉਹ ਕੈਂਡੀਡੇਟ ਲੱਭਣ ਵਿੱਚ ਕਾਮਯਾਬ ਵੀ ਹੋ ਜਾਂਦੇ ਆ, ਵੀ ਇੱਧਰੋਂ ਚੱਕ ਕੇ ਉੱਧਰੋਂ ਚੱਕ ਕੇ ਖੜੇ ਕਰਤੇ, ਮੇਰਾ ਖਿਆਲ ਆ 117 ਦੀ 117 ਜ਼ਮਾਨਤਾਂ ਜ਼ਬਤ ਹੋ ਸਕਦੀਆਂ। ਮੇਰਾ ਖਿਆਲ ਹੋਣਗੀਆਂ, ਪਰ ਅਸੀਂ ਇਸ ਗੱਲ 'ਚ ਨਾ ਬਹੁਤਾ ਜਾਈਏ ਕਿ ਜ਼ਮਾਨਤਾਂ ਜ਼ਬਤ ਹੁੰਦੀਆਂ ਕਿ ਨਹੀਂ। ਵੱਡੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਸਿਆਸੀ ਵਕਾਰ ਆ ਉਹ ਕਿਸ ਤਰ੍ਹਾਂ ਦਾ ਹੈ। ਬਹੁਤ ਵਾਰ ਸਾਡੇ ਦੇਸ਼ ਦੇ ਵਿੱਚ ਕਈ ਨੇਤਾ ਐਸੇ ਹੋਏ ਨੇ ਜਿਨ੍ਹਾਂ ਦਾ ਬਹੁਤ ਦੇਸ਼ ਦੇ ਵਿੱਚ ਵਿਸ਼ਾਲ ਪੱਧਰ ਦੇ ਉੱਤੇ ਪ੍ਰਭਾਵ ਨਾ ਵੀ ਹੋਵੇ ਸਿਆਸੀ ਖੇਤਰ ਦੇ ਵਿੱਚ, ਪਰ ਉਹਨਾਂ ਦਾ ਵਕਾਰ ਹਮੇਸ਼ਾ ਕਾਇਮ ਰਿਹਾ। ਸਾਡੇ ਦੇਸ਼ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵੀ ਹੋਏ ਨੇ, ਜਿਹੜੇ ਇੱਕ ਵਾਰ ਇੰਦਰਾ ਗਾਂਧੀ ਦੇ ਨਾਲ ਨਾਰਾਜ਼ ਹੋਏ, ਮੁੜ ਕੇ ਉਮਰ ਭਰ ਉਹਨਾਂ ਨੇ ਉਹਨਾਂ ਦੇ ਨਾਲ ਨਾਰਾਜ਼ਗੀ ਲਗਾਤਾਰ ਜਾਰੀ ਰੱਖੀ। ਬੇਸ਼ੱਕ ਉਹ ਸਿਰਫ ਆਪਣੀ ਸੀਟ ਤੋਂ ਜਿੱਤਦੇ ਸੀ, ਬਾਕੀ ਦੇਸ਼ ਦੇ ਵਿੱਚ ਉਹਨਾਂ ਦਾ ਕੋਈ ਬਹੁਤ ਵੱਡਾ ਪ੍ਰਭਾਵ ਨਹੀਂ ਸੀ। ਇਹਦੇ ਬਾਵਜੂਦ ਉਹਨਾਂ ਦਾ ਇੱਕ ਸਿਆਸੀ ਖੇਤਰ ਦੇ ਵਿੱਚ ਵਕਾਰ ਬਣਿਆ ਹੋਇਆ ਸੀ। ਮੈਂ ਕਦੇ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤ ਨਹੀਂ ਰਿਹਾ, ਅੱਜ ਵੀ ਸਹਿਮਤ ਨਹੀਂ ਹੈ, ਕਿਉਂਕਿ ਮੈਨੂੰ ਉਹਨਾਂ ਦੀ ਆਈਡੀਓਲੋਜੀ ਨਾਲ ਹੀ ਪ੍ਰੋਬਲਮ ਹੈ, ਕਿਉਂਕਿ ਮੈਂ ਵੰਨ ਸੁਵੰਨਤਾ ਵਾਲੇ ਦੇਸ਼ ਦੇ ਵਿੱਚ ਹਿੰਦੂਤਵ ਦੀ ਆਈਡੀਓਲੋਜੀ ਦੇ ਨਾਲ ਹੀ ਐਗਰੀ ਨਹੀਂ ਕਰਦਾ। ਪਰ ਇਹਦੇ ਬਾਵਜੂਦ ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਜਨਸੰਘ ਬਹੁਤ ਕਮਜ਼ੋਰ ਸੀ, ਉਸ ਤੋਂ ਬਾਅਦ ਜਨਸੰਘ ਨੂੰ ਤੋੜ ਕੇ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਬਾਅਦ ਦੇ ਵਿੱਚ RSS ਤੇ ਜਨਤਾ ਪਾਰਟੀ ਦੀ ਡਬਲ ਮੈਂਬਰਸ਼ਿਪ ਦੇ ਆਧਾਰ ਦੇ ਉੱਤੇ ਜਨਤਾ ਪਾਰਟੀ ਤੋਂ ਬਾਹਰ ਆ ਕੇ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ ਅਟਲ ਬਿਹਾਰੀ ਵਾਜਪਾਈ ਵੱਲੋਂ। ਇਹਨਾਂ ਸਾਰੇ ਕੁਝ ਦੇ ਬਾਵਜੂਦ ਅਟਲ ਬਿਹਾਰੀ ਵਾਜਪਾਈ ਬਿਨਾਂ ਕਿਸੇ ਤਾਕਤ ਤੋਂ, ਜਦੋਂ ਉਹਨਾਂ ਕੋਲੇ 2 MP ਵੀ ਨਹੀਂ ਸੀ ਬਣਦੇ, ਉਹ ਆਪਣੀ ਪਾਰਟੀ ਦੇ ਹੀ ਨਹੀਂ ਦੇਸ਼ ਦੇ ਪ੍ਰਮੁੱਖ ਨੇਤਾਵਾਂ ਦੇ ਵਿੱਚ ਗਿਣੇ ਜਾਂਦੇ ਸੀ। 1971 ਦੇ ਵਿੱਚ BJP ਤਾਂ ਸੀ ਨਹੀਂ, ਉਦੋਂ ਜਨਸੰਘ ਸੀ। ਜਨਸੰਘ ਦੀ ਕੋਈ ਬਹੁਤ ਵੱਡੀ ਸਿਆਸੀ ਸ਼ਾਖ ਨਹੀਂ ਸੀ। ਇਹਦੇ ਬਾਵਜੂਦ ਜੇ ਉਹਨਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬੰਗਲਾਦੇਸ਼ ਦੇ ਸਵਾਲ ਦੇ ਉੱਤੇ ਦੁਰਗਾ ਕਹਿ ਦਿੱਤਾ ਤਾਂ ਲੋਕਾਂ ਨੇ ਕਦੇ ਨਹੀਂ ਭੁਲਾਇਆ, ਕਿਉਂਕਿ ਉਹ ਵਾਜਪਾਈ ਦੇ ਕਹੇ ਹੋਏ ਸ਼ਬਦ ਸਨ। ਜੇ ਉਹੀ ਸ਼ਬਦ ਕਿਸੇ ਹੋਰ ਦੇ ਕਹੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਉਹ ਇਤਿਹਾਸ ਦੇ ਵਿੱਚੋਂ ਮੰਨਫੀ ਹੋ ਜਾਂਦੇ। ਜਗਮੀਤ ਸਿੰਘ ਬਰਾੜ ਕੌਮੀ ਪੱਧਰ ਦੇ ਨੇਤਾ ਤਾਂ ਨਹੀਂ, ਪਰ ਉਹ ਪੰਜਾਬ ਪੱਧਰ ਦੇ ਉੱਤੇ ਵੀ ਆਪਣੀ ਇਹੋ ਜਿਹੀ ਪਛਾਣ ਨਹੀਂ ਬਣਾ ਸਕੇ ਜਿਹੜੀ ਪਛਾਣ ਇਹ ਜ਼ਾਹਰ ਕਰ ਸਕੇ ਕਿ ਉਹ ਪੰਜਾਬ ਦੇ ਸੱਚਮੁੱਚ ਨੇਤਾ ਦੇ ਤੌਰ ਤੇ ਸਵੀਕਾਰ ਕੀਤੇ ਜਾ ਸਕਦੇ ਨੇ। ਜੇ ਪਿਛਲੇ ਕੁਝ ਮਹੀਨਿਆਂ ਦੇ ਸਿਲਸਿਲੇ ਨੂੰ ਦੇਖਿਆ ਜਾਵੇ ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੁਣ ਜਗਮੀਤ ਬਰਾੜ ਦੇ ਰਾਹ ਦੇ ਉੱਤੇ ਪੈ ਗਏ ਨੇ। ਜੋ ਹਸ਼ਰ ਜਗਮੀਤ ਬਰਾੜ ਦਾ ਪੋਲਿਟਿਕਸ ਦੇ ਵਿੱਚ ਹੋਇਆ, ਸ਼ਾਇਦ ਉਹਦਾ ਅਗਲਾ ਰਸਤਾ ਹੁਣ ਨਵਜੋਤ ਸਿੰਘ ਸਿੱਧੂ ਵੱਲ ਨੂੰ ਜਾਂਦਾ, ਕਿਉਂਕਿ ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਜੁਆਇਨ ਕੀਤੀ। ਵਿੱਚ ਦੀ ਕਿੰਨੇ ਸਾਰੇ ਡਰਾਮੇ ਕੀਤੇ, ਮੈਂ ਉਹਨਾਂ ਦੀ ਡਿਟੇਲ 'ਚ ਨਹੀਂ ਜਾਂਦਾ। ਅਸਲ ਦੇ ਵਿੱਚ ਬਿਨਾਂ ਕਿਸੇ ਆਈਡੀਓਲੋਜੀ ਤੋਂ, ਬਿਨਾਂ ਕਿਸੇ ਵਿਚਾਰਧਾਰਾ ਤੋਂ, ਬਿਨਾਂ ਕਿਸੇ ਕਮਿਟਮੈਂਟ ਤੋਂ, ਬਿਨਾਂ
ਕਿਸੇ ਸੱਚ ਤੋਂ ਤੁਸੀਂ ਕੰਟੀਨਿਊ ਕਰ ਨਹੀਂ ਸਕਦੇ। ਪਰ ਸਾਡੀ ਪੋਲਿਟਿਕਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਲਾਗਤ ਹੋ ਚੁੱਕੀ ਹੈ, ਜਿਹਦਾ ਇੱਕ ਪ੍ਰਤੀਕ ਜਗਮੀਤ ਸਿੰਘ ਬਰਾੜ ਵੀ ਨੇ ਤੇ ਉਹਦਾ ਅਗਲਾ ਪ੍ਰਤੀਕ ਨਵਜੋਤ ਸਿੰਘ ਸਿੱਧੂ ਵੀ ਬਣ ਜਾ ਰਹੇ ਨੇ। ਅਜੀਤ ਜੀ, ਆਪਾਂ ਜਦੋਂ ਗੱਲ ਕਰਦੇ ਹਾਂ, ਮੈਂ ਹੁਣੇ ਸ਼ਬਦੀਪ ਜੀ ਨੂੰ ਵੀ ਸਵਾਲ ਕੀਤਾ ਸੀਗਾ ਕਿ 117 ਸੀਟਾਂ ਤੇ ਕੈਂਡੀਡੇਟ ਲੱਭਣਾ ਹੀ ਮੁਸ਼ਕਲ ਨਹੀਂ, ਸਗੋਂ ਜੇ ਲੱਭ ਵੀ ਲੈਂਦੇ ਆ ਕਿਸੇ ਤਰੀਕੇ ਦੇ ਨਾਲ ਕਿ ਜਿਹੜਾ ਵੀ ਉਹਨਾਂ ਨੂੰ ਮਿਲ ਗਿਆ ਉਹਨੂੰ ਖੜਾ ਕਰ ਦਿੰਦੇ ਆ, ਜ਼ਮਾਨਤਾਂ ਸਭ ਦੀਆਂ ਜ਼ਬਤ ਹੋਣਗੀਆਂ। ਆਪਾਂ ਇੱਕ ਅਸਰ ਦੀ ਗੱਲ ਕਰਦੇ ਹਾਂ। ਜੇ ਜਗਮੀਤ ਬਰਾੜ ਪੰਜਾਬ ਦੇ ਵਿੱਚ 117 ਸੀਟਾਂ ਦੇ ਉੱਪਰ ਨਾ ਵੀ ਕੈਂਡੀਡੇਟ ਖੜੇ ਕਰੇ, ਭਾਵੇਂ 50 100 60 ਸੀਟਾਂ ਦੇ ਉੱਪਰ ਹੀ ਜਿਹੜੇ ਹੈਗੇ ਆਪਣੇ ਕੈਂਡੀਡੇਟ ਖੜੇ ਕਰੇ, ਅਗਰ ਉਹ ਥੋੜਾ ਜਿਹਾ ਵੀ ਵੋਟ ਸ਼ੇਅਰ ਲੈ ਕੇ ਜਾਂਦਾ, ਥੋੜਾ ਜਿਹਾ ਵੀ, ਆਪਾਂ ਕਹਿੰਦੇ ਵੀ ਜਿੱਥੇ ਵੀ ਕੋਈ ਕੈਂਡੀਡੇਟ ਖੜਾ ਹੋਇਆ ਉੱਥੇ 1000 1500 ਵੋਟ ਜਾਂ 2000 ਵੋਟ ਵੀ ਹਲਕੇ ਦੇ ਵਿੱਚ ਉਹ ਜਿਹੜੀ ਹੈਗੀ ਆ ਖਿੱਚਣ ਵਿੱਚ ਕਾਮਯਾਬ ਹੋ ਜਾਂਦੇ ਆ, ਤੁਹਾਨੂੰ ਕੀ ਲੱਗਦਾ ਉਹਦਾ ਨੁਕਸਾਨ ਕਿਹਨੂੰ ਹੋਵੇਗਾ ਔਰ ਫਾਇਦਾ ਕਿਹਨੂੰ ਹੋਵੇਗਾ? ਕਾਂਗਰਸ ਨੂੰ ਨੁਕਸਾਨ ਹੋਵੇਗਾ ਜਾਂ ਅਕਾਲੀਆਂ ਨੂੰ ਨੁਕਸਾਨ ਹੋਵੇਗਾ? ਕਿਉਂਕਿ ਮੈਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਨੂੰ ਕੋਈ ਖਾਸ ਨੁਕਸਾਨ ਹੋਣ ਜਾ ਰਿਹਾ। ਸਾਹਿਬ, ਮੈਨੂੰ ਇਹ ਲੱਗਦਾ ਹੀ ਨਹੀਂ ਕਿ ਕੋਈ ਬਹੁਤ ਵੱਡਾ ਜਿਹੜਾ ਸ਼ੇਅਰ ਹੈ ਉਹ ਵੋਟਾਂ ਦਾ ਖਿੱਚ ਸਕਦੇ ਨੇ। ਸਿਰਫ ਉਸ ਏਰੀਏ ਨੂੰ ਛੱਡ ਕੇ ਫਤਿਹਗੜ੍ਹ ਸਾਹਿਬ 'ਚ ਉਹ ਕੁਝ ਸ਼ੇਅਰ ਲੈ ਜਾਣਗੇ। ਉਹ ਇਸ ਕਰਕੇ ਕਿ 3 ਟਰਮਸ ਉੱਥੇ ਉਹ ਹਰਬੰਸ ਲਾਲ ਜਿਹੜੇ ਡਾਕਟਰ ਨੇ ਉਹ ਐਮਐਲਏ ਰਹੇ ਨੇ, ਉਹਨਾਂ ਦਾ ਨਿੱਜੀ ਰਸੂਖ ਜਿੰਨੇ ਵੀ ਕੈਂਡੀਡੇਟ ਉਹ ਅੱਗੇ ਲੈ ਕੇ ਆ ਰਹੇ ਨੇ, ਮੈਂ ਜੀ ਸੋਰੀ ਤੁਹਾਨੂੰ ਰੋਕ ਲਿਆ, ਜਿੰਨੇ ਵੀ ਕੈਂਡੀਡੇਟ ਅੱਗੇ ਤੋਂ ਲੈ ਕੇ ਆ ਰਹੇ ਨੇ ਉਹ ਉਹੀ ਲੋਕ ਨੇ ਜਿਹੜੇ ਕਾਂਗਰਸ ਦੇ ਵਿੱਚ ਜਿਨ੍ਹਾਂ ਦੀਆਂ ਖਾਨਦਾਨੀ ਤੌਰ ਤੇ ਕਾਂਗਰਸ ਦੇ ਨਾਲ ਜੁੜੇ ਹੋਏ ਸੀਗੇ। ਉਹ ਸਾਰੇ ਲੋਕ ਹੌਲੀ ਹੌਲੀ ਉਹਨਾਂ ਨੂੰ ਜੁਆਇਨ ਕਰ ਰਹੇ ਨੇ ਜਾਂ ਉਹਨਾਂ ਨੇ ਖੁੱਲ੍ਹਾ ਸੱਦਾ ਦਿੱਤਾ ਕਿ ਸਾਨੂੰ ਜੁਆਇਨ ਕਰੋ। ਉਹਨਾਂ ਦੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਤੋਂ ਰੁੱਸੇ ਹੋਏ ਲੋਕਾਂ ਨੂੰ ਵੀ ਆਪਣੇ ਨਾਲ ਜੁਆਇਨ ਕਰਾਉਣ। ਤੇ ਮੇਰੇ ਖਿਆਲ ਨਾਲ ਅਜੀਤ ਜੀ 500 ਵੋਟ ਵੀ ਅਗਰ ਕੋਈ ਕੈਂਡੀਡੇਟ ਲੈ ਕੇ ਜਾਂਦਾ ਉਹ ਬਹੁਤ ਵੱਡਾ ਪ੍ਰਭਾਵ ਪਾ ਦੇਗਾ ਆਉਣ ਵਾਲੇ ਰਿਜ਼ਲਟਸ ਦੇ ਉੱਪਰ। ਇਹ ਚੀਜ਼ ਫਿਰ ਥਿੰਦ ਸਾਹਿਬ ਇਸ ਚੀਜ਼ ਤੇ ਡਿਪੈਂਡ ਕਰੇਗੀ ਕਿ ਕਿਹੜੀ ਪਾਰਟੀ ਵੱਲੋਂ ਜਿਹੜੇ ਬੰਦੇ ਆਉਂਦਾ। ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਮਿਸਾਲ ਇਹੀ ਦੇ ਰਿਹਾ ਕਿ ਜੇ 3 ਟਰਮ ਉੱਥੇ ਡਾਕਟਰ ਹਰਬੰਸ ਲਾਲ ਐਮਐਲਏ ਰਹੇ ਨੇ ਤਾਂ ਉੱਥੇ ਨੇਚਰਲੀ ਜਿਹੜੇ ਹੈਗੇ ਉਹ ਕਾਂਗਰਸ ਦੇ ਬੰਦੇ ਜਿਹੜੇ ਹੈਗੇ ਉਹਨਾਂ ਨਾਲ ਉਹਨਾਂ ਦੇ ਸੰਬੰਧ ਹੋਣਗੇ। ਉਹ ਜਿੰਨੀਆਂ ਕੁ ਵੋਟਾਂ ਤੋੜਨਗੇ ਉਹ ਕਾਂਗਰਸ ਦਾ ਨੁਕਸਾਨ ਹੋਏਗਾ। ਜੇ ਉਹ ਕਿਸੇ ਕਾਂਸਟੀਚੁਐਂਸੀ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਦੇ ਜਿਹੜੇ ਬਾਗੀ ਬੰਦਾ ਉਹਨੂੰ ਰਲਾ ਕੇ ਖੜਾ ਕਰਦੇ ਨੇ ਤਾਂ ਨੇਚਰਲੀ ਉੱਥੇ ਉਹਦਾ ਪ੍ਰਭਾਵ ਕੁਛ ਨਾ ਕੁਛ ਆਮ ਆਦਮੀ ਪਾਰਟੀ ਦੇ ਕੇਡਰ ਵਿੱਚ ਹੋਏਗਾ। ਉੱਥੇ ਉਹ ਆਮ ਆਦਮੀ ਪਾਰਟੀ ਨੂੰ ਥੋੜਾ ਬਹੁਤਾ ਨੁਕਸਾਨ ਪਹੁੰਚਾਏਗਾ। ਪਰ ਇਹ ਨੁਕਸਾਨ ਅਸਰ ਅੰਦਾਜ਼ ਉੱਥੇ ਹੋਏਗਾ ਜਿੱਥੇ ਜਿਹੜਾ ਚੋਣ ਮੁਕਾਬਲਾ ਹੈ ਉਹ ਬਹੁਤ ਜ਼ਿਆਦਾ ਨੈਰੋ ਹੋਏਗਾ, ਮਾਰਜਿਨ ਤੇ ਹੋਏਗਾ। ਜਿੱਥੇ 1000 ਵੋਟਾਂ ਤੇ 500 ਵੋਟਾਂ ਤੇ ਕੋਈ ਜਿੱਤ ਹੁੰਦੀ ਹੈ ਉੱਥੇ ਇਹ ਚੀਜ਼ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਜਿੱਥੇ ਡਿਫਰੈਂਸ ਕਈ ਹਜ਼ਾਰਾਂ ਦਾ ਹੋਏਗਾ ਉੱਥੇ ਇਹ ਚੀਜ਼ ਬਹੁਤੀ ਪ੍ਰਭਾਵਸ਼ਾਲੀ ਹੁੰਦੀ ਨਜ਼ਰ ਨਹੀਂ ਆਏਗੀ। ਸੋ ਪਰ ਅਜੀਤ ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਇੱਕ ਮਿੰਟ ਅਜੀਤ ਜੀ। ਜੇ ਆਪਾਂ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ 2012 ਦੀਆਂ, ਉਹਦੇ ਵਿੱਚ 40-42 ਸੀਟਾਂ ਐਸੀਆਂ ਸੀ ਜਿਨ੍ਹਾਂ ਦੇ ਵਿੱਚ ਮਾਰਜਨ ਜਿਹੜਾ ਸੀਗਾ ਉਹ 2000 ਤੋਂ ਘੱਟ ਸੀ, ਜਿਹਨਾਂ ਦੇ 2000 ਤੋਂ ਘੱਟ ਫਰਕ ਦੇ ਨਾਲ ਸੀਟਾਂ ਦੀ ਜਿਹੜੀ ਹੈਗੀ ਆ ਉਹ ਜਿੱਤ ਹਾਰ ਹੋਈ ਸੀ। ਉਹਨਾਂ 40 ਦੇ ਵਿੱਚੋਂ ਵੀ 20 ਸੀਟਾਂ ਐਸੀਆਂ ਸੀ ਜਿਨ੍ਹਾਂ ਵਿੱਚ 1000 ਤੋਂ ਵੀ ਘੱਟ ਸੀਗਾ। 12-13 ਸੀਟਾਂ ਐਸੀਆਂ ਸੀ ਜਿਨ੍ਹਾਂ ਵਿੱਚ 500 ਤੋਂ ਘੱਟ ਦਾ ਮਾਰਜਨ ਸੀ। ਇਸ ਕਰਕੇ ਜਦੋਂ ਕੋਈ ਇਸ ਤਰੀਕੇ ਦਾ ਕੈਂਡੀਡੇਟ ਵਿੱਚ ਹੋਏਗਾ ਕਿਤੇ ਨਾ ਕਿਤੇ ਉਹਦਾ ਪ੍ਰਭਾਵ ਤੇ ਜਾਏਗਾ ਨਾ। ਦੇਖੋ, ਆਪਾਂ ਇਸ ਚੀਜ਼ ਨੂੰ ਬਿਲਕੁਲ ਰੂਲ ਆਊਟ ਨਹੀਂ ਕਰ ਸਕਦੇ ਹੈਗੇ। ਜੇ ਹੁਣ ਤੇ 1000-500 ਦਾ ਹੀ ਹੁੰਦਾ ਔਰ ਇੱਕ ਕੈਂਡੀਡੇਟ ਜਿਹੜੀ ਪਾਰਟੀ ਚੋਂ ਨਿਕਲ ਕੇ ਆਇਆ ਜਿਹਦਾ ਬਾਗੀ ਕੈਂਡੀਡੇਟ ਆ ਉਹਦੀਆਂ ਵੋਟਾਂ ਤੋੜੇਗਾ, ਜੇ 1000 ਪੈਂਦਾ ਤਾਂ ਉਹ 200 ਵੋਟ ਦੂਜੇ ਦੀ ਤੋੜੇਗਾ, 800 ਉਸ ਪਾਰਟੀ ਦੀ ਤੋੜੇਗਾ ਜਿਹਦੇ ਵਿੱਚੋਂ ਨਿਕਲ ਕੇ ਆਇਆ। ਤੇ ਜਿਵੇਂ ਅੱਜ ਕੱਲ ਦੇਖਣ 'ਚ ਆ ਰਿਹਾ ਹੈ ਕਿ ਉਹ ਫਸਵੀਂ ਟੱਕਰ ਹੋ ਸਕਦੀ ਹੈ ਤਾਂ ਉਹ ਨੈਕ ਟੂ ਨੈਕ ਮੁਕਾਬਲੇ ਦੇ ਵਿੱਚ ਉਹੋ ਜਿਹੀਆਂ ਕੰਸਟੀਚੁਐਂਸੀ 'ਚ ਅਸਰ ਪਏਗਾ। ਕਿਉਂਕਿ ਆਪਾਂ ਇਸ ਚੀਜ਼ ਨੂੰ ਏਦਾਂ ਰੂਲ ਆਊਟ ਨਹੀਂ ਕਰ ਸਕਦੇ। ਜਿੱਥੇ ਵੋਟਾਂ ਹੀ 500 ਦਾ ਫਰਕ ਹੈ ਤਾਂ ਇੱਕ ਪਾਰਟੀ ਦੀਆਂ 600 ਵੋਟਾਂ ਨੂੰ ਨੁਕਸਾਨ ਕਰ ਦਿੰਦੇ ਤੇ ਉਹਦਾ ਕੈਂਡੀਡੇਟ ਜਿਹੜਾ ਹੈਗਾ ਉਹ ਲੂਜ਼ ਕਰ ਸਕਦਾ। ਪਰ ਸਵਾਲ ਇਸ ਚੀਜ਼ ਦਾ ਪਏਗਾ ਕਿ ਕਿਹੋ ਜਿਹੇ ਕੈਂਡੀਡੇਟ ਇਹਨਾਂ ਕੋਲ ਆਉਂਦੇ ਨੇ। ਜਿਹੜਾ ਕੈਂਡੀਡੇਟ ਆਉਂਦਾ ਜੇ ਉਹਦਾ ਪ੍ਰਭਾਵ ਵੀ 100-200 ਵੋਟਾਂ ਲਿਜਾਣ ਵਾਲਾ ਉਹਦਾ ਅਸਰ ਘੱਟ ਹੋਏਗਾ। ਜੇ ਹੁਣ ਤੁਸੀਂ ਡਾਕਟਰ ਹਰਬੰਸ ਲਾਲ ਦੀ ਗੱਲ ਕਰੋ ਤਾਂ ਉੱਥੇ ਹੋ ਸਕਦਾ ਉਹ 1000-2000 ਵੋਟ ਵੀ ਰਹਿ ਜਾਣ ਤੇ ਉੱਥੇ ਕੱਲ ਨੂੰ ਜੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਕਿਉਂਕਿ ਉੱਥੇ ਉਸ ਕੰਸਟੀਚੁਐਂਸੀ ਨੂੰ ਨਿੱਜੀ ਤੌਰ ਤੇ ਜਾਣਦਾ
ਉੱਥੇ ਬੜਾ ਫਸਵਾਂ ਮੁਕਾਬਲਾ ਹੋਣ ਦੇ ਅਸਾਰ ਹੋ ਸਕਦੇ ਨੇ। ਸੋ ਉਹ ਇਹਨਾਂ ਚੀਜ਼ਾਂ ਤੇ ਡਿਪੈਂਡ ਕਰੇਗਾ ਕਿ ਕਿਹੋ ਜਿਹੇ ਕੈਂਡੀਡੇਟ ਹੈ ਤੇ ਉੱਥੇ ਜਿਹੜੇ ਟੌਪ ਦੇ 2 ਕੈਂਡੀਡੇਟ ਨੇ ਉਹਨਾਂ ਦਾ ਆਪਸ ਦੇ ਵਿੱਚ ਕਿਹੋ ਜਿਹਾ ਮੁਕਾਬਲਾ ਹੋ ਰਿਹਾ ਹੈ। ਸੀਪੀ ਸਿੰਘ ਜੀ, ਆਪਾਂ ਇਸੇ ਗੱਲ ਨੂੰ ਅੱਗੇ ਲੈ ਕੇ ਚੱਲਦੇ ਹਾਂ। ਜੇ ਆਪਾਂ ਗੱਲ ਕਰੀਏ ਵੋਟ ਪਰਸੈਂਟੇਜ ਦੀ, ਜਿੰਨੇ ਵੀ ਹੁਣ ਤੱਕ ਸਰਵੇ ਆਏ ਨੇ, ਜ਼ਿਆਦਾਤਰ ਸਰਵੇ ਇਹ ਦੱਸਦੇ ਨੇ ਕਿ 29% ਦੇ ਕਰੀਬ ਆਮ ਆਦਮੀ ਪਾਰਟੀ ਜਾਂ 30% ਦੇ ਕਰੀਬ ਆਮ ਆਦਮੀ ਪਾਰਟੀ, 29-30% ਜਾਂ 31% ਦੇ ਕਰੀਬ ਕਾਂਗਰਸ। ਜਦੋਂ ਇੱਦਾਂ ਦਾ ਵੋਟ ਸ਼ੇਅਰ ਹੋਵੇ ਕਿ ਤੁਸੀਂ ਅੱਧੇ ਪਰਸੈਂਟ ਦੇ ਨਾਲ ਜਿਹੜਾ ਹੈ ਉਹ ਫਰਕ ਦੇ ਵਿੱਚ ਤੁਹਾਡਾ ਵੋਟ ਸ਼ੇਅਰ ਪੰਜਾਬ ਦੇ ਵਿੱਚ ਚੱਲਦਾ ਹੋਵੇ, ਤਾਂ ਮੇਰਾ ਖਿਆਲ ਹੈ ਜਿਹੜਾ ਫਰਕ ਆਉਣਾ ਹੈ ਰਿਜ਼ਲਟ ਦੇ ਵਿੱਚ, ਐਂਡ ਦੇ ਵਿੱਚ ਜਾ ਕੇ ਉਹ ਹਜ਼ਾਰਾਂ ਦੇ ਵਿੱਚ ਹੀ ਰਹਿਣਾ। ਉਹ ਬਹੁਤ ਜ਼ਿਆਦਾ ਹਜ਼ਾਰਾਂ 'ਚ ਨਹੀਂ ਆਉਣਾ, ਉਹ 1000, 2000, 3000 ਤੱਕ ਆਉਣਾ। ਉੱਦਾਂ ਦੇ ਸੰਦਰਭ ਦੇ ਵਿੱਚ ਜਦੋਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਹੁਣ ਦਾ ਮਾਹੌਲ ਹੈ, ਅੱਜ ਦਾ ਮਾਹੌਲ ਹੈ, ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਬਰਾਬਰ ਦਾ ਸ਼ੇਅਰ ਦਿਖਣ ਲੱਗ ਪਿਆ। ਹਾਲਾਂਕਿ ਕਾਂਗਰਸ ਕੁਝ ਮਹੀਨੇ ਪਹਿਲਾਂ ਬਹੁਤ ਪਿੱਛੇ ਸੀ, ਪਰ ਅੱਜ ਬਰਾਬਰ ਦਾ ਸ਼ੇਅਰ ਦਿਖਣ ਲੱਗ ਪਿਆ। ਉਹੋ ਜਿਹੀ ਸਿਚੁਏਸ਼ਨ ਦੇ ਵਿੱਚ ਮੈਨੂੰ ਇਦਾਂ ਲੱਗਦਾ ਹੈ ਕਿ ਜਗਮੀਤ ਬਰਾੜ ਦੇ ਅਗਰ ਲੋਕ ਖੜੇ ਹੋਣਗੇ ਤਾਂ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਫਾਇਦੇ ਵਿੱਚ ਜਾਣ ਵਾਲੀ ਗੱਲ ਹੋ ਜਾਏਗੀ। ਬਿਲਕੁਲ ਕੁਲਵੀਰ ਜੀ, ਮੈਂ ਉਸੇ ਗੱਲ ਤੇ ਆ ਰਿਹਾ ਸੀ। ਦੇਖੋ, ਫਰਕ ਚਾਹੇ 100 ਵੋਟਾਂ ਦਾ ਹੋਵੇ ਚਾਹੇ 1 ਵੋਟ ਦਾ ਹੋਵੇ, ਜਿੱਤ ਹੀ ਹੁੰਦੀ ਹੈ। ਸੋ ਜੇ ਅਸੀਂ ਕਹੀਏ ਕਿ ਇਹ ਆਪਣਾ ਮਤਲਬ ਜ਼ਮਾਨਤ ਜ਼ਬਤ ਦੀ ਗੱਲ ਤਾਂ ਚਲੋ ਬਾਅਦ ਦੀਆਂ ਗੱਲਾਂ ਹੈ, ਲੇਕਿਨ ਜੇ ਡਿਫਰੈਂਸ ਵੀ 1000, ਮੈਂ ਤਾਂ ਕਹਿੰਦਾ ਅਗਰ 100 ਦਾ ਵੀ ਡਿਫਰੈਂਸ ਹੋਏਗਾ ਤਾਂ ਵੀ ਉਹ ਕਿਸੇ ਨਾ ਕਿਸੇ ਪਾਰਟੀ ਤੇ ਬਹੁਤ ਜ਼ਿਆਦਾ ਇੰਪੈਕਟ ਪਏਗਾ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਵੀ ਬੰਦੇ ਇਹਨਾਂ ਨਾਲ ਜੁੜਨਗੇ ਜਾਂ ਜਿਹੜੇ ਇਹਨਾਂ ਦੇ ਵਲੰਟੀਅਰਸ ਨੇ, ਉਹ ਕਿਤੇ ਨਾ ਹੋਰ ਪਾਰਟੀ ਦੇ ਵਿੱਚੋਂ ਬਾਗੀ ਹੋ ਕੇ ਇਹਨਾਂ ਨਾਲ ਸ਼ਮੂਲੀਅਤ ਕੀਤੀ ਹੋਈ ਹੈ। ਔਰ ਜੇ ਤੁਸੀਂ ਇਹਨਾਂ ਦੇ ਕੈਂਡੀਡੇਟ ਵੀ ਦੇਖੋ, ਇਹਨਾਂ ਦੇ 5 ਜਿਹੜੇ ਕੈਂਡੀਡੇਟ ਇਹਨਾਂ ਨੇ ਅਨਾਉਂਸ ਕੀਤੇ ਹੈ, ਉਹ ਵੀ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਦੂਸਰੀਆਂ ਪਾਰਟੀਆਂ ਦੇ ਨਾਲ ਜੁੜੇ ਹੋਏ ਸੀਗੇ। ਸੋ ਬਿਲਕੁਲ ਕੁਲਵੀਰ ਜੀ, ਜਿਹੜੇ ਤੁਸੀਂ ਵੋਟ ਸ਼ੇਅਰ ਦੀ ਗੱਲ ਕਰ ਰਹੇ ਹੋ, ਉਹ ਅੱਧਾ ਪਰਸੈਂਟੇਜ ਹੋਵੇ ਚਾਹੇ 1% ਹੋਵੇ, ਬਿਲਕੁਲ ਫਰਕ ਪਏਗਾ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਲੇਕਿਨ ਇਹਦਾ ਮੈਕਸਿਮਮ ਜਿਹੜਾ ਫਰਕ ਹੈ ਮੇਰੇ ਹਿਸਾਬ ਨਾਲ ਉਹ ਆਮ ਆਦਮੀ ਪਾਰਟੀ ਨੂੰ ਪਏਗਾ। ਔਰ ਜਿਹੜੇ ਤੁਸੀਂ ਸਰਵੇਆਂ ਦੀ ਗੱਲ ਕੀਤੀ ਹੈ, ਜੇ ਅਸੀਂ ਸਰਵੇਆਂ ਨੂੰ ਡਿਟੇਲ ਦੇ ਵਿੱਚ ਦੇਖੀਏ, ਅਲੱਗ-ਅਲੱਗ ਏਜੰਸੀ ਨੇ ਅਲੱਗ-ਅਲੱਗ ਤਰ੍ਹਾਂ ਦੇ ਸਰਵੇ ਕੀਤੇ ਹੈ, ਔਰ ਹਰ ਇੱਕ ਏਜੰਸੀ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸਦਾ ਫਾਰਮੈਟ ਕੀ ਰਿਹਾ ਸਰਵੇ ਦਾ। ਸੋ ਕਿਤੇ ਕਾਂਗਰਸ ਨੂੰ ਅੱਗੇ ਦਿਖਾਇਆ ਜਾ ਰਿਹਾ, ਕਿਤੇ ਆਮ ਆਦਮੀ ਪਾਰਟੀ ਨੂੰ। ਈਵਨ ਮੈਂ ਕੱਲ ਇੱਕ ਸਰਵੇ ਦੇਖ ਰਿਹਾ ਸੀ, ਉਹਦੇ 'ਚ ਉਹਨਾਂ ਨੇ ਅਕਾਲੀਆਂ ਨੂੰ ਵੀ ਅੱਗੇ ਦਿਖਾਇਆ। ਸੋ ਅਲੱਗ-ਅਲੱਗ ਤਰ੍ਹਾਂ ਦੀ ਸਟੱਡੀ ਹੈ, ਲੇਕਿਨ ਜੇ ਅਸੀਂ ਗਰਾਊਂਡ ਰਿਐਲਿਟੀ ਦੇਖੀਏ, ਗਰਾਊਂਡ, ਹਾਂਜੀ ਜੀ, ਸਿਰਫ ਇੱਕ ABP ਸਾਂਝਾ ਦਾ ਜਿਹੜਾ ABP ਨਿਊਜ਼ ਦਾ ਜਿਹੜਾ ਸਰਵੇ ਹੈ, ਉਹਦੇ ਵਿੱਚ ਅਕਾਲੀ ਅੱਗੇ ਆਏ ਨੇ। ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਸੀ। ਜੇ ਅਸੀਂ ਗਰਾਊਂਡ ਤੇ ਦੇਖੀਏ, ਗਰਾਊਂਡ ਰਿਐਲਿਟੀ ਦੀ ਗੱਲ ਕਰੀਏ, ਉਹ ਹਲੇ ਅਨਡਿਸਾਈਡਡ ਜਿਹੜਾ ਕੋਟਾ ਹੈ, ਅਨਡਿਸਾਈਡਡ ਜਿਹੜਾ ਸ਼ੇਅਰ ਹੈ, ਉਹ ਅੱਗੇ ਹੈ। ਉਹ ਕਿੱਧਰ ਭੁਗਤਦਾ ਹੈ ਟਾਈਮ ਦੱਸੂਗਾ, ਲੇਕਿਨ ਮੈਂ ਇਹੀ ਕਹੂੰਗਾ ਕਿ ਸਰਵੇਆਂ ਦਾ ਆਪਣਾ ਇੱਕ ਟਰਮਸ ਹੁੰਦੀਆਂ, ਲੇਕਿਨ ਜਿਹੜਾ ਜਗਮੀਤ ਬਰਾੜ ਜੀ ਦੀ ਗੱਲ ਕਰੀਏ ਆਪਾਂ ਸੈਂਟਰਿਕ ਹੋ ਕੇ, ਤਾਂ ਉਹ ਜ਼ਰੂਰ ਉਹਨਾਂ ਦਾ ਜਿਹੜਾ ਭਾਵੇਂ ਉਹ 1000 ਵੋਟ ਹੀ ਮਿਲੇ ਉਸ ਕੈਂਡੀਡੇਟ ਨੂੰ, ਕਿਤੇ ਨਾ ਕਿਤੇ ਦੂਸਰੀ ਵੋਟਾਂ ਤੇ ਦੂਸਰੀ ਪਾਰਟੀਆਂ ਦੇ ਵੋਟਾਂ ਨੂੰ ਕੱਟ ਕੇ ਹੀ ਉਹ ਲਏਗੀ। ਇਸੇ ਕਰਕੇ ਇਸ ਦਾ ਇੰਪੈਕਟ ਜ਼ਰੂਰ ਪੈਣ ਵਾਲਾ। ਕੁਲਜੀਤ ਜੀ, ਸ਼ਬਦੀਪ ਜੀ, ਅਸੀਂ ਆਪਾਂ ਗੱਲ ਕਰੀਏ ਜੇ ਵੋਟ ਸ਼ੇਅਰ ਦੀ, ਜੇ ਆਪਾਂ 2012 ਦੀ ਵਿਧਾਨ ਸਭਾ ਦੇ ਉੱਪਰ ਮਾੜੀ ਜਿਹੀ ਨਿਗਾਹ ਮਾਰੀਏ ਤੇ ਅਸੀਂ ਦੇਖ ਸਕਦੇ ਹਾਂ ਕਿ ਉਦੋਂ ਵੀ ਜਿਹੜਾ ਕਾਂਗਰਸ ਬੜੀ ਚੰਗੀ ਪੋਜੀਸ਼ਨ ਦੇ ਵਿੱਚ ਸੀ, ਅੱਛਾ ਵੋਟ ਸ਼ੇਅਰ ਲੈਣ ਦੇ ਬਾਵਜੂਦ ਵੀ ਸਰਕਾਰ ਨਹੀਂ ਬਣਾ ਪਾਈ ਸੀ। ਪਰ ਬਹੁਤੇ ਕਾਂਗਰਸ ਦੇ ਜਿਹੜੇ ਲੋਕ ਹਾਰੇ ਸੀ, ਉਹ ਬਹੁਤ ਥੋੜ੍ਹੇ ਫਰਕ ਦੇ ਨਾਲ ਹਾਰੇ ਸੀ। ਉਹਦਾ ਕਾਰਨ ਚਾਹੇ ਅਸੀਂ ਕਾਂਗਰਸ ਦੇ ਅੰਦਰਲੀ ਫੁੱਟ ਕਹਿ ਲਈਏ ਜਾਂ ਉਹਨੂੰ ਕਿਸੇ ਤਰੀਕੇ ਦੀ ਵੀ ਗੱਲ ਕਰ ਲਈਏ, ਪਰ ਉਸ ਵੇਲੇ ਅਕਾਲੀ ਬਿਲਕੁਲ ਹਾਰਦੇ ਜਿਹੜੇ ਆ ਉਹ ਕਾਂਗਰਸ ਤੋਂ ਜਿੱਤ ਗਏ ਸੀ, ਬਿਲਕੁਲ ਮਾਮੂਲੀ ਵੋਟਾਂ ਦੇ ਫਰਕ ਦੇ ਨਾਲ, ਔਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਸੀ ਉਸ ਵੇਲੇ। ਉਹੋ ਜਿਹੀ ਸਿਚੁਏਸ਼ਨ ਜਗਮੀਤ ਬਰਾੜ ਦੇ ਆਉਣ ਦੇ ਨਾਲ ਦੁਬਾਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕੀ ਬਣ ਸਕਦੀ ਹੈ? ਕੁਲਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ 2012 ਦੀ ਜਦੋਂ ਚੋਣ ਹੋਈ ਸੀ, ਬਿਲਕੁਲ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਸੀ ਕਿ ਪੰਜਾਬ ਦੀ ਚੱਲਦੀ ਹੋਈ ਜਿਹੜੀ ਰੀਤ ਆ ਉਹਦੇ ਮੁਤਾਬਕ, ਉੱਤਰ ਕਾਟੋ ਮੈਂ ਚੜ੍ਹਨ ਵਾਲੀ ਰੀਤ ਦੇ ਮੁਤਾਬਕ ਕਾਂਗਰਸ ਹੀ ਵਾਪਸ ਆਉਣ ਜਾ ਰਹੀ ਹੈ। ਕਾਂਗਰਸ ਦਾ ਅੰਦਰੂਨੀ ਸੰਕਟ ਉਦੋਂ ਇੰਨਾ ਕੁ ਵੱਧ ਚੁੱਕਾ ਸੀ ਕਿ ਇੱਕ ਹਿੱਸਾ, ਛੋਟਾ ਜਿਹਾ ਹਿੱਸਾ ਵੀ ਜੇ ਉਦਾਸੀਨ ਹੋ ਜਾਂਦਾ, ਇਨਐਕਟਿਵ ਹੋ ਜਾਂਦਾ, ਤਾਂ ਉਹਨਾਂ ਸੀਟਾਂ ਦੇ ਉੱਤੇ ਜਿਹੜੀ ਕਾਂਗਰਸ ਦੀ ਟੋਟਲ ਵੋਟਿੰਗ ਉਹ ਜਿੰਨੀ ਕਰਵਾ ਸਕਦੇ ਸੀ, ਉਸ ਵੋਟਿੰਗ ਦੇ ਵਿੱਚ ਫਰਕ ਪੈ ਸਕਦਾ ਸੀ। ਮੇਰੇ ਮੁਤਾਬਕ ਉਦੋਂ
ਸਭ ਤੋਂ ਵੱਡਾ ਨੁਕਸਾਨ ਕਾਂਗਰਸ ਨੂੰ ਇਹ ਨਹੀਂ ਹੋਇਆ ਕਿ ਅਕਾਲੀ ਦਲ ਉਹਦੇ ਨਾਲੋਂ 1000-2000 ਵੋਟ ਵਧੇਰੇ ਲੈ ਗਿਆ, ਬਲਕਿ ਅਸਲ ਪ੍ਰੋਬਲਮ ਉਦੋਂ ਇਹ ਆਈ ਹੈ ਕਿ ਉਸ ਵੇਲੇ ਕਾਂਗਰਸ ਆਪਣੇ ਅੰਦਰ ਇੰਨਾ ਕੁ ਨਿਰਾਸ਼ਾ ਪੈਦਾ ਕਰ ਚੁੱਕੀ, ਕਈ ਸੀਟਾਂ ਦੇ ਉੱਤੇ ਵੱਧ, ਕਈਆਂ ਦੇ ਉੱਤੇ ਘੱਟ, ਕਿ ਉਹਦਾ ਇੱਕ ਹਿੱਸਾ ਉਦਾਸੀਨ ਹੋ ਗਿਆ ਤੇ ਉਸ ਉਦਾਸੀਨਤਾ ਕਰਕੇ ਪੂਰੀ ਤਰ੍ਹਾਂ ਉਹ ਆਪਦਾ ਵੋਟ ਜਿਹੜਾ ਪਵਾ ਸਕਦੇ ਸੀ ਉਹਨੂੰ ਉਹ ਬੂਥ ਤੱਕ ਲੈ ਕੇ ਨਾ ਜਾ ਸਕੇ, ਜਿਹਦੇ ਕਰਕੇ ਕਾਂਗਰਸ ਉਦੋਂ ਹਾਰ ਗਈ। ਪਰ ਅੱਜ ਦੀ ਪੋਜੀਸ਼ਨ ਦੇ ਵਿੱਚ ਹਾਲਾਤ ਬਿਲਕੁਲ ਵੱਖਰੇ ਹੋ ਚੁੱਕੇ ਨੇ। ਹੁਣ ਲੜਾਈ ਤਿੰਨ ਧਿਰੀ ਹੋਣੀ ਆ। ਤਿੰਨ ਧਿਰੀ ਲੜਾਈ ਦੇ ਵਿੱਚ ਪਹਿਲਾਂ ਹੀ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਨੇ ਇੱਕ ਜਾਂ ਦੂਜੇ ਧੜੇ ਨੂੰ ਜਿਹੜਾ ਜੇਤੂ ਬਣਨ ਜਾ ਰਿਹਾ ਹੋਵੇਗਾ, ਤਿੰਨਾਂ ਚੋਂ ਕੋਈ ਵੀ ਉਹਦਾ ਨੁਕਸਾਨ ਕਰਨਾ ਸੀ। ਅਗਲੀ ਗੱਲ ਜਦੋਂ ਅਸੀਂ ਹੁਣ ਜਗਮੀਤ ਬਰਾੜ ਉੱਤੇ ਕੇਂਦਰਿਤ ਹੋ ਕੇ ਕਰ ਰਹੇ ਹਾਂ ਤਾਂ ਮੈਂ ਇਹ ਕਹਾਂਗਾ ਕਿ ਅਸੀਂ ਕੁਝ ਦਿਨ ਇੰਤਜ਼ਾਰ ਕਰੀਏ, 2-4 ਦਿਨ ਹੀ ਬਹੁਤ ਜ਼ਿਆਦਾ ਦਿਨ ਸਾਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਹੋ ਸਕਦਾ ਜਗਮੀਤ ਸਿੰਘ ਬਰਾੜ 117 ਸੀਟਾਂ ਲੜਨ ਦੇ ਦਾਅਵੇ ਨੂੰ ਕਿਸੇ ਨਾ ਕਿਸੇ ਲੌਜਿਕ ਦੇ ਨਾਲ ਖੁਦ ਬਖੁਦ ਪਿੱਛੇ ਆ ਕੇ ਛੱਡ ਦੇਣ ਤੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਸਭ ਤੋਂ ਵੱਖ-ਵੱਖ ਸੀਟਾਂ ਦੇ ਉੱਤੇ ਪੰਜਾਬ ਦੇ ਹਿੱਤ ਦੇ ਵਿੱਚ ਬਿਹਤਰੀਨ ਕੈਂਡੀਡੇਟ ਨੂੰ ਵੋਟ ਪਾ ਦੇਣ ਦੀ ਗੱਲ ਕਰਦੇ ਹੋਏ ਉਹ ਕਿਸੇ ਨਾ ਕਿਸੇ ਦੇ ਹੱਕ ਦੇ ਵਿੱਚ ਭੁਗਤਣ ਦਾ ਯਤਨ ਕਰਨ। ਜਿਵੇਂ ਗਾਂਧੀ ਸਾਹਿਬ ਨੇ ਵੀ ਇੱਕ ਖਾਸ ਸੀਟ ਦੇ ਉੱਤੇ, ਖਰੜ ਦੀ ਉੱਤੇ, ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਨੂੰ ਸਪੋਰਟ ਕਰ ਦਿੱਤਾ। ਹੋ ਸਕਦਾ ਕੱਲ ਨੂੰ ਜਗਮੀਤ ਬਰਾੜ ਵੀ ਏਦਾਂ ਦਾ ਕੋਈ ਫੈਸਲਾ ਲੈ ਕੇ 117 ਵਾਲੇ ਦਾਅਵੇ ਤੋਂ ਪਿੱਛੇ ਹਟ ਜਾਣ। ਦੂਸਰੀ ਗੱਲ ਮੈਂ ਇਹ ਕਹਾਂਗਾ ਕਿ ਜੇ 2000, 1500, 700, 800 ਵੋਟ ਨੇ ਹੀ ਸਾਬਤ ਕਰਨਾ ਵਾ ਕਿ ਕੌਣ ਜੇਤੂ ਹੋਣ ਜਾ ਰਿਹਾ, ਤਾਂ ਅਸੀਂ ਇਕੱਲੇ ਜਗਮੀਤ ਬਰਾੜ ਦੀ ਵੋਟ ਨੂੰ ਹੀ ਕਿਉਂ ਗਿਣੀਏ ਇਸ ਸਿਲਸਿਲੇ ਦੇ ਵਿੱਚ? ਅਸੀਂ ਉਹਨਾਂ ਸੀਟਾਂ ਦੇ ਉੱਤੇ ਚਰਚਾ ਕਿਉਂ ਨਾ ਕਰੀਏ ਜਿਨ੍ਹਾਂ ਦੇ ਉੱਤੇ ਸੁੱਚਾ ਸਿੰਘ ਛੋਟੇਪੁਰ ਚੋਣ ਲੜ ਰਹੇ ਨੇ? ਅਸੀਂ ਉਹਨਾਂ ਸੀਟਾਂ ਦੇ ਉੱਤੇ ਚਰਚਾ ਕਿਉਂ ਨਾ ਕਰੀਏ ਜਿਨ੍ਹਾਂ ਦੇ ਉੱਤੇ ਗਾਂਧੀ ਹੋਰਾਂ ਦਾ ਮੋਰਚਾ ਇੱਕ ਜਾਂ ਦੂਜੇ ਕੈਂਡੀਡੇਟ ਨੂੰ ਸਪੋਰਟ ਕਰੇਗਾ ਜਾਂ ਆਪਣੇ ਵੱਲੋਂ ਕੋਈ ਕੈਂਡੀਡੇਟ ਦੇਵੇਗਾ? ਅਸੀਂ ਉਹਨਾਂ ਸੀਟਾਂ ਦੇ ਵੀ ਚਰਚਾ ਕਿਉਂ ਨਾ ਕਰੀਏ ਜਿਹੜੀਆਂ 70 ਤੋਂ ਵੱਧ ਸੀਟਾਂ ਬਣ ਗਈਆਂ ਜਦੋਂ ਫਾਈਨਲੀ ਲੈਫਟ ਦਾ ਮੋਰਚਾ ਤੇ ਜਿਹੜੇ ਮੋਰਚੇ ਤੋਂ ਬਾਹਰ ਵਾਲੇ ਲੈਫਟ ਨੇ ਉਹ ਵੱਖੋ ਵੱਖਰੀਆਂ ਸੀਟਾਂ ਉੱਤੇ ਚੋਣ ਲੜਨਗੇ? ਅਸੀਂ ਉਹਨਾਂ ਸੀਟਾਂ ਦੇ ਉੱਤੇ ਉਹਨਾਂ ਵੱਲੋਂ ਲੈ ਗਏ ਵੋਟ ਸ਼ੇਅਰ ਨੂੰ ਵੀ ਕਿਉਂ ਵਿੱਚ ਸ਼ਾਮਲ ਨਾ ਕਰੀਏ? ਅਲਟੀਮੇਟਲੀ ਜੋ ਸਾਬਤ ਹੋਏਗਾ ਉਹ ਹੀ ਹੋਏਗਾ ਕਿ ਜਿਹੜੇ ਇਹ 3-4 ਗਰੁੱਪ ਅਲੱਗ-ਅਲੱਗ ਤਰ੍ਹਾਂ ਦੇ ਪੈਦਾ ਹੋਣਗੇ ਜਿਨ੍ਹਾਂ ਦੇ ਵਿੱਚ ਜਗਮੀਤ ਬਰਾੜ ਵੀ ਸ਼ਾਮਲ ਹੋਣਗੇ, ਉਹ ਫਾਈਨਲੀ ਕਿੰਨੀਆਂ ਸੀਟਾਂ ਦੇ ਉੱਤੇ ਚੋਣ ਲੜਦੇ ਨੇ ਇਹ ਗੱਲ ਬਾਅਦ ਦੇ ਵਿੱਚ ਸਾਨੂੰ ਪਤਾ ਲੱਗ ਸਕੇਗੀ। ਪਰ ਹਰ ਸੀਟ ਦੇ ਉੱਤੇ ਦੂਜਿਆਂ ਦੇ ਨਾਲ ਰਲ ਕੇ ਉਹ ਜਿੰਨਾ ਸ਼ੇਅਰ ਲੈਣਗੇ, ਹੋ ਸਕਦਾ ਇਹਨਾਂ 4 ਜਣਿਆਂ ਦਾ, 5 ਜਣਿਆਂ ਦਾ ਜਿਹੜੇ ਵੱਖ-ਵੱਖ ਲੋਕ ਲੜਨਗੇ ਉਹਨਾਂ ਦਾ ਛੋਟਾ-ਛੋਟਾ ਜਿਹੜਾ ਸ਼ੇਅਰ ਹੋਏਗਾ ਵੋਟਾਂ ਦਾ, ਉਹ ਕਿਸੇ ਇੱਕ ਜਾਂ ਦੂਜੀ ਪ੍ਰਮੁੱਖ ਪਾਰਟੀ ਨੂੰ ਫਾਇਦਾ ਜਾਂ ਨੁਕਸਾਨ ਪਹੁੰਚਾ ਦੇਣ ਦੇ ਵਿੱਚ ਸਹਾਈ ਹੋਵੇ। ਪਰ ਪੋਲਿਟਿਕਸ ਦੇ ਵਿੱਚ ਬਹੁਤੀ ਵਾਰ ਅਸੀਂ ਵੋਟਾਂ ਦੇ ਪੈਟਰਨ ਦੇ ਆਧਾਰ ਦੇ ਉੱਤੇ, ਫਾਇਦੇ ਜਾਂ ਨੁਕਸਾਨ ਦੇ ਆਧਾਰ ਦੇ ਉੱਤੇ ਚਰਚਾ ਕਰਦੇ ਹਾਂ। ਪਰ ਮੈਂ ਇਹ ਸਮਝਦਾ ਕਿ ਵੋਟਾਂ ਕੋਈ ਪਾਰਟੀ ਘੱਟ ਲਵੇ ਜਾਂ ਵੱਧ ਲਵੇ, ਜੇ ਉਹ ਮੁੱਦੇ ਦੇ ਆਧਾਰ ਦੇ ਉੱਤੇ ਵੋਟ ਲੈਂਦੀ ਹੈ ਤਾਂ ਚਾਹੇ ਉਹਦੀ ਵੋਟ ਕਿੰਨੀ ਵੀ ਘੱਟ ਹੋਵੇ, ਸਾਨੂੰ ਉਸ ਪਾਰਟੀ ਦਾ ਸਵਾਗਤ ਕਰਨਾ ਚਾਹੀਦਾ। ਜਿਵੇਂ ਗਾਂਧੀ ਸਾਹਿਬ ਮੁੱਦਿਆਂ ਦੀ ਗੱਲ ਕਰਦੇ ਨੇ ਉਸ ਆਧਾਰ ਦੇ ਉੱਤੇ ਸਾਨੂੰ, ਮੈਂ ਲਗਾਤਾਰ ਉਹਨਾਂ ਦੀ ਸਪੋਰਟ ਕਰਦਾ, ਇਹ ਕਹਿੰਦੇ ਹੋਏ ਸਪੋਰਟ ਕਰਦਾ ਕਿ ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਗੀ। ਲੈਫਟ ਦੀਆਂ ਪਾਰਟੀਆਂ ਦੀ ਮੈਂ ਇਸ ਗੱਲੋਂ ਸਪੋਰਟ ਕਰਦਾ ਕਿ ਉਹਨਾਂ ਕੋਲੇ ਕੁਝ ਮੁੱਦੇ ਨੇ, ਇਹਦੇ ਬਾਵਜੂਦ ਕਿ ਉਹਨਾਂ ਦਾ ਵੋਟ ਸ਼ੇਅਰ ਬਹੁਤ ਛੋਟਾ ਰਹਿਣ ਵਾਲਾ, ਫਿਰ ਵੀ ਮੈਂ ਕਹਾਂਗਾ ਕਿ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ, ਕਿਉਂਕਿ ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਅਲਟੀਮੇਟਲੀ ਉਸ ਪੋਲਿਟਿਕਸ ਨੂੰ ਕੇਂਦਰ ਦੇ ਵਿੱਚ ਲਿਆਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾ, ਜਿਹੜੀ ਪੋਲਿਟਿਕਸ ਦੇ ਕੋਲ ਸੱਚਮੁੱਚ ਪੰਜਾਬ ਦੇ, ਸੱਚਮੁੱਚ ਦੇਸ਼ ਦੇ ਕੁਝ ਮੁੱਦੇ ਨੇ, ਜਿਹੜੀ ਪੋਲਿਟਿਕਸ ਦੇ ਕੋਲੇ ਸਬਸਿਡੀਆਂ ਨੇ, ਸੁਗਾਤਾਂ ਨੇ, ਜਿਹੜੀ ਪੋਲਿਟਿਕਸ ਦੇ ਕੋਲੇ ਨਕਾਰਾਤਮਕ ਵੋਟਿੰਗ ਕਰਵਾਉਣ ਦੀ ਕਪੈਸਿਟੀ ਹੈ, ਜਿਹੜੀ ਧਿਰ ਜਿਹੜੀ ਹੈਗੀ ਇੱਕ ਬਾਗੀਆਂ ਦੇ ਆਧਾਰ ਦੇ ਉੱਤੇ ਆਪਣੀ ਚੋਣ ਲੜਨਾ ਚਾਹੁੰਦੀ ਆ। ਮੈਨੂੰ ਤੇ ਕਦੇ-ਕਦੇ ਲੱਗਦਾ ਵਾ ਕਿ ਜਗਮੀਤ ਸਿੰਘ ਬਰਾੜ ਨੂੰ ਮਮਤਾ ਬੈਨਰਜੀ ਦੀ ਪਾਰਟੀ ਜੁਆਇਨ ਕਰਨ ਦੀ ਬਜਾਏ ਆਪਣੇ ਮੋਰਚੇ ਦਾ ਨਾਂ ਇਦਾਂ ਦਾ ਕੁਝ ਰੱਖ ਲੈਣਾ ਚਾਹੀਦਾ ਸੀ ਕਿ ਬਾਗੀ ਤਬੀਅਤ ਮੋਰਚਾ, ਉਹਦੇ ਵਿੱਚ ਉਹ ਜਿੰਨੇ ਬਾਗੀ ਹੋਏ ਸੀ ਕਾਂਗਰਸ ਦੇ ਬਾਗੀਆਂ ਨੂੰ ਵੀ ਇਕੱਠੇ ਕਰ ਲੈਂਦੇ, ਆਮ ਆਦਮੀ ਪਾਰਟੀ ਦੇ ਬਾਗੀਆਂ ਨੂੰ ਵੀ ਇਕੱਠੇ ਕਰ ਲੈਂਦੇ ਜਿਨ੍ਹਾਂ ਨੂੰ ਉਹ ਹੁਣ ਕਰ ਹੀ ਰਹੇ ਨੇ। ਹੋ ਸਕਦਾ ਉਹਨਾਂ ਨੂੰ ਇਸੇ ਤਰ੍ਹਾਂ ਦੇ ਬਾਗੀ ਦੂਜੀਆਂ ਪਾਰਟੀਆਂ ਵਿੱਚੋਂ ਵੀ ਮਿਲ ਜਾਂਦੇ, ਉਹਨਾਂ ਦੇ ਵਿੱਚ
ਸਾਥੀ ਸਾਹਿਬ ਪਹਿਲਾਂ ਤੋਂ ਹੀ ਇਦਾਂ ਦੇ ਉਹਨਾਂ ਦੇ ਪੱਕੇ ਸਹਾਈ ਹੋਣ ਵਾਲੇ ਕੈਂਡੀਡੇਟ ਬਣੇ ਹੋਏ ਨੇ, ਜਿਹੜੇ ਪਤਾ ਨਹੀਂ ਕਿੰਨੀਆਂ ਪਾਰਟੀਆਂ ਤੋਂ ਬਾਗੀ ਹੋ ਕੇ ਫਾਈਨਲੀ ਉਹ ਜਗਮੀਤ ਸਿੰਘ ਬਰਾੜ ਨਾਲ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਨੇ। ਮੈਨੂੰ ਲੱਗਦਾ ਉਹਨਾਂ ਨੂੰ ਇੱਕ ਬਾਗੀ ਮੋਰਚਾ ਹੀ ਬਣਾ ਲੈਣਾ ਚਾਹੀਦਾ ਸੀ। ਆਪਾਂ ਗੱਲ ਕਰਦੇ ਹਾਂ ਜੀ ਕਿ ਆਮ ਆਦਮੀ ਪਾਰਟੀ ਪਹਿਲਾਂ ਆਪਾਂ 22 ਦਸੰਬਰ ਤੱਕ ਦੀ ਆਪਾਂ ਵੀ ਗੱਲ ਕਰੀਏ, ਇੱਕ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ, 8-10 ਦਿਨ ਪੁਰਾਣੀ ਗੱਲ ਹੈਗੀ ਆ। ਉਦੋਂ ਤੱਕ ਵੀ ਇਸ ਗੱਲ ਦੇ ਉੱਪਰੋਂ ਪਰਦਾ ਨਹੀਂ ਚੱਕ ਰਹੇ ਸੀ ਕਿ ਉਹਨਾਂ ਦਾ ਜਗਮੀਤ ਬਰਾੜ ਦੇ ਨਾਲ ਕਿਸ ਤਰੀਕੇ ਦਾ ਸੰਬੰਧ ਹੈ, ਜਾਂ ਉਹ ਇਕੱਠੇ ਲੜਨ ਜਾ ਰਹੇ ਨੇ, ਜਾਂ ਜਗਮੀਤ ਬਰਾੜ ਜੀ, ਇੱਥੋਂ ਤੱਕ ਵੀ ਗੱਲਾਂ ਹੋਈਆਂ ਕਿ ਜਗਮੀਤ ਬਰਾੜ ਜੀ ਉਹਨਾਂ ਦੀਆਂ ਰੈਲੀਆਂ ਨੂੰ ਸੰਬੋਧਨ ਵੀ ਕਰਨਗੇ। ਇਹ ਜਿਹੜਾ ਪਰਦਾ ਆਲ ਆਫ ਸਡਨ ਹੁਣ ਆ ਕੇ ਅਚਾਨਕ ਚੱਕਿਆ ਗਿਆ। ਜਗਮੀਤ ਬਰਾੜ ਹੋਣਾ ਦਾ ਦੋਸ਼ ਆ ਕਿ ਉਹਨਾਂ ਨੂੰ ਵਰਤਿਆ ਗਿਆ, ਉਹਨਾਂ ਨੂੰ ਜਿਹੜਾ ਹੈ ਯੂਜ਼ ਕੀਤਾ ਗਿਆ ਪੰਜਾਬ ਦੇ ਵਿੱਚ। ਅਜੀਤ ਜੀ, ਕੀ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਇਦਾਂ ਲੱਗਣ ਲੱਗ ਪਿਆ ਕਿ ਉਹਨੂੰ ਕਿਸੇ ਦੀ ਵੀ ਜ਼ਰੂਰਤ ਨਹੀਂ ਹੈ, ਜਗਮੀਤ ਬਰਾੜ ਜੀ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ, ਇਸ ਕਰਕੇ ਸ਼ਾਇਦ ਉਹਨਾਂ ਨੂੰ ਪਰੇ ਕਰਤਾ? ਜਾਂ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਨਾਲ ਇਹ ਤਰੀਕਾ ਲੱਗਣ ਲੱਗ ਪਿਆ ਕਿ ਅਗਰ ਜਗਮੀਤ ਬਰਾੜ ਵੱਖਰਾ ਫਰੰਟ ਬਣਾ ਕੇ ਵੱਖਰੇ ਤਰੀਕੇ ਦੇ ਨਾਲ ਕੋਈ ਕੰਮ ਕਰੂਗਾ ਤਾਂ ਉਹਦਾ ਅਸਿੱਧੇ ਤੌਰ ਦੇ ਉੱਪਰ ਜਿਹੜਾ ਫਾਇਦਾ ਹੈ ਉਹ ਆਮ ਆਦਮੀ ਪਾਰਟੀ ਨੂੰ ਹੀ ਆਉਣ ਵਾਲਾ, ਕਿਉਂਕਿ ਉਹਨੇ ਜ਼ਿਆਦਾ ਜਿਹੜਾ ਨੁਕਸਾਨ ਕਰਨਾ ਹੈ ਉਹ ਕਾਂਗਰਸ ਦਾ ਕਰਨਾ ਹੈ, ਤੇ ਕਾਂਗਰਸ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਬਰਾਬਰ ਤੇ ਖੜੀ ਹੈ। ਸਿੰਘ ਸਾਹਿਬ, ਤੁਹਾਡੇ ਜਵਾਬ ਇਹ ਗੱਲ ਦਾ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਾਂ। ਮੇਰਾ ਖਿਆਲ ਹੈ ਤੁਸੀਂ ਅਕਾਲੀ ਪਾਰਟੀ ਨੂੰ ਇਹ ਸਮਝਦੇ ਹੋ ਕਿ ਉਹ ਪੰਜਾਬ ਦੀ ਜਿਹੜੀ ਨਕਸ਼ਾ ਉਹਦੇ ਤੋਂ ਦੂਰ ਹੋ ਗਈ ਹੈ। ਨਹੀਂ, ਮੈਂ ਦੂਰ ਨਹੀਂ ਸਮਝਦਾ, ਪਰ ਮੈਂ ਜਿਹੜਾ ਜਗਮੀਤ ਬਰਾੜ ਨੁਕਸਾਨ ਕਰੂਗਾ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਕਾਂਗਰਸ ਦਾ ਕਰੂਗਾ। ਇਹ ਗੱਲ ਤੁਹਾਡੀ ਮੰਨਣ ਵਾਲੀ ਹੈ ਕਿ ਉਹ ਕਾਂਗਰਸ ਦਾ ਨੁਕਸਾਨ ਜ਼ਿਆਦਾ ਕਰਨਗੇ, ਕਿਉਂਕਿ ਉਹਦੇ ਨਾਲ ਜਿਹੜੇ ਕਿਸੇ ਬੰਦੇ ਨੂੰ ਉਹ ਖੜਾ ਕਰਨਾ ਚਾਹਣਗੇ ਉਹ ਬੰਦੇ ਉਹੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਜਿਹੜੇ ਕਾਂਗਰਸ ਦੇ ਹੋਣਗੇ, ਕਿਉਂਕਿ ਇਹਨਾਂ ਦੀ ਸਾਰੀ ਉਮਰ ਕਾਂਗਰਸ ਪਾਰਟੀ 'ਚ ਬੀਤੀ ਹੈ। ਕਾਂਗਰਸ ਬੰਦਿਆਂ ਨਾਲ 38 ਸਾਲ ਕਾਂਗਰਸ ਨਾਲ ਕੱਟੇ ਨੇ ਜੀ। ਹਾਂਜੀ, 38 ਸਾਲ ਕਾਂਗਰਸ ਨਾਲ ਕੱਟੇ ਨੇ ਉਹਨਾਂ ਨੇ। ਹਾਂ, ਮੈਂ ਕਹਿੰਦਾ ਲੰਮਾ ਸਮਾਂ ਕੱਟਿਆ, 31 ਸਾਲ ਥੋੜੇ ਨਹੀਂ ਹੁੰਦੇ, ਲੰਬਾ ਹੀ ਸਮਾਂ ਹੁੰਦਾ। ਉਹਨਾਂ ਨੇ ਕੱਟਿਆ, ਉਹਨਾਂ ਲੋਕਾਂ ਨੂੰ ਪ੍ਰੇਰਣ ਦੀ ਕੋਸ਼ਿਸ਼ ਕਰਨਗੇ, ਜਾਂ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਭਗੌੜੇ ਬੰਦੇ ਨੇ, ਭਗੌੜੇ ਤਾਂ ਸੌਰੀ ਮੈਂ ਨਹੀਂ ਕਹੂੰਗਾ, ਉਹਨਾਂ ਦੀ ਆਪਣੀ ਮਰਜ਼ੀ ਹੈ, ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ ਜਾਂ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਆਪਣੇ ਅਸੂਲਾਂ ਤੋਂ ਛਿੜਕ ਗਈ ਹੈ, ਜਾਂ ਉਹ ਬੰਦੇ ਜੁੜਨਗੇ। ਪਰ ਇੱਕ ਚੀਜ਼ ਇਹਦੇ ਵਿੱਚ ਤੁਹਾਡੀ ਗੱਲ ਦੇ ਵਿੱਚ ਇਹ ਦੇਖਣ ਵਾਲੀ ਹੈ ਕਿ ਜੇ ਇਹ ਦੋ ਪਾਰਟੀਆਂ ਦੇ ਬੰਦੇ ਜੁੜ ਕੇ ਇਹਨਾਂ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਜਗਮੀਤ ਬਰਾੜ, ਤਾਂ ਤੀਜੀ ਧਿਰ ਜਿਹੜੀ ਅਕਾਲੀ ਦਲ ਆ ਉਹਦਾ ਕਿਤੇ ਫਾਇਦਾ ਹੋ ਸਕਦਾ ਹੈ। ਔਰ ਜਿਹੜੀ ਇਹ ਚੀਜ਼ ਨੂੰ ਆਪਾਂ ਨਕਾਰ ਨਹੀਂ ਸਕਦੇ। ਹੁਣ ਜਿਹੜੀ ਗੱਲ ਤੁਸੀਂ ਕਹਿ ਰਹੀ ਸੀ ਕਿ ਉਹਨਾਂ ਨੂੰ ਉਹਦੇ ਨਾਲ ਕਿਉਂ ਨਹੀਂ ਹੋਇਆ, ਉਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਉਹਨਾਂ ਨਾਲ ਅਲਾਇੰਸ ਕਿਉਂ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਲੱਗਦਾ ਸੀ ਕਿ ਇਹਨਾਂ ਦੇ ਕੋਲ ਕੋਈ ਫੋਲੋਇੰਗ ਨਹੀਂ। ਜੇ ਬੈਂਸ ਬ੍ਰਦਰਸ ਦੀ ਉਹਨਾਂ ਨੂੰ ਪੱਕਾ ਲੱਗਦਾ ਸੀ ਕਿ ਇਹਨਾਂ ਦੀ ਆਪਣੀ ਕੰਸਟੀਚੁਐਂਸੀ ਦੇ ਵਿੱਚ ਘੱਟੋ ਘੱਟ 2 ਕੰਸਟੀਚੁਐਂਸੀ ਵਿੱਚ ਇੰਨੀ ਪਕੜ ਹੈ ਕਿ ਉਹ ਸੀਟਾਂ ਆਪਣੀਆਂ ਲੈ ਕੇ ਜਾਣ ਦੇ ਸਮਰੱਥ ਨੇ, ਤਾਂ ਉਹਨਾਂ ਨੇ ਆਪਣੀ ਪੂਰੀ ਸਿਆਸੀ ਉਮਰ ਦੀ ਕੀਤੀ ਹੋਈ ਗੱਲ ਤੋਂ ਵੀ ਬਦਲ ਕੇ ਉਹਨਾਂ ਨਾਲ ਅਲਾਇੰਸ ਕਰ ਲਈ। ਮੈਂ ਉਹ ਸ਼ੁਰੂ 'ਚ ਗੱਲ ਕਹਿ ਹਟਿਆ ਕਿ ਜਿਸ ਬੰਦੇ ਦੀ ਫੋਲੋਇੰਗ ਨਹੀਂ ਹੈਗੀ, ਉਹ ਭਾਵੇਂ ਕਿਸ ਤਰ੍ਹਾਂ ਦੀ ਆਪਣੀ ਅਪੀਲ ਰੱਖਦਾ ਹੋਵੇ ਲੋਕਾਂ 'ਚ, ਉਹ ਦੂਜੀ ਪਾਰਟੀ ਨੂੰ ਆਪਣੇ ਅਨੁਸਾਰ ਝੁਕਾਉਣ ਦੇ ਸਮਰੱਥ ਨਹੀਂ ਹੁੰਦਾ ਹੈਗਾ। ਆਮ ਆਦਮੀ ਪਾਰਟੀ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਲੋੜ ਨਹੀਂ, ਜੇ ਲੋੜ ਨਾ ਹੁੰਦੀ ਤਾਂ ਉਹ 2 ਕੰਸਟੀਚੁਐਂਸੀਆਂ ਦੇ ਜਿਹੜੇ ਜਿੱਤਣ ਦੇ ਸਮਰੱਥ ਲੋਕਾਂ ਸੀ, ਉਹਨਾਂ ਪਿੱਛੇ ਆਪਣਾ ਪੂਰੇ ਜਿਹੜਾ ਉਹਨਾਂ ਨੇ ਅਸੂਲ ਦੀ ਹੁਣ ਤੱਕ ਉਹ ਪ੍ਰਚਾਰ ਕਰਦੇ ਰਹੇ ਨੇ, ਉਹ ਛੱਡ ਕੇ ਉਹਨਾਂ ਦੇ ਨਾਲ ਮੇਰਾ ਕਹਿਣ ਦਾ ਮਤਲਬ ਸੀ ਕਿ ਬੈਂਸ ਬ੍ਰਦਰਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਜਗਮੀਤ ਬਰਾੜ ਦੀ ਲੋੜ ਨਹੀਂ ਹੈਗੀ, ਤਰਮੂਲ ਕਾਂਗਰਸ ਦੀ ਲੋੜ ਨਹੀਂ ਹੈਗੀ। ਜਗਮੀਤ ਬਰਾੜ ਕੋਲ ਉਹਨਾਂ ਨੂੰ ਇਹੋ ਜਿਹੀ ਫੋਲੋਇੰਗ ਨਜ਼ਰ ਨਹੀਂ ਆਉਂਦੀ ਹੈਗੀ। ਜੇ ਇਹਨਾਂ ਦੀ 1-2 ਕੰਸਟੀਚੁਐਂਸੀਆਂ 'ਚ ਫੋਲੋਇੰਗ ਹੁੰਦੀ ਤਾਂ ਸ਼ਾਇਦ ਇਹਨਾਂ ਬਾਰੇ ਵੀ ਉਹ ਸੋਚਣ ਨੂੰ ਤਿਆਰ ਹੋ ਜਾਂਦੇ, ਪਰ ਉਹਨਾਂ ਨੂੰ ਇਹਨਾਂ ਦੇ ਹੋਣ ਜਾਂ ਨਾ ਹੋਣ ਦਾ ਕੋਈ ਫਾਇਦਾ ਜਾਂ ਨੁਕਸਾਨ ਨਜ਼ਰ ਨਹੀਂ ਆ ਰਿਹਾ ਹੈਗਾ, ਤੇ ਇਸ ਕਰਕੇ ਉਹ ਇਹਨਾਂ ਨੂੰ ਇੰਨੀ ਮਹੱਤਤਾ ਨਹੀਂ ਦਿੰਦੇ ਕਿ ਇਹਨਾਂ ਨੂੰ ਕੋਈ ਸੀਟ ਮੈਨੂੰ ਇਦਾਂ ਲੱਗਦਾ ਕਿ ਹੋਣ ਦਾ ਫਾਇਦਾ ਭਾਵੇਂ ਨਾ ਹੋਵੇ, ਪਰ ਇਹਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕਰਕੇ ਕੈਂਡੀਡੇਟ ਖੜੇ ਕਰਨ ਦਾ ਫਾਇਦਾ ਜ਼ਰੂਰ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ। ਮੈਨੂੰ ਨਹੀਂ ਪਤਾ ਹੈਗਾ। ਮੈਂ ਕਹਿੰਦਾ ਜੇ ਇਹਨਾਂ ਨੇ ਕੁਝ ਕੰਸਟੀਚੁਐਂਸੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਗੀ ਖੜੇ ਕਰਤੇ
ਤਾਂ ਉੱਥੇ ਜਿਹੜਾ ਉਹਨਾਂ ਨੂੰ ਨੁਕਸਾਨ ਹੋਏਗਾ, ਹੋ ਸਕਦਾ ਉੱਥੇ ਵੀ ਬਹੁਤ ਨੈਰੋ ਮਾਰਜਨ ਤੇ ਜਿੱਤ ਹਾਰ ਦਾ ਪਰ ਫੈਸਲਾ ਤੁਸੀਂ ਇਹ ਵੀ ਤਾਂ ਦੇਖੋ ਨਾ ਜੀ, ਜੇ ਪਰ ਆਮ ਉਹਨਾਂ ਆਦਮੀ ਨੂੰ ਪਾਰਟੀ ਦੇ ਲੱਗਦਾ ਲੋਕ, ਕਿ ਇਹ ਇੱਕ ਬੰਦਾ ਮਿੰਟ ਇੰਨਾ ਅਜੀਤ ਜੀ, ਪ੍ਰਭਾਵਸ਼ਾਲੀ ਜੇ ਨਹੀਂ ਆਮ ਹੈ। ਆਦਮੀ ਪਾਰਟੀ ਦੇ ਲੋਕ ਅਗਰ ਤ੍ਰਿਣਮੂਲ ਕਾਂਗਰਸ ਬੰਦਾ ਖੜਾ ਨਹੀਂ ਕਰਦੀ ਤਾਂ ਉਹ ਵੋਟ ਕਾਂਗਰਸ ਜਾਂ ਅਕਾਲੀ ਨੂੰ ਜਾਊਗੀ, ਜਿਹੜੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਦੇਗੀ। ਜੇ ਉਹ ਵੋਟ ਤ੍ਰਿਣਮੂਲ ਕਾਂਗਰਸ ਨੂੰ ਜਾਏਗੀ ਤਾਂ ਉਹ ਆਮ ਆਦਮੀ ਪਾਰਟੀ ਦਾ ਨੁਕਸਾਨ ਨਹੀਂ ਹੋਏਗਾ, ਅਲਟੀਮੇਟਲੀ ਉਹਦਾ ਫਾਇਦਾ ਹੀ ਹੋਣੇ ਵਾਲਾ ਉਹਦੇ 'ਚ। ਇਦਾਂ ਤੁਸੀਂ ਕਾਂਗਰਸ ਦਾ ਵੀ ਕਹਿ ਸਕਦੇ ਹੋ ਫਿਰ। ਬਿਲਕੁਲ, ਮੈਂ ਤਾਂ ਦੋਨਾਂ ਦੀ ਗੱਲ ਕਰਦਾ ਹਾਂ, ਪਰ ਕਾਂਗਰਸ ਨੂੰ ਨੁਕਸਾਨ ਮੈਨੂੰ ਤਾਂ ਦਿਖ ਰਿਹਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਿੰਨੇ ਲੋਕ ਖੜੇ ਹੋ ਰਹੇ ਨੇ ਉਹ ਕਾਂਗਰਸ ਦੇ ਵਿੱਚੋਂ ਨਿਕਲੇ ਹੋਏ ਲੋਕ ਨੇ। ਦੇਖੋ ਇਹ ਗੱਲ ਸਹੀ ਹੈ ਤੁਹਾਡੀ, ਪਰ ਜੇ ਜਿੱਥੇ ਜਿੱਥੇ ਇਹ ਮੰਨਣਾ ਪਊਗਾ ਕਿ ਜਿੱਥੇ ਜਿੱਥੇ ਇਹ ਲੋਕ ਖੜੇ ਕਰਨਗੇ ਤਾਂ ਇਹ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਾਂਗਰਸ ਤੋਂ ਜਿਹੜੇ ਲੋਕ ਦੂਜੇ ਪਾਸੇ ਜਾਣਾ ਹੀ ਸੀ ਵੋਟਾਂ, ਉਹਨਾਂ ਨੂੰ ਤੋੜ ਕੇ ਲਾ ਲਿਆ ਤੇ ਕਾਂਗਰਸ ਨੂੰ ਫਾਇਦਾ ਹੋ ਗਿਆ। ਰੁੱਸੇ ਹੋਏ ਲੋਕਾਂ ਦੀ ਵੋਟ ਆਪਾਂ ਇਦਾਂ ਨਹੀਂ ਲੈ ਸਕਦੇ। ਦੇਖੋ, ਕਾਂਗਰਸ ਦੇ ਰੁੱਸੇ ਹੋਏ ਲੋਕਾਂ ਦੀ ਵੋਟ ਤੇ ਪਤਾ ਹੀ ਹੈ ਕਿ ਉਹ ਕਿੱਧਰ ਜਾਣੀ ਸੀਗੀ। ਉਹ ਤਾਂ ਜ਼ਿਆਦਾਤਰ ਜਿਹੜੀਆਂ ਪੱਕੀਆਂ ਵੋਟਾਂ ਨੇ ਉਹ ਕਾਂਗਰਸ ਅਕਾਲੀਆਂ ਦੇ ਵਿੱਚ ਹੀ ਰਹਿੰਦੀਆਂ ਨੇ। ਆਮ ਆਦਮੀ ਪਾਰਟੀ ਦੀ ਕੋਈ ਜ਼ਰੂਰੀ ਨਹੀਂ ਹੈਗਾ। ਜਦੋਂ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਆਪਣਾ ਲੱਗ ਰਿਹਾ ਸੀ ਉਹਨਾਂ ਦਾ ਕਿ ਬਹੁਤ ਵੱਡਾ ਪ੍ਰਭਾਵ ਪੰਜਾਬ 'ਚ ਚੱਲ ਰਿਹਾ ਹੈ, ਤਾਂ ਉਦੋਂ ਜਿਹੜੀ ਵੱਡੀ ਸੈਟਬੈਕ ਪਹੁੰਚੀ ਸੀ ਉਹ ਕਾਂਗਰਸ ਨੂੰ ਪਹੁੰਚੀ ਸੀ। ਇਹਦਾ ਮਤਲਬ ਵੀ ਉਹ ਕਾਂਗਰਸ ਦਾ ਆਧਾਰ ਖੋਰ ਰਹੇ ਸੀ ਜ਼ਿਆਦਾ ਅਕਾਲੀ ਪਾਰਟੀ ਦੇ ਨਾਲੋਂ, ਔਰ ਇਹ ਬੜੀ ਸਪਸ਼ਟ ਗੱਲ ਸੀ। ਔਰ ਅਕਾਲੀ ਕੌਨਫੀਡੈਂਟ ਹੋ ਗਏ ਸੀ ਇੱਕ ਵਾਰੀ ਇਸ ਗੱਲ ਤੋਂ ਕਿ ਇਹ ਜਿਹੜੀ ਨਵੀਂ ਪਾਰਟੀ ਹੈ ਕਾਂਗਰਸ ਦੀਆਂ ਵੋਟਾਂ ਖੋਰ ਰਹੀ ਹੈ, ਕਾਂਗਰਸ ਵੋਟ ਵੰਡੀ ਜਾਣੀ ਹੈ ਤੇ ਅਸੀਂ ਜਿੱਤ ਜਾਣਾ। ਸੋ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਉਹ ਵੋਟਾਂ ਜਿਹੜੀਆਂ ਹੈਗੀਆਂ ਉਹ ਅਕਾਲੀਆਂ ਨੂੰ ਜਾਣੀਆਂ ਸੀ ਕਾਂਗਰਸ ਦੀਆਂ, ਉਹ ਮੁੜ ਕੇ ਕਾਂਗਰਸ ਨੂੰ ਜਾ ਸਕਦੀਆਂ ਸੀ। ਜੀ ਸੀਪੀ ਜੀ, ਤੁਸੀਂ ਸਾਰੀ ਗੱਲਬਾਤ ਸੁਣੀ ਆ। ਮੇਰੇ ਨਾਲ ਇੱਕ ਕਾਲਰ ਜੁੜ ਗਏ ਨੇ, ਉਹਨਾਂ ਨੂੰ ਆਪਾਂ ਲੈ ਲਈ, ਉਸ ਤੋਂ ਬਾਅਦ ਦੁਬਾਰਾ ਮੈਂ ਤੁਹਾਡੇ ਵੱਲ ਆਉਣਾ। 7513 ਲਾਸਟ 4 ਨੰਬਰ ਨੇ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੁਰਿੰਦਰਪਾਲ ਸਿੰਘ ਬੋਲ ਰਿਹਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸੁਰਿੰਦਰਪਾਲ ਜੀ, ਕੀ ਕਹਿਣਾ ਚਾਹੋਗੇ ਜੀ ਅੱਜ ਜਗਮੀਤ ਬਰਾੜ ਹੁਣਾਂ ਦੇ ਜਿਹੜਾ ਨਵਾਂ ਉਹਨਾਂ ਨੇ ਧਮਾਕਾ ਕੀਤਾ? ਦੇਖੋ ਇਦਾਂ ਹੈ ਕਿ ਲਾਸਟ ਟਾਈਮ ਤੇ ਮਨਪ੍ਰੀਤ ਬਾਦਲ ਜੀ ਵੀ ਹੋਈ ਸੀ ਤੇ ਇਦਾਂ ਲੱਗਦਾ ਸੀ ਕਿ ਉਹ ਅਕਾਲੀ ਦਲ ਨੂੰ ਸਾਰਾ ਨੁਕਸਾਨ ਪਹੁੰਚਾ ਦੇਣਗੇ ਜੀ, ਪਰ ਲਾਸਟ ਟਾਈਮ ਦੇ ਵਿੱਚ ਜਿਹੜੀ ਕਾਂਗਰਸ ਸੀਗੀ ਉਹਨਾਂ ਨੂੰ ਨੁਕਸਾਨ ਕਿਸੇ ਨੇ ਨਹੀਂ ਪਹੁੰਚਾਇਆ। ਉਹਨਾਂ ਦਾ ਨੁਕਸਾਨ ਅੰਦਰੂਨੀ ਸੀਗਾ। ਉਹਨਾਂ ਨੂੰ ਇਹ ਜਾਪਦਾ ਸੀਗਾ ਵੀ ਸਾਡੀਆਂ ਸੀਟਾਂ 90-100 ਆ ਜਾਣੀਆਂ, ਅਸੀਂ ਕਿਹਨੂੰ ਕਿਹਨੂੰ ਮੰਤਰੀ ਬਣਾਵਾਂਗੇ। ਇਹਨਾਂ ਨੇ ਆਪਸ ਦੇ ਵਿੱਚ ਹੀ ਲਿਮਟਡ ਸੀਟਾਂ ਲਿਆਉਣ ਲਈ ਜਾਂ ਖਰਾਬੀ ਨਾਲ ਬਹੁਤਾ ਕਰਨ ਸਰਕਾਰ ਬਣਨ ਤੇ ਇਹਨਾਂ ਨੇ ਆਪਸ ਦੇ ਵਿੱਚ ਕਾਫੀ ਕੁਛ ਜਿਹੜਾ ਇੱਕ ਦੂਜੇ ਦਾ ਨੁਕਸਾਨ ਕੀਤਾ। ਉਹ ਜਿਹੜੀ ਗੱਲ ਆ ਉਹ ਕਾਂਗਰਸ 'ਚ ਇਸ ਵਾਰੀ ਨਹੀਂ ਲੱਗਦੀ। ਇਸ ਵਾਰੀ ਉਹ ਕਿਤੇ ਆ, ਚਾਹੇ ਉਹਨਾਂ ਦਾ ਕੋਈ ਵਿਰੋਧੀ ਧੜਾ ਵੀ ਆ, ਉਹ ਸਮਝਦੇ ਆ ਵੀ ਯਾਰ ਕੀ ਜਿੱਤਣਾ ਆ, ਤੇ ਜੇ ਉਹ ਨਹੀਂ ਜਿੱਤਦੇ ਤੇ ਉਹਨਾਂ ਦੀ ਹਾਲਤ ਜਿਹੜੀ ਆ ਪੰਜਾਬ ਦੇ ਵਿੱਚ ਤਾਂ ਫਿਰ ਬਹੁਤ ਮਾੜੀ ਹੋ ਜਾਏਗੀ ਉਹਨਾਂ ਦੇ ਵਰਕਰ ਦੀ। ਕਿਉਂਕਿ ਇਸ ਚੀਜ਼ ਨੂੰ ਲੀਡਰ ਸਾਰੇ ਸਮਝ ਚੁੱਕੇ ਆ ਵੀ ਕਿਤੇ ਵੀ ਲੀਡਰ ਆ, ਕੋਈ ਵੀ ਖੜਾ ਆ, ਉਹਨੂੰ ਜਿਤਾਉਣਾ ਆ। ਸੋ ਇਹ ਜਿਹੜੀ ਲੜਾਈ ਆ ਸਾਡੀ ਸਮਝ ਦੇ ਅਨੁਸਾਰ ਤਾਂ ਅਕਾਲੀ ਦਲ ਤੇ ਕਾਂਗਰਸ 'ਚ ਰਹਿ ਜਾਂਦੀ ਆ। ਬਾਕੀ ਸਰਵੇ ਜਿੱਦਾਂ ਮਰਜ਼ੀ ਆ, ਬਰਾੜ ਸਾਹਿਬ ਜਿਹੜੇ ਆ ਉਹ ਆਪਣੇ 117 ਸੀਟਾਂ ਦੇ ਕੈਂਡੀਡੇਟ ਨਹੀਂ ਖੜੇ ਕਰ ਸਕਦੇ ਤੇ ਇੰਨੀ ਛੇਤੀ 10-20 ਦਿਨਾਂ ਦੇ ਮਹੀਨੇ ਦੇ ਵਿੱਚ ਇੱਕ ਸਾਰੇ ਹਲਕਿਆਂ ਦੇ ਵਿੱਚ ਕੈਂਡੀਡੇਟ ਖੜੇ ਕਰਨੇ ਉਹ ਸਾਰੀਆਂ ਵੋਟਾਂ ਤੋੜਨੀਆਂ ਨਹੀਂ। ਇਹ ਬਹੁਤ ਘੱਟ ਕਿਤੇ ਰੀਅਰ 1-2 ਸੀਟਾਂ ਦੇ ਇਫੈਕਟ ਕੋਈ ਪਾ ਸਕਦੇ ਆ ਜਿਹੜੇ ਜਿੱਥੇ ਖੜੇ ਆ। ਤੇ ਬਹੁਤਾ ਲੋਕ ਨੇ ਮੂੰਹ ਨਹੀਂ ਲਾਣਾ। ਪੰਜਾਬ ਦੇ ਲੋਕ ਬੜੇ ਸਿਆਣੇ ਆ, ਉਹਨਾਂ ਨੇ ਜਿੱਥੇ ਵੀ ਵੋਟ ਭੁਗਤਣੀ ਹੈ। ਤੁਹਾਨੂੰ ਕਿਉਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਇਸ ਵਾਰੀ ਤੁਸੀਂ ਉਹਨੂੰ ਗੇਮ 'ਚ ਕਿਉਂ ਨਹੀਂ ਮੰਨ ਰਹੇ? ਦੇਖੋ ਆਮ ਆਦਮੀ ਪਾਰਟੀ ਗੇਮ 'ਚ ਨਹੀਂ ਸੀਗੀ, ਆਮ ਆਦਮੀ ਪਾਰਟੀ ਫਸਟ ਨੰਬਰ ਤੇ ਸੀਗੀ ਜੀ, ਪਰ ਉਹਨਾਂ ਦਾ ਜਿੰਨਾ ਕਾਰੋਬਾਰ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਇੰਨਾ ਖਲਾਰਾ ਪੈ ਗਿਆ ਜਿਨ੍ਹਾਂ ਨੇ ਪੰਜਾਬੀਆਂ ਨੇ ਉਹਨਾਂ ਤੇ ਜਿਹੜਾ ਵਿਸ਼ਵਾਸ ਹੈ ਉਹ ਇੰਨਾ ਨਹੀਂ ਕੀਤਾ। ਇਹਨਾਂ ਦੀ ਫੰਡ ਦੇ ਉੱਪਰ ਬੜਾ ਖਲਾਰਾ ਪਿਆ ਹੋਇਆ। ਉਹਨਾਂ ਨੇ ਜਿੱਦਾਂ ਦੂਸਰੀਆਂ ਪਾਰਟੀਆਂ ਸੀ ਉਦਾਂ ਹੀ ਸਾਰਾ ਇਹਨਾਂ ਨੇ ਆਪਣਾ ਕਰ ਦਿੱਤਾ ਆ। ਕੋਈ ਫੰਡ ਨਹੀਂ ਡਿਕਲੇਅਰ, ਕੋਈ ਕੁਛ ਨਹੀਂ, ਤੇ ਫਿਰ ਉਹ ਚੀਜ਼ਾਂ ਉਹਦੇ 'ਚ ਆ ਗਈਆਂ ਤੇ ਫਿਰ ਉਹ ਇਹਨਾਂ ਪਾਰਟੀ ਦੇ ਕੋਈ ਲੀਡਰ ਜਮਾਏ ਨਹੀਂ, ਕੋਈ ਗੱਲ ਨਹੀਂ। ਤੇ ਉਹਨਾਂ ਦੇ ਮਗਰ ਕਿਉਂ ਲੱਗਣਗੇ? ਜਾਂ ਅਕਾਲੀ ਦਲ ਮਗਰ ਜਾਣਗੇ ਲੋਕ ਜਾਂ ਕਾਂਗਰਸ ਮਗਰ ਜਾਣਗੇ। ਅਖੀਰੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਿਓ ਮਹੀਨੇ 10-20 ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਸਾਰੀ ਜਿਹੜੀ ਗੇਮ ਆ ਉਹ ਇਹਨਾਂ ਦੋਨਾਂ ਪਾਰਟੀਆਂ 'ਚ ਹੀ ਰਹਿ ਜਾਣੀ ਹੈ। ਕਿਉਂਕਿ ਜਮਾਂਦਰੂ ਆ ਬੜੇ ਪੁਰਾਣੇ ਆ, ਸਾਰਿਆਂ ਦੀਆਂ ਆਪਣੀਆਂ ਸਾਂਝਾਂ ਆ। ਉਹ ਥੋੜ੍ਹੀਆਂ ਬਹੁਤੀਆਂ ਵੋਟਾਂ ਆਪਣੀਆਂ ਤੀਜੀ ਪਾਰਟੀ ਇਹ ਹੈਗੇ ਉਹ ਜਿਹੜਾ ਡਿਕਲੇਅਰ ਸ਼ੋਰ ਜਿਹੜਾ ਆ ਕਿਹੜੀ ਪਾਰਟੀ ਜਿੱਤ ਰਹੀ ਆ ਉਹਨੂੰ ਜ਼ਰੂਰ ਇੱਕ ਸਾਫ ਰਿਜ਼ਲਟ ਨੂੰ ਕਰਨਗੇ, ਉਹ ਮੌਕੇ ਤੇ ਪਤਾ ਲੱਗੇਗਾ।
ਜੀ ਜੀ ਸੁੰਦਰਪਾਲ ਜੀ ਥੈਂਕ ਯੂ ਵੈਰੀ ਮਚ ਜੀ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਸਮਾਂ ਸਾਡੇ ਕੋਲ 3 ਮਿੰਟ ਬਚਿਆ। ਸੀਪੀ ਜੀ ਮੈਂ ਚਾਹਾਂਗਾ ਕਿ ਪਹਿਲਾਂ ਤੁਸੀਂ ਥੋੜ੍ਹੇ ਜਿਹੇ ਜਿਹੜੇ ਚੱਲਦੇ ਚੱਲਦੇ ਜਿਹੜੀ ਕੋਈ ਗੱਲ ਕਰਨੀ ਚਾਹਵੇਂ ਕਰ ਲਓ ਕਿ ਤੁਹਾਨੂੰ ਕੀ ਲੱਗਦਾ ਕਿ ਬਰਾੜ ਸਾਹਿਬ ਕੋਈ ਨੈਗੋਸ਼ੀਏਸ਼ਨ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ? ਮੈਂ ਲਾਸਟ ਵਿੱਚ ਜ਼ਰੂਰ ਲੈਣਾ ਚਾਹਾਂਗਾ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਬਰਾੜ ਸਾਹਿਬ ਦੀ ਜੇ ਮੈਂ ਪਿਛਲੀਆਂ ਕਾਫੀ ਪ੍ਰੈਸ ਕਾਨਫਰੰਸਿਸ ਦੇਖਾਂ ਉਹ ਜ਼ਿਆਦਾਤਰ ਜਿਹੜਾ ਉਹਨਾਂ ਦਾ ਮੋਟਿਵ ਮੈਨੂੰ ਲੱਗਦਾ ਹੁੰਦਾ ਸੀ ਉਹ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਜਿਵੇਂ ਉਹ ਸਾਹਮਣੇ ਵਾਲੀ ਪਾਰਟੀ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਓਪਨਲੀ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਤੇ ਅੱਜ ਵਾਲੀ ਪ੍ਰੈਸ ਕਾਨਫਰੰਸ ਵੀ ਸਿਰਫ ਤੇ ਸਿਰਫ ਇੱਕ ਨੈਗੋਸ਼ੀਏਸ਼ਨ ਦਾ ਹਿੱਸਾ ਹੀ ਤਾਂ ਨਹੀਂ? ਕੁਲਵੀਰ ਜੀ ਬਿਲਕੁਲ ਤੁਸੀਂ ਇੱਕ ਛੋਟਾ ਜਿਹਾ ਪੁਆਇੰਟ ਫੜਿਆ, ਲੇਕਿਨ ਉਹ ਛੋਟਾ ਪੁਆਇੰਟ ਨਹੀਂ, ਬਹੁਤ ਵੱਡਾ ਪੁਆਇੰਟ ਹੈ। ਬਿਲਕੁਲ ਜੋ ਵੀ ਗੱਲਾਂ ਉਹਨਾਂ ਨੇ ਧੜੱਲੇ ਨਾਲ ਕੀਤੀਆਂ ਨਾ, ਉਹ ਕਿਤੇ ਨਾ ਕਿਤੇ ਇਹ ਜਾਪਦਾ ਸੀ ਉਦੋਂ ਕਿ ਉਹ ਕਿਸੇ ਦੇ ਕੰਨਾਂ ਦੇ ਵਿੱਚ ਪਾਉਣ ਲਈ ਗੱਲਾਂ ਹੋ ਰਹੀਆਂ। ਔਰ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਅਨਾਉਂਸ ਕਰਨਾ ਬਹੁਤ ਵੱਡੀ ਗੱਲ ਨਹੀਂ ਹੁੰਦੀ, ਲੇਕਿਨ ਉਸ ਨੂੰ ਇੰਪਲੀਮੈਂਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਲੇਕਿਨ ਅਨਾਉਂਸ ਕਰਕੇ ਕਿਸੇ ਦੇ ਕੰਨਾਂ ਦੇ ਵਿੱਚੋਂ ਗੱਲ ਪਾਉਣੀ ਔਰ ਕਿਸੇ ਨੂੰ ਇਹ ਜਾਗਰੂਕ ਕਰਨਾ ਕਿ ਅਸੀਂ ਵੀ ਹੈ, ਸਾਡੀ ਵੀ ਲੋੜ ਹੈ ਤਾਂ ਅਸੀਂ ਵੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਆਉਣ ਵਾਲਾ ਸਮਾਂ ਜੋ ਮੈਨੂੰ ਜਾਪਦਾ ਉਹ ਇਹੀ ਜਾਪਦਾ ਕਿ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਅਲਾਈਅੰਸ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਇੱਥੇ ਕੁਲਵੀਰ ਜੀ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਰਨੀ ਚਾਹੂੰਗਾ ਜੀ। ਆਪਾਂ ਨੂੰ 1 ਘੰਟਾ ਹੋ ਗਿਆ ਡਿਬੇਟ ਕਰਦੇ ਨੂੰ, ਸਾਰੀ ਦੀ ਸਾਰੀ ਡਿਬੇਟ ਦੇ ਵਿੱਚ ਮੁੱਦੇ ਵਾਲੀ ਰਾਜਨੀਤੀ ਮੈਨੂੰ ਕਿਤੇ ਨਹੀਂ ਦਿਖੀ। ਸਾਰੀ ਦੀ ਸਾਰੀ ਡਿਬੇਟ, ਸਾਰੀ ਦੀ ਸਾਰੀਆਂ ਪਾਰਟੀਆਂ, ਸਾਰੇ ਕੈਂਡੀਡੇਟ ਵੋਟਾਂ ਦੇ ਉੱਪਰ ਸੈਂਟਰਿਕ ਗੱਲ ਕਰ ਰਹੇ ਨੇ। ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਕਿੱਥੇ ਲੁਕ ਗਏ, ਇਹ ਕਿਤੇ ਨਹੀਂ ਦਿਖ ਰਹੇ। ਸੋ ਲੋਕੀ ਫਿਰ ਮੈਨੂੰ ਲੱਗਦਾ ਕਿ ਕਨਫਿਊਜ਼ ਹੋ ਜਾਣਗੇ ਕਿ ਅਸੀਂ ਜੇ 100 ਕਰਕੇ ਹਰੇਕ ਪਾਰਟੀ ਨੂੰ ਸ਼ੇਅਰ ਦੇ ਦਿੱਤਾ ਤਾਂ ਸਾਡੇ ਲਈ ਤਾਂ ਨੇਤਾ ਫਿਰ ਨਹੀਂ ਆਇਆ ਔਰ ਸਾਡੇ ਮੁੱਦੇ, ਸਾਡੀਆਂ ਪ੍ਰੋਬਲਮਸ, ਸਾਡੇ ਜਿਹੜੇ ਹੱਕ ਸੀਗੇ ਉਹ ਕਿੱਥੇ ਗਏ। ਸੋ ਮੈਂ ਤਾਂ ਇਹੀ ਕਹੂੰਗਾ ਕਿ ਫਿਰ ਜਾਗਰੂਕਤਾ ਹੋਣ ਦੀ ਲੋੜ ਹੈ, ਲੇਕਿਨ ਰਾਜਨੀਤੀ ਹੋ ਰਹੀ ਹੈ, ਸਿਰਫ ਮੁੱਦੇ ਦੀ ਰਾਜਨੀਤੀ ਨਹੀਂ ਹੋ ਰਹੀ। ਸ਼ਿਵਦੀਪ ਜੀ ਸਮਾਂ ਹੋ ਚੱਲਿਆ, ਪਰ ਆਪਾਂ ਤੁਹਾਡੇ ਨਾਲ ਜ਼ਰੂਰ ਜਲਦੀ ਗੱਲ ਕਰਾਂਗੇ ਕਿ ਤੁਹਾਨੂੰ ਲੱਗਦਾ ਕਿ ਬਹੁਤ ਜਲਦੀ ਅਗਲੀ ਪ੍ਰੈਸ ਕਾਨਫਰੰਸ ਜਗਮੀਤ ਬਰਾੜ ਜੀ ਦੀ ਆਉਣ ਵਾਲੀ ਹੈ ਤੇ ਫਿਰ ਕੋਈ ਨਵਾਂ ਉਹ ਫਲਿਪ ਫਲॉप ਖੇਲਣਗੇ, ਕੋਈ ਨਵਾਂ ਉਹਨਾਂ ਦਾ ਯੂ ਟਰਨ ਆਵੇਗਾ? ਸ਼ਿਵਦੀਪ ਜੀ ਸਿੰਘ ਸਾਹਿਬ ਗੱਲ ਇਸ ਤਰ੍ਹਾਂ ਹੈ। ਤੇ 1 ਮਿੰਟ ਅਜੀਤ ਜੀ ਪਲੀਜ਼, ਹੁਣ ਤੁਸੀਂ ਜਦੋਂ ਗੱਲ ਖਤਮ ਹੋਣ ਲੱਗੀ ਉਦੋਂ ਤੋਂ ਵਿੱਚ ਆ ਰਹੇ ਹੋ ਜੀ। ਮੇਰਾ ਸਵਾਲ ਹੈ ਨਾ, ਹੀ ਕਿਸੇ ਨਾ ਕਿਸੇ ਸ਼ਕਲ 'ਚ ਕੁਲਵੀਰ ਜੀ ਕਹਿ ਚੁੱਕਾ ਕਿ ਉਹ ਕੁਝ ਨਾ ਕੁਝ ਯੂ ਟਰਨ ਮਾਰਨਗੇ ਜਿਹਦੇ ਨਾਲ ਉਹ 117 ਸੀਟਾਂ ਦੇ ਉੱਤੇ ਲੜਨ ਤੋਂ ਬਚ ਜਾਣ। ਅਗਲੀ ਗੱਲ ਇਹ ਹੈ ਕਿ ਕਾਂਗਰਸ ਦਾ ਵੀ ਉਹ ਕਿੰਨਾ ਨੁਕਸਾਨ ਪਹੁੰਚਾਉਣਗੇ, ਇਹਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਨਾ ਲਾਈਏ ਕਿ ਉਹ ਕਿੰਨੇ ਸਾਲਾਂ ਤੋਂ ਕਾਂਗਰਸ ਦੇ ਵਿੱਚ ਨੇ। ਇਸ ਗੱਲ ਤੋਂ ਵੀ ਅਸੀਂ ਅੰਦਾਜ਼ਾ ਲਾਉਣ ਦਾ ਯਤਨ ਕਰੀਏ ਕਿ ਜਦੋਂ ਉਹਨਾਂ ਨੂੰ ਕਾਂਗਰਸ ਤੋਂ ਬਾਹਰ ਕੀਤਾ ਗਿਆ ਉਦੋਂ ਉਹ ਕਾਂਗਰਸ 'ਚ ਕਿੰਨੀ ਕੁ ਵੱਡੀ ਬਗਾਵਤ ਪੈਦਾ ਕਰ ਸਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਜਗਮੀਤ ਸਿੰਘ ਬਰਾੜ ਨੂੰ ਜਦੋਂ ਪਾਰਟੀ ਤੋਂ ਬਾਹਰ ਕੀਤਾ ਗਿਆ ਕੈਪਟਨ ਵੱਲੋਂ, ਉਦੋਂ ਕੋਈ ਬਹੁਤ ਵੱਡਾ ਉਹਨਾਂ ਦੇ ਹੱਕ ਦੇ ਵਿੱਚ ਹੁਲਾਰਾ ਨਹੀਂ ਪੈਦਾ ਹੋਇਆ ਕਾਂਗਰਸ ਦੇ ਵਿੱਚ, ਜਿਹਦੇ ਕਰਕੇ ਅਸੀਂ ਇਹ ਕਹੀਏ ਕਿ ਫੌਰੀ ਹੋਣ ਵਾਲੀਆਂ ਚੋਣਾਂ ਦੇ ਵਿੱਚ ਕੋਈ ਬਹੁਤ ਵੱਡਾ ਕਾਂਗਰਸ ਦਾ ਨੁਕਸਾਨ ਕਰਨ ਜਾ ਰਹੇ ਨੇ। ਉਹ ਉਹਨਾਂ ਕੀ ਨੁਕਸਾਨ ਕਰਨ ਜਾ ਰਹੇ ਨੇ ਜਿੰਨਾ ਕੁ ਨੁਕਸਾਨ ਉਹ ਰੂਟੀਨ ਦੇ ਵਿੱਚ ਕਰ ਸਕਦੇ ਸੀ। ਕੋਈ ਬਹੁਤ ਵੱਡਾ ਤੁਰੰਤ ਪਾਰਟੀ ਚੋਂ ਕੱਢੇ ਜਾਣ ਕਰਕੇ ਕੋਈ ਬਹੁਤ ਵੱਡੀ ਅਪੀਲ ਉਹਨਾਂ ਦੇ ਹੱਕ ਦੇ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ ਇਹਦੇ ਬਾਰੇ ਹੁਣ ਆਪਣੇ ਕੋਲੇ ਸਮਾਂ ਨਹੀਂ ਕਿ ਅਸੀਂ ਉਹਦੇ ਉੱਤੇ ਜਾ ਸਕੀਏ। ਇੱਕ ਦੌਰ ਦੇ ਵਿੱਚ ਉਹ ਐਂਟੀ ਬਾਦਲ ਸਾਈਨ ਬਣ ਗਏ ਸੀ ਮਾਲਵਾ ਖੇਤਰ ਦੇ ਵਿੱਚ, ਖਾਸ ਕਰਕੇ ਮੋਗਾ, ਮੁਕਤਸਰ, ਫਰੀਦਕੋਟ ਦੇ ਜ਼ਿਲ੍ਹਿਆਂ ਦੇ ਵਿੱਚ। ਅੱਜ ਦੀ ਤਰੀਕ ਦੇ ਵਿੱਚ ਉਹ ਐਂਟੀ ਬਾਦਲ ਸਾਈਨ ਦੇ ਤੌਰ ਦੇ ਉੱਤੇ ਵੀ ਆਪਣਾ ਵਕਾਰ ਗਵਾ ਚੁੱਕੇ ਨੇ ਔਰ ਇੰਨਾ ਕੁ ਹੀ ਉਹ ਨੁਕਸਾਨ ਪਹੁੰਚਾ ਸਕਣਗੇ ਜਿੰਨਾ ਕੁ ਪਹੁੰਚਾ ਸਕਦੇ ਨੇ। ਜੇ ਉਹ ਐਂਟੀ ਬਾਦਲ ਸਾਈਨ ਵੀ ਕਿਸੇ ਸ਼ਕਲ ਦੇ ਵਿੱਚ ਬਣੇ ਰਹਿੰਦੇ ਤਾਂ ਹੋ ਸਕਦਾ ਹੁਣ ਬਾਗੀ ਅਕਾਲੀ ਵੀ ਉਹਨਾਂ ਕੋਲੇ ਕੋਈ ਨਾ ਕੋਈ ਆ ਜਾਂਦਾ। ਪਰ ਤੁਸੀਂ ਨੋਟ ਕਰੋ ਉਹਨਾਂ ਦੇ ਕੋਲ ਕੋਈ ਬਹੁਤ ਵੱਡਾ ਬਾਗੀ ਅਕਾਲੀ ਨਹੀਂ ਆ ਰਿਹਾ। ਜੇ ਉਹਨਾਂ ਨਾਲ ਕਾਂਗਰਸੀ ਵੀ ਆ ਰਹੇ ਨੇ ਤਾਂ ਉਹੀ ਉਹਨਾਂ ਦਾ ਸਾਥ ਦੇ ਰਹੇ ਨੇ ਜਿਹੜੇ ਪਹਿਲਾਂ ਤੋਂ ਵੀ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਜਗਮੀਤ ਬਰਾੜ ਦੇ ਸਾਥੀ ਹੋਇਆ ਕਰਦੇ ਸਨ। ਨਵਾਂ ਸਾਥੀ ਤਾਂ ਉਹਨਾਂ ਨੂੰ ਕਾਂਗਰਸ ਚੋਂ ਵੀ ਕੋਈ ਨਹੀਂ ਮਿਲਿਆ। ਇਹ ਗੱਲ ਸਾਨੂੰ ਜਗਮੀਤ ਬਰਾੜ ਦੇ ਪੋਲੀਟੀਕਲ ਜੀਵਨ ਦੇ ਨਜ਼ਰੀਏ ਤੋਂ ਜ਼ਰੂਰ ਇੱਕ ਨਜ਼ਰ ਦੇ ਹੇਠ ਰੱਖਣੀ ਚਾਹੀਦੀ ਹੈ। ਸਮਾਂ ਜਿਹੜਾ ਸਾਡਾ ਹੋ ਚਲਿਆ ਕਿ ਅਸੀਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਦੇ ਉੱਪਰ ਚਲੀਏ। ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਜਗਮੀਤ ਬਰਾੜ ਹੋਣਾ ਦਾ ਜੋ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਬਾਰ-ਬਾਰ ਬਦਲਦਾ ਹੋਇਆ ਰਵੱਈਆ ਦੇਖ ਰਹੇ ਹਾਂ, ਮੈਨੂੰ ਆਪਣੇ ਜਾਤੀ ਤੌਰ ਤੇ ਲੱਗਦਾ ਕਿ ਉਹ ਅਜੇ ਵੀ ਪਤਾ ਨਹੀਂ ਕਿਸੇ ਨਾ ਕਿਸੇ ਨੈਗੋਸ਼ੀਏਸ਼ਨ ਦੇ ਵਿੱਚ ਜ਼ਰੂਰ ਪਏ ਹੋਏ ਨੇ
ਤੇ ਉਹਨਾਂ ਨੂੰ ਲੱਗਦਾ ਕਿ ਉਹ ਆਪਣਾ ਕਿਤੇ ਨਾ ਕਿਤੇ ਸਿਆਸੀ ਵਜੂਦ ਪੰਜਾਬ ਦੇ ਵਿੱਚ ਬਚਾ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਜਾਣਗੇ। ਅਗਰ ਤ੍ਰਿਣਮੂਲ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ 117 ਸੀਟਾਂ ਦੇ ਉੱਪਰ ਕੈਂਡੀਡੇਟ ਤਾਂ ਖੜੇ ਕਰਨਗੇ ਪਰ ਉਹ ਆਪ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ। ਮੈਨੂੰ ਇੱਥੋਂ ਇਹ ਵੀ ਲੱਗਦਾ ਕਿ ਅਗਰ ਉਹਨਾਂ ਦੀ ਕਿਸੇ ਦੇ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਹੋਈ, ਅਗਰ ਉਹ ਕਿਸੇ ਦੇ ਨਾਲ ਨਹੀਂ ਗਏ ਔਰ ਉਹਨਾਂ ਨੇ ਆਪਣੇ ਕੁਝ ਸੀਟਾਂ ਦੇ ਉੱਪਰ ਕੈਂਡੀਡੇਟ ਖੜੇ ਵੀ ਕਰ ਦਿੱਤੇ ਤਾਂ ਉਹਨਾਂ ਨੂੰ ਇਹ ਵੀ ਪਤਾ ਕਿ ਅਗਰ ਉਹ ਆਪ ਖੜੇ ਹੋ ਜਾਂਦੇ ਨੇ ਤੇ ਸੀਟ ਉਹਨਾਂ ਦੀ ਵੀ ਨਹੀਂ ਨਿਕਲਣੀ, ਹੋ ਸਕਦਾ ਉਹਨਾਂ ਦੀ ਵੀ ਆਪਣੀ ਜ਼ਮਾਨਤ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਜ਼ਬਤ ਹੋ ਜਾਵੇ। ਕਿਉਂਕਿ ਜਿਹੜੀਆਂ ਇਸ ਵੇਲੇ ਤਿੰਨੋਂ ਪਾਰਟੀਆਂ ਹੈਗੀਆਂ, ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ, ਉਹ ਇੰਨੀਆਂ ਅੱਗੇ ਲੰਘ ਚੁੱਕੀਆਂ, ਚਾਹੇ ਉਹਨੂੰ ਪ੍ਰਚਾਰ ਦੇ ਤੌਰ ਤੇ ਦੇਖ ਲਈਏ, ਚਾਹੇ ਉਹਨੂੰ ਲੋਕਾਂ ਦੇ ਨਾਲ ਸੰਬੰਧ ਬਣਾਉਣ ਦੇ ਤੌਰ ਤੇ ਦੇਖ ਲਈਏ। ਉਹ ਜਗਮੀਤ ਸਿੰਘ ਬਰਾੜ ਹੋਣਾ ਨੂੰ ਮੇਰਾ ਖਿਆਲ ਹੈ ਜ਼ਮਾਨਤ ਬਚਾਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੋ ਗਈ ਉਹ ਵੀ ਨਹੀਂ ਕਰਨ ਦੇਣਗੀਆਂ। ਇਸ ਕਰਕੇ ਸ਼ਾਇਦ ਉਹ ਆਪਣੀ ਇੱਜ਼ਤ ਵੀ ਨਾਲ ਨਾਲ ਲਪੇਟ ਕੇ ਰੱਖ ਰਹੇ ਨੇ ਤੇ ਆਪ ਜਿਹੜਾ ਹੈ ਉਹ ਕਹਿ ਰਹੇ ਨੇ ਕਿ ਮੈਂ ਕੈਂਪੇਨ ਕਰਾਂਗਾ ਆਪਣੀ ਪਾਰਟੀ ਵਾਸਤੇ ਤੇ ਆਪ ਇਲੈਕਸ਼ਨ ਨਹੀਂ ਲੜਾਂਗਾ। ਪਤਾ ਉਹਨਾਂ ਨੂੰ ਵੀ ਹੈ ਕਿ ਬਣਨਾ ਕੁਛ ਨਹੀਂ ਹੈ ਤ੍ਰਿਣਮੂਲ ਕਾਂਗਰਸ ਦਾ, ਸਿਰਫ ਤੇ ਸਿਰਫ ਆਪਣੀ ਇੱਕ ਪ੍ਰੈਜ਼ੈਂਸ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਦੂਰ ਕਰਨਾ ਕਿਤੇ ਨਾ ਕਿਤੇ ਮੈਨੂੰ ਇੱਕ ਸਟ੍ਰੈਟਜੀ ਦਾ ਹਿੱਸਾ ਲੱਗਦਾ। ਇੱਕ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਲੈਕਸ਼ਨ ਨੂੰ ਲੈ ਕੇ ਜੋ ਸੋਚ ਆ ਉਹਦੇ ਵਿੱਚੋਂ ਉਪਜੀ ਹੋਈ ਇੱਕ ਨਵੀਂ ਕਾਢ ਦਾ ਮੈਨੂੰ ਲੱਗਦਾ ਤਰੀਕਾ ਹੈ ਕਿ ਜਗਮੀਤ ਸਿੰਘ ਬਰਾੜ ਨੂੰ ਨਾਲ ਲਗਾ ਕੇ ਸਾਨੂੰ ਫਾਇਦਾ ਤੇ ਕੋਈ ਨਹੀਂ ਹੋਣ ਵਾਲਾ, ਸਗੋਂ ਜਗਮੀਤ ਸਿੰਘ ਬਰਾੜ ਨੂੰ ਪਰੇ ਕਰਕੇ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਉਹ ਵੋਟ ਸ਼ੇਅਰ ਖਰਾਬ ਕਰਨਗੇ ਜਾਂ ਇੱਕ ਅਲੱਗ ਤਰੀਕੇ ਦਾ ਮਾਹੌਲ ਕ੍ਰੀਏਟ ਕਰਨਗੇ, ਉਹਦਾ ਉਹਨਾਂ ਨੂੰ ਸਿੱਧੇ ਤੌਰ ਤੇ ਫਾਇਦਾ ਜ਼ਰੂਰ ਹੋ ਜਾਵੇਗਾ। ਮੈਨੂੰ ਇੱਦਾਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਬੜੀ ਸੋਚੀ ਸਮਝੀ ਇੱਕ ਸਕੀਮ ਦੇ ਅਧੀਨ ਪਹਿਲਾਂ ਉਹਨਾਂ ਨੂੰ ਨਾਲ ਲਾ ਕੇ ਰੱਖਿਆ ਤੇ ਅੱਜ ਉਹਨਾਂ ਨੂੰ ਵੱਖਰਾ ਕੀਤਾ। ਸਿਆਸਤ ਦੇ ਤੌਰ ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਚੰਗਾ ਕਦਮ ਵੀ ਹੋ ਸਕਦਾ, ਸਮਾਂ ਹੀ ਦੱਸੇਗਾ। ਬਹੁਤਾ ਸਮਾਂ ਹੁਣ ਇਲੈਕਸ਼ਨ ਦੇ ਵਿੱਚ ਬਚਿਆ ਨਹੀਂ ਆ ਕਿ ਅਸੀਂ ਇੰਤਜ਼ਾਰ ਕਰਨਾ ਪਵੇ ਸਾਨੂੰ ਇਹਦੇ ਰਿਜ਼ਲਟਸ ਦਾ। ਕੁਝ ਹੀ ਦਿਨਾਂ ਦੇ ਬਾਅਦ ਜਿਹੜਾ ਹੈ ਮੈਨੂੰ ਲੱਗਦਾ ਕਿ ਜਗਮੀਤ ਸਿੰਘ ਬਰਾੜ ਹੋਣਾ ਦਾ ਜਿਹੜਾ ਪਿਕਚਰ ਹੈਗੀ ਆ ਬਹੁਤ ਕਲੀਅਰ ਹੋਣ ਵਾਲੀ ਆ ਤੇ ਇਹ ਵੀ ਹੋ ਸਕਦਾ ਕਿ ਇਲੈਕਸ਼ਨ ਤੋਂ ਪਹਿਲਾਂ ਜਗਮੀਤ ਸਿੰਘ ਬਰਾੜ ਹੋਣੀ ਪੰਜਾਬ ਦੀ ਜਿਹੜੀ ਸਿਆਸਤ ਦਾ ਇਸ ਵੇਲੇ ਅੰਬਰ ਜਿਹੜਾ ਚਮਕਿਆ ਹੋਇਆ ਪੰਜਾਬ ਦੇ ਵਿੱਚ ਉਹਦੇ ਵਿੱਚ ਕਿਤੇ ਦਿਸਣ ਵੀ ਨਾ। ਇਸ ਦੇ ਨਾਲ ਹੀ ਸ਼ਬਦੀਪ ਜੀ, ਅਜੀਤ ਜੀ ਤੇ ਸੀਪੀ ਜੀ ਤੁਹਾਡਾ ਮੇਰੇ ਨਾਲ ਭਗਤ ਦੀਆਂ ਖਬਰਾਂ ਵਿੱਚ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਕਾਲਰਸ ਨੇ ਸਾਨੂੰ ਕਾਲਸ ਕੀਤੀਆਂ, ਕੁਝ ਕਾਲਸ ਅਸੀਂ ਅੱਜ ਲੈ ਨਹੀਂ ਸਕੇ, ਮੈਂ ਉਹਨਾਂ ਕੋਲੋਂ ਮਾਫੀ ਚਾਹਾਂਗਾ ਤੇ ਜਿਹੜੇ ਕਾਲਰਸ ਨਾਲ ਅਸੀਂ ਅੱਜ ਗੱਲਬਾਤ ਕੀਤੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੀ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਸਾਡੀ ਭਗਤ ਦੀਆਂ ਖਬਰਾਂ ਦੀ ਡਿਬੇਟ ਨੰਬਰ 2 ਦੇ ਨਾਲ ਜੀ।